ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਸਾਰੇ ਜਣੇ ਚੜ੍ਹਦੀ ਕਲਾ ਚ ਹੋਗੇ, ਤੰਦਰੁਸਤ ਹੋਗੇ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਬੈਠੇ ਹੋਗੇ। ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਕਹਿ ਲਓ ਕਿ ਵੀ 5 ਅਕਤੂਬਰ ਆਨਵਰਡਸ ਹੈ ਉੱਥੇ ਜਿਹੜਾ ਕਿ ਲਾਸਟ ਮੰਡੇ ਸੀਗਾ। ਸੋ ਟਿਊਜ਼ਡੇ ਆਨਵਰਡਸ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ, ਲਾਈਵ ਹੋ ਰਿਹਾ। ਕੱਲ ਰੁਦਰਪੁਰ ਸੀਗਾ, ਕੱਲ ਟਰੈਵਲਿੰਗ ਕਰਕੇ ਲਾਈਵ ਨਹੀਂ ਹੋ ਪਾਇਆ। ਆਪਾਂ ਅੱਜ ਸਵਾਲ ਜ਼ਿਆਦਾ ਲਵਾਂਗੇ। ਇਨਫੋਰਮੇਸ਼ਨ ਤੇ ਮੇਰਾ ਖਿਆਲ ਹੈ ਮੈਂ ਪਿਛਲੇ 2 ਸ਼ੋਜ਼ ਦੇ ਵਿੱਚ 2-3 ਸ਼ੋਜ਼ ਜਦੋਂ ਤੁਹਾਡੇ ਸਾਰਿਆਂ ਨਾਲ ਲਾਈਵ ਹੋਇਆ ਸੀ ਦੇ ਦਿੱਤੀ ਸੀ। ਕੈਨੇਡਾ, UK, ਆਸਟ੍ਰੇਲੀਆ ਇੱਕ ਵਾਰ ਕੁਇਕਲੀ ਰੀਕੈਪ ਕਰ ਲੈਂਦੇ ਆ। ਕੈਨੇਡਾ ਇਸ ਹਫਤੇ ਜਿਹੜਾ ਪਿਛਲਾ ਹਫਤਾ ਬੀਤਿਆ ਜਾਂ ਜਦੋਂ ਦਾ ਲਾਸਟ ਤੁਹਾਡੇ ਵੈਬੀਨਾਰ ਕੀਤਾ ਸੀ ਤੁਹਾਡੇ ਨਾਲ, ਉਸ ਤੋਂ ਲੈ ਕੇ ਹੁਣ ਤੱਕ ਕੋਈ ਵੀ ਇਨਫੋਰਮੇਸ਼ਨ, ਕੋਈ ਵੀ ਅਪਡੇਸ਼ਨ ਹੈਗੀ ਨਹੀਂ। नो ਇਨਫੋਰਮੇਸ਼ਨ, so it's still there confusion and ਇੱਕ ਗੱਲ ਦੁਬਾਰਾ ਰਿਪੀਟ ਕਰ ਦੇਣਾ, ਜਨਵਰੀ ਇਨਟੇਕ ਵਾਸਤੇ ਕੋਈ ਵੀ AIP ਇਸ਼ੂ ਨਹੀਂ ਕਰ ਰਹੇ। ਤੁਹਾਡਾ ਏਜੰਟ ਤੁਹਾਨੂੰ ਕਹਿ ਰਿਹਾ ਕਿ ਜਨਵਰੀ ਵਾਸਤੇ ਤੁਹਾਡਾ AIP ਆ ਗਿਆ, ਉਹ ਤੁਹਾਡਾ ਝੂਠ ਬੋਲ ਰਿਹਾ, ਫਰਾਡ ਆਪ ਜਿਹੜਾ ਹੈਗਾ ਵਾ AIP ਚ ਪਾ ਕੇ ਦਿੱਤਾ ਤੁਹਾਨੂੰ। ਦੂਜਾ, ਆਸਟ੍ਰੇਲੀਆ ਮਿਨਿਸਟਰ ਦੀ ਸਟੇਟਮੈਂਟ ਆਈ, ਸਟੇਟਮੈਂਟ ਨਹੀਂ, ਪ੍ਰੈਸ ਕਾਨਫਰੰਸ ਡਿਸਕਸ਼ਨ ਸੀਗੀ, ਉਹ ਚ ਇੱਕ ਸਟੇਟਮੈਂਟ ਦਿੱਤੀ ਕਿ ਵੈਕਸੀਨ ਆਉਣ ਦੇ ਵੀ 6 ਮਹੀਨੇ ਬਾਅਦ, ਵੈਕਸੀਨ ਆਉਣ ਦੇ ਵੀ 6 ਮਹੀਨੇ ਬਾਅਦ ਹੀ ਬਾਰਡਰਸ ਖੁੱਲਣਗੇ। ਬਚ ਜਾਂਦਾ ਸਾਡਾ ਯੂਕੇ ਦੇ ਵਿੱਚ ਹਾਲਾਤ ਠੀਕ ਹੀ ਚੱਲ ਰਹੇ ਨੇ ਉਹਨਾਂ ਵਾਸਤੇ ਜਿਹੜੇ ਜੈਨੂਇਨ ਨੇ। ਐਂਡ ਸਪਾਊਸ ਕੇਸਿਸ ਨੂੰ ਲੈ ਕਰਕੇ ਇੰਟਰਵਿਊਜ਼ ਦਾ ਦੌਰ ਚੱਲ ਪਿਆ। ਇੰਟਰਵਿਊ ਦੀ ਤਿਆਰੀ ਦੇ ਉੱਤੇ ਹੀ ਆਪਣੀ ਪੂਰੀ ਜਾਨ ਲਗਾਈ ਹੋਈ ਹੈ। ਐਂਡ ਰੋਜ਼ ਦੇ 4-5 ਵੀਜ਼ਾਸ ਆ ਰਹੇ ਨੇ, ਉਹਨਾਂ ਨੂੰ ਅਸੀਂ ਫੇਸਬੁੱਕ ਦੇ ਉੱਤੇ ਪੋਸਟ ਵੀ ਕਰ ਰਹੇ ਹਾਂ। ਐਂਡ ਸਟੂਡੈਂਟਸ ਨੂੰ ਇੱਕ ਦਿਨ ਛੱਡ ਕੇ ਜਿਹੜੇ ਸਟੂਡੈਂਟ ਨਾਲ ਰਜਿਸਟਰ ਨੇ, ਸੋ ਉਹਨਾਂ ਨੂੰ ਪਤਾ ਉਹਨਾਂ ਦੇ ਉੱਤੇ ਮਤਲਬ ਜਾਨ ਹੀ ਲੱਗੀ ਹੋਈ ਹੈ ਕਿ ਵੀ ਇਹ ਸਾਰੇ ਸਟੂਡੈਂਟ ਦਾ ਕਿਸੇ ਤਰੀਕੇ ਦੇ ਨਾਲ ਵੀਜ਼ਾ ਆ ਜਾਏ। ਐਂਡ ਜਿਨ੍ਹਾਂ ਦੇ ਡਿਪੈਂਡੈਂਟ ਦੇ ਨਾਲ ਅਪਲਾਈ ਕੀਤਾ ਉਹ ਪਾਲਿਸੀ ਮੈਂ ਬਾਰ-ਬਾਰ ਪੜ੍ਹ ਕੇ ਦੱਸ ਰਿਹਾ, ਮੇਨ ਉਹਨਾਂ ਦੀ ਗਰਾਰੀ ਡਿਪੈਂਡੈਂਟ ਦੇ ਉੱਤੇ ਫਸੀ ਹੋਈ ਹੈ। ਇੰਗਲਿਸ਼ ਦਾ ਕੋਈ ਰੌਲਾ ਨਹੀਂ, ਮੇਨ ਤੁਹਾਨੂੰ ਆਪਣਾ ਕੋਰਸ ਪਤਾ ਹੋਵੇ, ਕਾਲਜ ਯੂਨੀਵਰਸਿਟੀ ਪਤਾ ਹੋਵੇ, ਕੋਰਸ ਕੰਟੈਂਟ ਪਤਾ ਹੋਣ, ਤੁਸੀਂ ਕੋਰਸ ਖਤਮ ਕਰਨ ਤੋਂ ਬਾਅਦ ਕੀ ਕਰਨਾ, ਤੁਹਾਨੂੰ ਵੈਲਿਊ ਫॉर ਮਨੀ ਮਿਲਦੀ ਪਈ ਹੈ ਕਿ ਨਹੀਂ ਮਿਲਦੀ ਵੀ, ਇਹ 4-5 ਚੀਜ਼ਾਂ ਜੇਕਰ ਤੁਹਾਡੇ ਕੋਲ ਕਲੈਰਿਟੀ ਹੈਗੀ ਹੈ, ਤੁਹਾਨੂੰ ਵੀਜ਼ਾ ਅਫਸਰ ਨੇ ਵੀਜ਼ਾ ਦੇ ਦੇਣਾ। ਤੁਹਾਡਾ ਮੇਜਰ ਰੌਲਾ ਜਿਹੜਾ ਹੈਗਾ ਉਹ ਹੈਗਾ ਵਾ ਸਪਾਊਸ ਦੇ ਨਾਲ। ਸਪਾਊਸ ਦਾ ਜਿਹੜਾ ਰੌਲਾ ਉਹ ਇਹ ਹੈ ਕਿ ਵੀ ਪਹਿਲਾਂ ਉਹ ਚ ਵੀ 2 ਕੈਟੇਗਰੀ ਹੈ। ਇੱਕ ਕੈਟੇਗਰੀ ਹੈ ਉਹ ਕਹਿੰਦੇ ਕੀ ਹੈ, ਮਤਲਬ ਮੈਂ ਤੇ ਮਤਲਬ ਆ ਜਿਹੜੀ ਪਾਲਿਸੀ ਗਾਈਡੈਂਸ ਹੈ ਨਾ, ਮਤਲਬ ਮੈਂ ਅੱਖਾਂ ਬੰਦ ਕਰਕੇ ਵੀ ਹੁਣ ਪੜ੍ਹ ਕੇ ਸੁਣਾ ਸਕਦਾ ਕਿ ਇੰਨੀ ਕੁ ਵਾਰ ਇਹਨੂੰ ਪੜ੍ਹ ਚੁੱਕਾ। ਰੋਲ ਆਫ ਡਿਪੈਂਡੈਂਟ ਚ ਕਹਿੰਦਾ the case officer must carefully whether they are satisfied that the applicant is genuine where the main reason of the main applicant is the employment, education or healthcare benefit of the dependent। ਉਹ ਕਹਿੰਦਾ ਹੈ ਕਿ ਵੀ ਇਹ ਚੀਜ਼ ਕੇਸ ਅਫਸਰ ਜ਼ਰੂਰ ਚੈੱਕ ਕਰ ਲੇ ਕਿ ਜਿਹੜਾ ਮੇਨ ਐਪਲੀਕੈਂਟ ਪੜਨ ਲਈ ਆ ਰਿਹਾ ਹੈ, ਇਹਦਾ ਮੇਨ ਮਕਸਦ ਆਪਣੀ ਪੜ੍ਹਾਈ ਹੈ, ਇਹ ਤੇ ਨਹੀਂ ਗਾ ਡਿਪੈਂਡੈਂਟ ਨੂੰ ਜਿਹੜਾ ਹੈਗਾ ਉਹਨੇ employment ਜਾਂ ਹੈਲਥ ਕੇਅਰ ਬੈਨੀਫਿਟ ਦਿਵਾਉਣ ਵਾਸਤੇ ਆ ਰਿਹਾ। ਸੋ ਥੀਜ਼ ਆਰ ਦ ਥਿੰਗਸ, ਇਹ ਵਾਲੇ ਮੇਨ ਕਹਿ ਲਓ ਕਿ ਵੀ ਮੇਰਾ ਵਰੀ ਹੈ, ਕੰਸਰਨ ਹੈ। ਕੱਲ ਜਿਹੜਾ 5 ਵੀਜ਼ਿਆਂ ਚ ਮੇਰਾ ਖਿਆਲ ਹੈ 3 ਡਿਪੈਂਡੈਂਟ ਦੇ ਨਾਲ ਹੀ ਆਏ ਸੀ। स्ट्रेट इन स्ट्रेट आउट केस है, कोई इशू नहीं है। स्ट्रेट इन स्ट्रेट आउट केस नहीं है, इंटरव्यू जरूर लैणगे। इंटरव्यू एडी मतलब जेकर तुसी जेन्युइन हो ना, मतलब इंटरव्यू एडी वधिया और ठुकवी होनी चाहिए कि भी यार तू 1 घंटा गल कर, 2 घंटे गल कर, कोई समस्या नहीं है। एंड अपने कोल सारी इन्फॉर्मेशन हैगी है, ਤੁਹਾਡੇ ਕੋਲ ਉਹ ਜਜ਼ਬਾ, ਤੁਹਾਡੀ ਉਹ ਕ੍ਰੈਡੀਬਿਲਿਟੀ, ਤੁਹਾਡੀ ਉਹ ਗਰਜ ਆਵਾਜ਼ ਦੇ ਵਿੱਚ ਕਰੰਟ ਹੋਣਾ ਚਾਹੀਦਾ। ਐਂਡ ਉਹ ਕਰੰਟ ਆਵਾਜ਼ ਚ ਉਦੋਂ ਹੀ ਆਉਂਦਾ ਹੈ ਕਿ ਵੀ ਜਦੋਂ ਤੁਸੀਂ ਸੱਚਾਈ ਬੋਲ ਰਹੇ ਹੋ। ਜਦੋਂ ਅੰਦਰ ਚੋਰ ਵਸਦਾ ਹੋਵੇ ਤੇ ਜ਼ੁਬਾਨ ਆਪਣੇ ਆਪ ਥਥਲਾਉਣਾ ਸ਼ੁਰੂ ਕਰ ਜਾਂ ਹੇਕਾਂ ਲੱਗਣੀਆਂ ਸ਼ੁਰੂ ਹੋ। ਸੋ ਇੰਟਰਵਿਊ ਦਾ ਜ਼ਰੂਰ ਖਿਆਲ ਰੱਖਣਾ। ਜਿਹੜੇ ਗਾਹਾਂ ਸਟੂਡੈਂਟ ਜਾਣਾ ਚਾਹੁੰਦੇ ਨੇ, 12ਵੀਂ 2017-18 ਚ ਕੀਤੀ ਹੈ, ਇੰਗਲਿਸ਼ ਦੇ ਵਿੱਚ 70% ਨੰਬਰ ਹੈ, ਓਵਰਆਲ 60% ਨੰਬਰ ਹੈ, ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ। ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ, ਸੌਰੀ ਯੂਕੇ ਦਾ ਪਹਿਲੇ ਕੰਪਲੀਟ ਕਰਨਾ, ਵਿਆਹੇ ਸਪਾਊਸ ਦੇ ਨਾਲ ਜਾਣਾ, ਗ੍ਰੈਜੂਏਸ਼ਨ ਹੋਣੀ ਜ਼ਰੂਰੀ। ਐਂਡ ਇੰਟਰਵਿਊ ਦੀ ਤਿਆਰੀ ਪਹਿਲੇ ਹੀ ਸਟੈਪ ਤੇ ਅਸੀਂ ਚੈੱਕ ਕਰ ਲਾਂਗੇ ਕਿ ਇੰਟਰਵਿਊ ਦੀ ਤਿਆਰੀ ਓਕੇ ਹੈ। ਜੇ ਇੰਟਰਵਿਊ ਦੀ ਤਿਆਰੀ ਓਕੇ ਹੈ ਤੇ ਫਿਰ ਸਾਨੂੰ ਕੋਈ ਦਿੱਕਤ ਨਹੀਂ ਹੈ, ਤੇ ਜੇ ਇੰਟਰਵਿਊ ਦੀ ਤਿਆਰੀ ਓਕੇ ਨਹੀਂ ਹੈ ਤੇ ਫਿਰ ਅਸੀਂ ਸ਼ਾਇਦ ਕੇਸ। ਸੋ ਇਹ ਅਪਡੇਸ਼ਨਸ ਹੈ, ਮਤਲਬ ਪਿਛਲੇ 10 ਦਿਨਾਂ ਚ ਸਿਰਫ ਵੀਜ਼ਾ ਵੀ ਆ ਰਹੇ ਨੇ ਯੂਕੇ ਦੇ, ਹੋਰ ਕੋਈ ਲੰਬੀ ਚੌੜੀ ਹਿਲਜੁਲ ਹੋ ਨਹੀਂ ਰਹੀ। जनवरी 2021 ਦਾ ਵੀ ਇਨਟੇਕ ਕਿਸੇ ਹੋਰ ਕੰਟਰੀ ਦਾ ਨਹੀਂ ਦੱਸਦਾ ਸਿਵਾਏ ਯੂਕੇ ਦੇ।
सो ਜਿਹੜੇ ਕੈਨੇਡਾ ਔਰ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਸੀ ਉਹ ਵੀ ਦੇਖਣ ਨੂੰ ਮਿਲਦਾ ਪਿਆ ਡਿਵਰਟ ਹੋਣਾ ਸ਼ੁਰੂ ਹੋ ਗਏ ਨੇ ਯੂਕੇ ਵਾਲੇ ਬੰਨੇ ਕਿਉਂਕਿ ਮਤਲਬ ਨੂੰ ਮਜਬੂਰੀ ਕਹਿ ਲੋ ਟਾਈਮ ਨਜਾਕਤ ਕਹਿ ਲੋ ਜਾਂ ਕੁਝ ਵੀ ਕਹਿ ਲੋ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਮੈਂ 3 ਦਿਨ ਸਟੂਡੈਂਟਸ ਨੂੰ ਮਿਲਿਆ ਐਂਡ ਭਾਜੀ ਜਨਵਰੀ ਇਨਟੇਕ ਵਾਸਤੇ ਅਪਲਾਈ ਕਰਨਾ ਕੈਨੇਡਾ ਦਾ ਕਿੱਦਾਂ ਅਪਲਾਈ ਕਰ ਲੋਗੇ ਯਾਰ ਅਪਲਾਈ ਕਰਨ ਚ ਕੁਝ ਨਹੀਂ ਜਾਂਦਾ ਮੈਂ ਹਮੇਸ਼ਾ ਕਹਿੰਦਾ ਅਪਲਾਈ ਕਰਨ ਚ ਕੁਝ ਨਹੀਂ ਜਾ ਰਿਹਾ ਅਪਲਾਈ ਤੇ ਕਰ ਹੀ ਲਵੋਗੇ ਬਟ ਜਾ ਪਾਓਗੇ ਕਿ ਨਹੀਂ ਜਾ ਪਾਓਗੇ ਵੀਜ਼ਾ ਆਉਣ ਤੋਂ ਬਾਅਦ ਤੇ ਵੀ ਦੱਸੋ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਗੱਲ ਪੁੱਛਦਾ ਦੋ ਬੰਦੇ ਚੱਕ ਲਓ ਇੱਕ ਜਿਹੜਾ AIP ਹੈ ਇੱਕ ਜਿਹੜਾ ਵੀਜ਼ਾ ਰਿਫਿਊਜ਼ ਹੈ ਦੋਵਾਂ 'ਚ ਫਰਕ ਕੀ ਆਏਗੀ ਜੀ ਪ੍ਰੈਕਟੀਕਲ ਸੈਂਸ ਦੇ ਨਾਲ ਦੇਖੀਏ ਦੋਵਾਂ 'ਚ ਕੀ ਫਰਕ ਹੈ ਦੋਵੇਂ ਨਹੀਂ ਟਰੈਵਲ ਕਰ ਸਕਦੇ ਜਿਹੜੇ ਕੋਈ AIP ਹੈ ਉਹ ਕੀ ਕਰਦਾ ਪਿਆ ਇੱਥੇ ਬੈਠਾ ਹੈ ਬਸ ਆਪਣੇ ਦਿਲ ਨੂੰ ਖੁਸ਼ੀ ਹੈ ਉਹ ਜੀ AIP ਆ ਗਿਆ ਹੈ ਜੱਟ ਬਾਹਰ ਚੱਲੇ ਨੇ ਜਦੋਂ ਜਾਵਾਂਗੇ ਜਦੋਂ ਜਾਣਗੇ ਉਦੋਂ ਦੇਖਾਂਗੇ ਤੇ ਜਿੰਨਾ ਜੱਟਾਂ ਦਾ ਵੀਜ਼ਾ ਰਿਫਿਊਜ਼ ਹੋਇਆ ਉਹ ਵੀ ਇੱਥੇ ਹੀ ਹੈ ਨਾਲ ਹੀ ਤੇਰੇ ਬੈਠੇ ਹੋਏ ਉਨੀ ਦੇਰ ਇੱਥੋਂ ਦੀਆਂ ਹੀ ਗੱਲਾਂ ਮਾਰ ਲਈਏ ਤੋ ਪ੍ਰੈਕਟੀਕਲੀ ਔਨ ਗਰਾਊਂਡ ਰਿਐਲਿਟੀ ਦੋਵਾਂ 'ਚ ਕੋਈ ਫਰਕ ਨਹੀਂ ਇੱਕ ਦਿਲ ਦੀ ਤਸੱਲੀ ਤੋਂ ਸਿਵਾਏ ਮਤਲਬ ਉਹਦੀ ਥੋੜੀ ਹਵਾ ਜ਼ਿਆਦਾ ਟਾਈਟ ਹੋ ਜਾਂਦੀ ਹੈ ਜਿਹੜਾ AIP ਆਇਆ ਹੁੰਦਾ ਕਿ ਵੀ ਆਪਣਾ ਤਾਂ ਹੁਣ ਮੁੱਕ ਗਿਆ ਮੁੱਛਾਂ ਨੂੰ ਵੱਢ ਦੇਣੋਂ ਨਹੀਂ ਹਟਦਾ ਸੁਪਨੇ ਜਹਾਜ਼ ਪਹਿਲੇ ਤਾਂ ਜਹਾਜ਼ ਆਉਂਦੇ ਹੁੰਦੇ ਆ ਜਦੋਂ ਵੀਜ਼ਾ ਅਪਲਾਈ ਕੀਤਾ ਫਿਰ ਉੱਥੋਂ ਦੀਆਂ ontario ਦੀਆਂ ਲੇਕਸ ਆਣੀਆਂ ਸ਼ੁਰੂ ਹੋ ਜਾਂਦੀਆਂ CN ਟਾਵਰ ਦਿਸਣਾ ਸ਼ੁਰੂ ਹੋ ਜਾਂਦਾ ਕਈ ਮੇਰੇ ਵਰਗੇ ਵਿਚਾਰੇ ਉਹਨਾਂ ਨੂੰ ਉੱਥੇ ਜਿਹਦੇ ਸੁਪਨੇ ਪੂਰੇ ਕਰਨੇ ਉਹ ਵੀ ਦਿਸਣੇ ਸ਼ੁਰੂ ਹੋ ਜਾਂਦੇ ਕਿ ਜੀ ਅੱਜ ਭਾਂਡੇ ਮਾਂਜਦੇ ਪਏ ਜੀ ਅੱਜ ਕਾਲਜ 'ਚ ਬੈਠੇ ਹੋਏ ਬਟ ਪ੍ਰੈਕਟੀਕਲ ਉਹ ਸੁਪਨੇ ਆ ਮਤਲਬ ਗਰਾਊਂਡ ਰਿਐਲਿਟੀ ਤੋਂ ਕੋਈ ਫਰਕ ਨਹੀਂ ਹੈ ਯਾਰ ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਬਟ ਜਾ ਪਾਓਗੇ ਕਿ ਨਹੀਂ ਜਿਨ੍ਹਾਂ ਦੇ AIP ਆਏ ਅੱਜ ਜਿਹੜੇ ਬੱਚੇ ਜਾ ਰਹੇ ਉਹ ਜਾ ਰਹੇ ਜਿਹੜੇ 18 ਮਾਰਚ ਤੋਂ ਪਹਿਲੇ ਵੀਜ਼ੇ ਲੱਗੇ 18 ਮਾਰਚ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਅਸੀਂ 56,000 AIP ਵਰਲਡ ਵਾਈਡ ਦਿੱਤਾ ਇਕੱਲਾ ਇੰਡੀਆ ਨਹੀਂ ਇੰਡੀਆ ਦੇਤੇ ਉਹਨੇ 5,000 10,000 ਦੇ ਦਿੱਤਾ ਉਹਨਾਂ ਚਲੋ ਹੋਰ ਵਧੀਆ ਲੈ ਲੈਣੇ 15-20,000 ਦੇ ਦਿੱਤਾ ਉਹਨਾਂ ਯਾਰ ਹੁਣ ਜਦੋਂ ਫਲਾਈਟਸ ਖੁੱਲਣਗੀਆਂ ਜਾਂ ਬਾਰਡਰ ਖੁੱਲਣਗੇ ਪਹਿਲੇ ਜਿਨ੍ਹਾਂ ਦੇ AIP ਆਏ ਹੈ ਪ੍ਰਾਇੋਰਟਾਈਜ਼ ਉਹਨਾਂ ਨੂੰ ਕਰਨਗੇ ਕਿ ਜਿਹੜੇ ਹੁਣ ਅੱਗੇ ਜਨਵਰੀ ਵਿੱਚ ਕੀ ਹੋਣਾ ਉਹਨਾਂ ਨੂੰ ਕਰਨਗੇ ਜਨਵਰੀ ਦੇ ਵਿੱਚ ਤੇ ਹਜੇ ਕੋਈ ਰਿਜ਼ਲਟ ਹੀ ਨਹੀਂ ਆ ਰਿਹਾ ਨਾ ਜਨਵਰੀ ਇਨਟੇਕ ਨਾ ਉਹ AIP ਆ ਰਿਹਾ ਹੈ ਨਾ ਉਹ ਪਾਸਪੋਰਟ ਰਿਕੁਐਸਟ ਆ ਰਹੀ ਹੈ ਨਾ ਬਾਇਓਮੈਟ੍ਰਿਕ ਦੀ ਚਿੱਠੀ ਆ ਰਹੀ ਹੈ ਉਹ ਰੁਕ ਗਿਆ ਸਭ ਕੁਝ ਉੱਥੇ ਉਹ ਜਿਹੜੀ 1200-1300 ਫਾਈਲ ਸਾਡੀ ਅੰਦਰ ਪਈ ਉੱਥੇ ਰੁਕ ਚੁੱਕੀ ਹੈ ਕਨਫਿਊਜ਼ਨ ਹੀ ਹੈ ਤੇ ਹੁਣ ਬੱਚਾ ਫਿਰ ਕਹਿੰਦਾ ਹਾਰ ਕੇ ਯਾਰ ਅੱਗ ਲਾਓ 2020 ਵੀ ਗਿਆ ਇਹ 2021 ਵੀ ਜਾਂਦਾ ਹੀ ਲੱਗਦਾ ਕਿਉਂਕਿ ਅੱਗੇ ਜਿਹੜੇ ਕੋਰਸਿਸ ਹੈਗੇ ਆ ਉਹ ਹੁਣ ਜਨਵਰੀ ਦੇ ਨਹੀਂ ਮਿਲਦੇ ਪਏ ਮਈ 2021 ਦੇ ਮਿਲਦੇ ਪਏ ਮਈ 'ਚ ਵੀ ਜਾ ਪਾਵਾਂਗੇ ਕਿ ਨਹੀਂ ਜਾ ਪਾਵਾਂਗੇ ਕੈਨੇਡਾ ਗੱਲ ਹੋਈ 2-4 ਬੰਦਿਆਂ ਨਾਲ ਕਹਿੰਦੇ ਯਾਰ ਇੱਥੇ ਨਾ ਜਿਹੜਾ ਕੋਵਿਡ ਦਾ ਜਿਹੜਾ ਕਹਿ ਲਓ ਕਿ ਵੀ ਸੈਕਿੰਡ ਫੇਜ਼ ਚਾਲੂ ਹੋ ਗਿਆ ਜਾਂ ਹੁਣ ਦੀ ਤਾਦਾਦ ਤੇ ਇਹ ਨਹੀਂ ਕਿ ਵੀ ਬਹੁਤ ਸਾਰੇ ਕੇਸਿਸ ਹੈ ਕੇਸਿਸ ਬਹੁਤ ਘੱਟ ਹੈ ਬਟ ਜਿਹੜੇ ਮੈਜੋਰਿਟੀ ਕੇਸਿਸ ਨੇ ਉਹ ਪਤਾ ਕਿੱਥੇ ਆਪਣੀ ਪੰਜਾਬੀ ਕਮਿਊਨਿਟੀ 'ਚ ਪਾਏ ਜਾ ਰਹੇ ਕਿਉਂਕਿ ਉਹ ਕਿੱਦਾਂ ਜਿਨ੍ਹਾਂ ਦੇ ਕਹਿੰਦੇ ਜੀ ਆ ਸਟੂਡੈਂਟ ਆਏ ਜਾਂ ਪੇਰੈਂਟਸ ਹੈ ਮੈਂ ਕਿਹਾ ਯਾਰ ਐਵੇਂ ਸਭ ਬਕਵਾਸ ਹੈ ਇਦਾਂ ਥੋੜੀ ਹੁੰਦਾ ਕਹਿੰਦਾ ਹਾਂ ਇਦਾਂ ਨਹੀਂ ਹੁੰਦਾ ਆਈ ਅੰਡਰਸਟੈਂਡ ਦੈਟ ਬਟ ਗੱਲਾਂ ਤੇ ਇਦਾਂ ਹੀ ਹੋ ਰਹੀਆਂ ਰਿਐਲਿਟੀ ਨਹੀਂ ਹੈ ਬਟ ਗੱਲਾਂ ਹੋ ਰਹੀਆਂ ਓਕੇ ਕੀ ਹਾਲ ਹੈ ਜੀ ਤੁਹਾਨੂੰ ਕੀ ਲੱਗਦਾ ਕਿ ਬਾਰਡਰ ਕਦੋਂ ਖੁੱਲਣਗੇ ਕਹਿੰਦਾ ਜੀ ਜਨਵਰੀ ਤੱਕ ਵੈਕਸੀਨ ਆਂਦੀ ਹੈ ਨਵੰਬਰ ਮਤਲਬ ਅਕਤੂਬਰ ਤੇ ਤਾਂ ਖੜੇ ਹੀ ਹੋ ਗਏ ਨਾ ਮਤਲਬ ਅਕਤੂਬਰ ਦੇ ਅੱਧੇ ਅਕਤੂਬਰ ਦੇ ਉੱਤੇ ਆ ਗਏ ਜੀ ਨਵੰਬਰ ਜਾਂ ਜਨਵਰੀ ਤੱਕ ਵੈਕਸੀਨ ਆਂਦੀ ਤੇ ਜਿੱਦਣ ਵੈਕਸੀਨ ਆਂਦੀ ਉਹਦੇ ਵੀ 3 ਮਹੀਨੇ 4 ਮਹੀਨੇ ਬਾਅਦ ਕਹਿੰਦੇ ਇਸ ਵੇਲੇ ਓਪੋਜੀਸ਼ਨ ਪਾਰਟੀਆਂ ਦਾ ਬਹੁਤ ਪ੍ਰੈਸ਼ਰ ਹੈ ਐਂਡ ਐਕਚੁਅਲ ਚ ਆਸਟ੍ਰੇਲੀਆ ਵੀ ਦੇਖੀ ਅਗਲੇ ਸਾਲ ਇਲੈਕਸ਼ਨ ਹੈ ਐਂਡ ਗਵਰਨਮੈਂਟ ਨੇ ਜਿਸ ਤਰੀਕੇ ਦੇ ਨਾਲ ਸਪੋਰਟ ਕਰ ਰਹੀ ਹੈ ਉਹ ਮਤਲਬ ਮੈਂ ਦੇਖ ਰਿਹਾ ਹਾਂ ਕਿ ਪੋਲੀਟੀਕਲੀ ਵੀ ਨਾਲ ਆਪਣਾ ਤੇ ਹਰ ਕਿਸੇ ਨੇ ਦੇਖਣਾ ਹੀ ਹੈ ਜੀ ਮੈਂ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਨਾਲ ਨਾਲ ਮੈਂ ਵੀ ਬੋਲ ਦਵਾਂ ਜੀ ਆ ਫਾਈਲਾਂ ਲਾਣੀਆਂ ਤੇ ਆ ਜਾਓ ਫਾਈਲਾਂ ਲਾਣੀਆਂ ਤੇ ਆ ਜਾਓ ਕਿਉਂਕਿ ਆਪਣਾ ਤੇ ਮਤਲਬ ਕਹਿ ਲਓ ਕਿ ਵੀ ਰਿਜ਼ਲਟ ਆਪਣਾ ਬਿਜ਼ਨਸ ਹੈ ਉਹਨੂੰ ਤੇ ਚਲਾਣਾ ਉਹ ਪੋਲੀਟੀਕਲ ਪਾਰਟੀ ਕਿ ਦੁਬਾਰਾ ਰੀਇਲੈਕਟ ਵੀ ਤਾਂ ਹੋਣਾ ਉਹਨੂੰ ਵੀ ਤੇ ਖਿਆਲ ਰੱਖਣਾ ਉਹਨਾਂ ਨੇ ਤੇ ਜਿਹੜਾ ਨੁਕਸਾਨ ਹੋਏਗਾ ਬਟ ਇੱਥੇ ਜਿਹੜਾ ਗਰਾਊਂਡ ਐਂਡ ਯੂਜ਼ਰ ਸਟੂਡੈਂਟ ਹੈਗਾ ਵਾ ਜਿਹੜਾ ਇੱਕ ਛੋਟੇ ਜਿਹੇ ਪਿੰਡ 'ਚ ਬੈਠ ਕੇ ਪਹਿਲੇ ਸਾਲ 2 ਸਾਲ ਤੋਂ ਤਿਆਰੀ ਕਰ ਰਿਹਾ ਸੀਗਾ ਉਹਨੂੰ ਇਹ ਟੌਪ ਲੈਵਲ ਦੀਆਂ ਗੇਮਾਂ ਨਾਲ ਵਿਚਾਰੇ ਨੂੰ ਕੀ ਲੈਣਾ ਦੇਣਾ ਜਾਂ ਉਹਨੂੰ ਕਿੰਨਾ ਜ਼ਿਆਦਾ ਫਰਕ ਉਹਦੀ ਤਾਂ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਸੋ ਅਲਟੀਮੇਟਲੀ ਬਚ ਬਚਾ ਕਰਕੇ ਜੀ ਹੁਣ ਤੱਕ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਉਹ ਯੂਕੇ ਹੀ ਨਜ਼ਰ ਆ ਰਹੀ ਹੈ ਬਟ ਯੂਕੇ ਵੀ ਉਹਦੇ ਵਾਸਤੇ ਆ ਰਹੀ ਹੈ ਜਿਹੜੀ ਕੈਨੇਡਾ ਟਾਈਪ ਪ੍ਰੋਫਾਈਲ ਹੈ ਜਿਹੜਾ ਜੀ ਆਵੇ ਸੋ ਰਾਜੀ ਜਾਵੇ ਉਹ ਮੁੱਕ ਗਿਆ ਮੇਲਾ ਹੁਣ
पढ़िया लिखिया आवे ते तगड़ा हो करके यूके जाए। सो जेकर यूके जाके पढ़ाई करनी है, इंग्लिश एंड प्रोफाइल क्लीन होनी चाहिए। कॉम्प्लीकेटेड टू कॉम्प्लीकेटेड केसेस ਨੂੰ ਸੋਲਵ ਕਰਨ ਦੀ ਸਮਰੱਥਾ ਰੱਖਦਾ ਵਾ, ਬਟ ਉਹਦੇ ਲਈ ਪੇਸ਼ੈਂਸ ਚਾਹੀਦੇ ਹੈ ਐਂਡ ਸਟੂਡੈਂਟ 'ਚ ਆਪਣੀ ਕਾਬਲੀਅਤ ਚਾਹੀਦੀ ਹੈ। ਕੁਐਸਚਨਸ ਪੜ੍ਹ ਲੈਂਦੇ ਆ ਜੀ, ਕਿਹੜੇ ਕੁਐਸਚਨਸ ਹੈ। ਮੈਂ ਸਾਰੇ ਹੈਂਡ ਜਿਹੜੇ ਰੇਜ਼ਡ ਹੈਗੇ ਆ ਉਹਨਾਂ ਨੂੰ ਮੈਂ ਥੱਲੇ ਕਰ ਦਾਂਗਾ, ਤੇ ਜਿਹੜੇ ਕੁਐਸਚਨਸ ਦੁਬਾਰਾ ਹੁਣ ਪੁੱਛਣਾ ਚਾਹੁੰਦੇ ਨੇ ਕਾਈਂਡਲੀ ਆਪਣੇ ਹੱਥ ਦੁਬਾਰਾ ਰੇਜ਼ ਕਰ ਲਓ, ਤੇ ਮੈਂ 1 ਬਾय 1 ਜਿਹੜਾ ਵਾ ਕੁਐਸਚਨ ਆਨਸਰ ਦਾ ਸਿਲਸਿਲਾ ਚਲਾਵਾਂਗੇ। ਐਂਡ बहुत ज्यादा पार्टिसिपेंट नहीं, 100 पार्टिसिपेंट ਸੀ, ਤੇ ਜਿੰਨੇ ਵੀ ਹੈ ਇੱਕ ਇੱਕ ਸਾਰਿਆਂ ਕੋਲੋਂ ਸਵਾਲ ਪੁੱਛਾਂਗੇ। ਮੈਂ ਡਿਟੇਲ ਤੁਹਾਡੇ ਨਾਲ ਹੀ ਗੱਲਾਂ ਕਰਨੀ, ਅੱਜ ਨਵੀਂ ਇਨਫੋਰਮੇਸ਼ਨ ਦੇਣ ਨੂੰ ਤੇ ਕੋਈ ਹੈ ਨਹੀਂ। ਸੋ ਜਿਹੜੀਆਂ ਹੈ ਉਹੀ ਹੈ, ਇੱਕ ਵਾਰ ਕੁਐਸਚਨਸ ਤੇ ਨਿਗਾਹ ਮਾਰ ਲੈਣਾ। ਜਿਹੜੇ ਸਾਡੇ ਨਾਲ ਰਜਿਸਟਰ ਕਲਾਇੰਟਸ ਹੋ ਸਿਰਫ ਆਪਣਾ ਫਾਈਲ ਨੰਬਰ ਸਟੇਟਸ ਲੈਣਾ, ਫਾਈਲ ਨੰਬਰ ਦੱਸ ਦਿਓ, ਸਟੇਟਸ ਟੀਮ ਦੇ ਦੇਗੀ, ਕਿਉਂਕਿ ਮੇਰੇ ਕੋਲ ਇੱਥੇ ਸਟੇਟਸ ਹੈ ਨਹੀਂ, ਮਤਲਬ ਉਹ ਜਿੱਦਾਂ ਅਸੀਂ ਹਮੇਸ਼ਾ ਕਰਦੇ। ਇੰਟਰਵਿਊ ਨੂੰ ਲੈ ਕੇ ਜਾਂ ਫਰਦਰ ਕੋਈ ਕੁਐਸਚਨਸ ਆ ਉਹਦੇ ਮੈਂ ਜਵਾਬ ਜ਼ਰੂਰ ਦੇਵਾਂਗਾ। recently passed +2, 83% I want to apply visa। सारे गुड कॉलेज है ब्रदर, कोमल शर्मा जी सारे गुड कॉलेज से है। सनी कहता जी कहते बर्मिंघम वुलवरहैम्पटन यूनिवर्सिटी कवेंट्री यूनिवर्सिटी को ऑफर मिल सकती है भाजी, जे एलिजिबल हो तो बिल्कुल मिल सकती है। किरणदीप कौर संधू कहते हैं जी कि भी मैं यूके की फाइल अप्लाई की जलंधर बाहर, मेरी कैश लैटर आई 20 दिन हो गए, हजे फिंगरप्रिंट की अपॉइंटमेंट नहीं मिली। ਪੁੱਛਦੇ ਆ ਫੰਡ ਹੋਲਡ ਨਹੀਂ ਹੋਏ ਤਾਂ ਹੁਣ ਦੱਸੋ ਜੀ ਮੈਂ ਫੰਡ ਕਿੱਦਾਂ ਹੋਲਡ ਕਰਨੇ। ਫੰਡ ਜਦੋਂ ਹੋਲਡ ਹੋਣਗੇ ਉਦੋਂ ਹੀ ਫਾਈਲ ਜਮ੍ਹਾਂ ਕਰਾਵਾਂਗੇ, ਜੇ ਪਹਿਲੇ ਫੰਡ ਫਾਈਲ ਜਮ੍ਹਾਂ ਕਰਾ ਦਾਂਗੇ ਤਾਂ ਰਿਫਿਊਜ਼ ਹੋ ਜਾਏਗਾ। ਰੁਪਿੰਦਰ ਜੀ ਕਹਿੰਦੇ 2013 ਚ ਐਮਐਡ ਕੀਤੀ 62% ਐਂਡ ਇੰਗਲਿਸ਼ ਸਕੋਰ 47 ਆਊਟ ਆਫ 75 ਫਰੋਮ 2013 till now I'm teaching experience, please suggest me relevant course according to my profile। relevant ਤੁਸੀਂ ਮਾਸਟਰਸ ਆਲਰੇਡੀ ਕਰ ਚੁੱਕੇ ਹੋ ਜੀ, ਹੋਰ ਦੱਸੋ ਕੀ ਪੜ੍ਹਨਾ ਚਾਹੁੰਦੇ ਹੋ, ਟੀਚਿੰਗ ਨਾਲ ਰਿਲੇਟਡ ਹੀ ਕੋਰਸ ਲੈ ਲਓ। I am applying offer letter with spouse and kid, refused 2016 twice, also visitor visa 2018। ਯਾਰ ਇੱਕ ਬੜੀ ਵਧੀਆ ਚੀਜ਼ ਦੱਸਣੀ ਮੈਂ ਭੁੱਲ ਗਿਆ, ਕਈ ਲੋਕਾਂ ਨੂੰ ਆਦਤ ਹੁੰਦੀ ਆ ਆਪਣੇ ਕੱਪੜੇ ਲਾਉਣ ਦੀ, ਐਵੇਂ ਆਪਣਾ ਢਿੱਡ ਨੰਗਾ ਕਰ ਕਰਕੇ ਨਾ ਉਹ ਹਾਈ ਚੱਲਣਗੇ। ਇੱਕ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸ ਦਿੰਦਾ, ਮੈਨੂੰ ਪਤਾ ਤੁਸੀਂ ਸਾਰੇ ਸਮਝਦਾਰ ਲੋਕ ਹੋ, ਤੁਹਾਡੇ ਚ ਕੋਈ ਵੀ ਏਦਾਂ ਦਾ ਹੈ ਨਹੀਂ, ਬਟ ਹੁੰਦੇ ਆ ਕਈ ਲੋਕ। ਮੈਂ ਨਾ ਜੀ ਫੰਡ ਸ਼ੋ ਕੀਤੇ ਸੀਗੇ, ਮੈਂ ਨਾ ਜੀ ਆਪਣਾ ਫੋਨ ਕਿਸੇ ਨੂੰ ਦਿੱਤਾ ਸੀ। ਜਦੋਂ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਕਿਸੇ ਵੀ ਰਿਕਾਰਡਡ ਪਲੇਟਫਾਰਮ ਤੇ ਗੱਲ ਕਰਦੇ ਹੋ ਤੇ ਉਹ 'ਚ ਇਕੱਲੇ ਸਟੂਡੈਂਟ ਨਹੀਂ ਹੁੰਦੇ, ਕਿਸੇ ਲਈ ਵੀਜ਼ਾ ਅਫਸਰ ਵੀ ਦੇਖ ਸਕਦਾ, ਤੇ ਤੁਹਾਡੀ ਆਈਡੀ ਬਹੁਤ ਹੈਗੀ ਉਹਨੂੰ ਤੁਹਾਨੂੰ ਟਰੈਕ ਕਰਨ। ਸੋ ਛੋਟੇ ਹੁੰਦਿਆਂ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਅੰਗਰੇਜ਼ੀ ਦੀ ਮੈਡਮ ਨੇ ਇੱਕ ਟੀਚਰ ਦੇ ਸਾਨੂੰ ਇੱਕ ਲਫ਼ਜ਼ ਸਿਖਾਏ ਸੀਗੇ, ਥਿੰਕ ਬਿਫੋਰ ਯੂ ਸਪੀਕ, ਉਹਨੂੰ ਆਪਣੇ ਤੇ ਅਪਲਾਈ ਜ਼ਰੂਰ ਕਰੋ। ਸੋ ਇਹ ਜ਼ਰੂਰ ਯਾਦ ਰੱਖੋ ਕਿ ਤੁਸੀਂ ਕਿਹੜੇ ਪਲੇਟਫਾਰਮ ਤੇ ਗੱਲ ਕਰ ਰਹੇ। ਮੈਂ 2019 ਚ 12ਵੀਂ 68% ਇੰਗਲਿਸ਼ 'ਚ 70%। ਅੰਬੈਸੀ ਇੰਟਰਵਿਊ ਹੋਏਗੀ ਸਰ ਭਾਜੀ ਅਮਰਿੰਦਰ ਸਿੰਘ ਜੀ, ਤੁਹਾਡੇ ਪਰਸੈਂਟੇਜਾਂ ਨਾਲ ਤੁਹਾਡੀ ਇੰਟਰਵਿਊ ਦਾ ਕੋਈ ਲੈਣਾ ਦੇਣਾ ਨਹੀਂ, ਤੁਹਾਡੀ ਜੈਨੂਇਨਨੈਸ ਜਾਂ ਕ੍ਰੈਡੀਬਿਲਿਟੀ ਨਾਲ ਲੈਣਾ ਦੇਣਾ। ਵੀਜ਼ਾ ਅਫਸਰ ਨੂੰ ਲੱਗਦਾ ਹੈ ਕਿ ਤੁਹਾਡੀ ਕ੍ਰੈਡੀਬਿਲਿਟੀ ਓਕੇ ਹੈ, ਦੈਨ ਕੋਈ ਪ੍ਰੋਬਲਮ ਦੀ ਚੀਜ਼ ਨਹੀਂ, ਐਂਡ ਉਹਦਾ ਪਰਸੈਂਟੇਜ ਦਾ ਨਹੀਂ। ਯੂਕੇ ਦਾ ਕੰਮ ਨਾ ਐਕਚੁਅਲ ਦੇ ਵਿੱਚ ਹੁਣ ਅਲੜਾਂ ਦੇ ਹੱਥ ਦਾ ਨਹੀਂ ਰਹਿ ਗਿਆ ਕਿ ਜਣੇ ਖਣੇ ਨੂੰ ਫਾਈਲ ਦਿੱਤੀ, ਚਲੋ ਜੀ ਉਹ ਗਲੀ ਦੇ ਮੋੜ ਦੇ ਉੱਤੇ ਜੀ ਉਹ ਮਾਸੀ ਦੇ ਮੁੰਡੇ ਦੀ ਕਜ਼ਨ ਦੇ ਦੋਸਤ ਨੇ ਵੀ ਇਹ ਕੰਮ ਸ਼ੁਰੂ ਕੀਤਾ ਜੀ, ਉਹ ਡਿਪੋਰਟ ਹੋ ਕੇ ਆਇਆ ਸੀ, ਉਹਨੇ ਸ਼ੁਰੂ ਕਰ ਲਿਆ। ਕੋਈ ਕੋ ਫਲਾਣੇ ਦਾ ਵੀਜ਼ਾ ਰਿਫਿਊਜ਼ ਹੋਇਆ ਸੀ, ਉਹਨੇ ਕਰ ਲਿਆ, ਉਹਦਾ ਵੀਜ਼ਾ ਲੱਗਾ ਸੀ, ਉਹ 6 ਮਹੀਨੇ ਉਹਦਾ ਦਿਲ ਨਹੀਂ ਲੱਗਾ ਮੁੜਿਆ ਜੀ, ਉਹਨੇ ਵੀ ਇਹ ਕੰਮ ਕਰ ਲਿਆ। ਮਤਲਬ ਮੈਂ ਇਹ ਦੇਖਦਾ ਜੀ ਕਿ ਵੀ ਚੰਗੇ ਬੰਦੇ ਵੀ ਬਹੁਤ ਹੈ ਇਸ ਇੰਡਸਟਰੀ। 60% ਮੈਂ ਲਾਵਾਂਗਾ, 60% ਲੋਕ ਉਹ ਹੈ ਜਿਹੜੇ ਆਪਣਾ ਕੋਈ ਨਾ ਕੋਈ ਕਾਰੋਬਾਰ ਕਰਦੇ ਸੀਗੇ, ਉਹ ਆਪਣੇ ਕਾਰੋਬਾਰ 'ਚ ਫੇਲ ਹੋ ਗਏ, ਅਨਸਕਸੈਸਫੁਲ ਹੋਏ, ਆਪਣੇ ਕਾਰੋਬਾਰ ਨੂੰ ਅਪਗ੍ਰੇਡ ਨਹੀਂ ਕਰ ਪਾਏ, ਜਿਨ੍ਹਾਂ ਨੂੰ ਅਸੀਂ ਵਿਹਲੜ ਵੀ ਕਹਿੰਦੇ ਹਾਂ, ਐਂਡ ਉਹ ਇਹ ਕਾਰੋਬਾਰ ਦੇ ਵਿੱਚ ਆ ਗਏ। ਇਹ ਕਾਰੋਬਾਰ ਦੇ ਵਿੱਚ ਆਉਂਦਿਆਂ ਚੰਗੇ ਪੈਸੇ ਪੂਏ ਲੱਭੇ, ਫਲੈਸ਼ੀ ਲਾਈਫ ਦੀ ਮਿਲੀ ਤੇ ਰੰਗ ਰੂਪ ਢੰਗ ਬਟ ਆਪਣਾ ਬੈਕਗਰਾਉਂਡ ਜਾਂ ਆਪਣੀ ਨੌਲੇਜ ਸਕਿੱਲ ਅਪਗ੍ਰੇਡ ਨਹੀਂ ਕਰ ਪਾਏ। ਕਈ ਪਹਿਲੇ ਘੁੰਮ ਫਿਰ ਕੇ ਸੱਜੇ ਖੱਬੇ ਦੇਣੇ ਸ਼ੁਰੂ ਕੀਤੇ, 2-4 ਵੀਜ਼ੇ ਲੱਗੇ, ਫਿਰ ਆਪਣੇ ਆਪ ਨੂੰ ਪਾਟੇ ਖਾਂ ਸਮਝ ਕੇ ਇਸ ਇੰਡਸਟਰੀ ਦੇ ਵਿੱਚ ਆ ਗਏ। The point is ਆਣਾ ਮਾੜੀ ਗੱਲ ਨਹੀਂ, ਇੰਪਲੋਇਮੈਂਟ ਮਿਲਦੀ ਹੈ ਬਿਲਕੁਲ ਆਓ, ਇੰਪਲੋਇਮੈਂਟ ਅੱਗੇ ਦਿੰਦੇ ਹੋ ਬਿਲਕੁਲ ਆਓ, ਆਣਾ ਚਾਹੀਦਾ। ਜਿਹੜਾ ਅੱਜ ਸਟੂਡੈਂਟ ਹੈ ਕੱਲ ਨੂੰ ਬਿਜ਼ਨਸਮੈਨ ਵੀ ਬਣੇਗਾ,
बिल्कुल आना चाहिए, बट अपनी नॉलेज एंड स्किल्स उन्होंने अपग्रेड जरूर। मैं एप्लीकेशंस देखदा, एप्लीकेशन वीजे लोगों के रिफ्यूज होए मतलब सिली रीजनस करके। चलो गलती होंदी है, साडे कोलों भी किसी वेले एरर्स होंदे, जे होई है तो इहनूं ठीक कर लो, इहनूं ठीक भी नहीं करनी एंड स्टूडेंट दे विच स्टूडेंट नूं कीड़े पाई जाने, सो विच इज नॉट करेक्ट। सो क्वेश्चन आंसर्स लेने हैं, की क्वेश्चन आंसर्स कहते सनी खिंडा जी सनी जी। हाँ जी सर, सत श्री अकाल। सत श्री सर मैं ना बस इन्फॉर्मेशन ਲੈਣੀ ਸੀ। ਬਰਮਿੰਗਮ ਦੀਆਂ ਯੂਨੀਵਰਸਿਟੀ ਹੈਗੀਆਂ ਦੋ, ਇੱਕ ਵੋਲਰਹੈਂਪਟਨ ਤੇ ਕਨਵੈਂਟਰੀ ਯੂਨੀਵਰਸਿਟੀ। ਕਿਹੜੀ ਯੂਨੀਵਰਸਿਟੀ ਬ੍ਰਦਰ, ਦੁਬਾਰਾ ਬੋਲ। ਕਨਵੈਂਟਰੀ ਯੂਨੀਵਰਸਿਟੀ ਐਂਡ ਵੋਲਰਹੈਂਪਟਨ। ਦੋਵੇਂ ਗਲਤ ਨਾਮ ਲੈ ਰਹੇ। ਇਟਸ ਕਵੈਂਟਰੀ ਯੂਨੀਵਰਸਿਟੀ ਐਂਡ ਵੋਲਵਰਹੈਂਪਟਨ। ਵੋਲਵਰਹੈਂਪਟਨ ਸੌਰੀ, ਮੈਂ ਮੇਰੇ ਕਜ਼ਨ ਬ੍ਰਦਰ ਉੱਥੇ ਮੈਨੂੰ ਰਹਿੰਦੇ। ਕਰੈਕਟ ਸਨੀ, ਮੈਨੂੰ ਸਿਰਫ ਮੇਰਾ ਜੌਬ ਪਤਾ ਕੀ ਹੈ, ਕਰੈਕਟ ਕਰਨਾ, ਕਿਉਂਕਿ ਇੰਟਰਵਿਊ ਦੇ ਵਿੱਚ ਬੜੇ ਲੋਕੀ ਹੋਣਗੇ ਤੁਹਾਨੂੰ ਚੰਗਾ ਚੰਗਾ ਬਣਨ ਵਾਸਤੇ ਨਾ ਤੁਹਾਡੇ ਅੱਗੇ ਕਰੈਕਟ ਨਹੀਂ ਕਰਨਗੇ, ਬੰਦਾ ਗੁੱਸਾ ਨਾ ਕਰਦੇ। ਮੇਰਾ ਹੁੰਦਾ ਯਾਰ ਅੱਜ ਜਿੰਨੇ ਹੈਗੇ ਬੰਦੇ ਮੇਰੇ ਨਾਲ ਗੱਲ ਕਰਦੇ ਸਾਰੇ ਮੇਰੇ ਛੋਟੇ ਭੈਣ ਭਰਾ, ਐਂਡ ਕਰੈਕਟ ਕਰਨਾ ਕਿ ਤਾਂ ਜੋ ਗਾਂ ਜਾ ਕੇ ਪ੍ਰੋਬਲਮ ਨਾ ਆਵੇ। ਹਾਂਜੀ ਦੱਸੋ ਸਨੀ, ਕੁਐਸਚਨ ਪੁੱਛੋ। ਸਰ ਇਹ ਸਪਾਊਸ ਕੇਸ ਆ, ਮੇਰੀ ਵਾਈਫ ਨੇ 2015 ਵਿੱਚ ਐਮਏ ਹਿਸਟਰੀ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਕੋਲ ਟੀਚਿੰਗ ਐਕਸਪੀਰੀਅੰਸ ਆ ਤੇ ਨਾਲ 6 ਈਚ ਬੈਂਡ ਆ, ਤੇ ਕੋਈ ਚਾਂਸਸ ਹੈਗੇ ਇਹਨਾਂ ਦੋਨਾਂ ਯੂਨੀਵਰਸਿਟੀਆਂ ਚੋਂ ਵੀਜ਼ਾ ਲੈਣ ਦੇ? ਮਿਲ ਜਾਏਗਾ, should not be any problem। ਓਕੇ ਸਰ, ਫੰਡਸ ਵੀ ਰੈਡੀ ਆਪਣਾ ਸਾਰਾ ਕੁਝ, ਤੇ ਇੰਟਰਵਿਊ ਵਾਸਤੇ ਵੀ ਸ਼ੀ ਇਜ਼ ਗੁੱਡ ਇਨ ਇੰਗਲਿਸ਼। ਪਰਫੈਕਟ। ਹਾਂਜੀ ਠੀਕ ਹੈ, ਗੁੱਡ ਹੈ ਜੀ। ਸਪਾਊਸ ਕੇਸ ਵਾਸਤੇ ਕੋਈ ਪ੍ਰੋਬਲਮ ਤਾਂ ਨਹੀਂ ਹੋਗੀ ਗੈਪ ਦੀ? ਇਹ ਕੋਈ ਪ੍ਰੋਬਲਮ ਨਹੀਂ। ਓਕੇ ਸਰ, ਤੇ ਸਰ ਮੈਂ ਬਸ ਤੁਹਾਡੇ ਜਲੰਧਰ ਆਫਿਸ 'ਚ ਹੀ ਕੰਟੈਕਟ ਕਰ ਸਕਦਾ ਉੱਥੇ? ਬਿਲਕੁਲ, ਉੱਥੇ ਰਵਨੀਤ ਸਰ ਬਿਲਕੁਲ ਮਿਲੋ। ਓਕੇ ਸਰ, ਥੈਂਕ ਯੂ ਸਰ। ਥੈਂਕ ਯੂ ਬ੍ਰਦਰ। The next one is ਪ੍ਰਤਾਪ ਸਿੰਘ 001। ਕਿੱਦਾਂ ਵੀ ਪ੍ਰਤਾਪ ਸਿੰਘ, ਠੀਕ ਠਾਕ ਹੈ? ਕਿਰਪਾ ਤੁਹਾਡੀ ਪੂਰੀ ਹੈ? ਕਿਰਪਾ ਹੀ ਤੁਹਾਡੀ। ਨਹੀਂ ਨਹੀਂ, ਮੇਰੀ ਕਰੀ ਕਿਰਪਾ, ਹੁਕਮ ਲਾ। ਭਾਜੀ ਇੱਕ ਨਾ ਜਿਵੇਂ ਆਪਾਂ ਸਪਾਊਸ ਕੇ ਸਪਲਾਈ ਕਰਨਾ ਯੂਕੇ ਲਈ, ਤੇ ਉਹ ਜਿਵੇਂ ਪਹਿਲਾਂ ਆਪਣਾ ਵਾਈਫ ਦਾ ਸਟੱਡੀ ਵੀਜ਼ਾ ਲਾ ਕੇ ਉਸ ਤੋਂ ਬਾਅਦ ਮੈਂ ਆਪਣਾ ਅਪਲਾਈ ਕਰਾਂ, ਜਾਂ ਦੋਨੇ ਫਾਈਲਾਂ ਇਕੱਠੀਆਂ ਲਾ ਸਕਦੇ ਆਪਾਂ? ਵੈਰੀ ਗੁੱਡ ਕੁਐਸਚਨ, ਵੈਰੀ ਗੁੱਡ ਕੁਐਸਚਨ। ਹੁਣ ਇਹਨੂੰ ਨਾ ਸਾਰੇ ਜਣੇ ਧਿਆਨ ਨਾਲ ਸੁਣਨਾ। ਹਸਬੈਂਡ ਵਾਈਫ ਇਕੱਠੇ ਤੁਸੀਂ ਐਪਲੀਕੇਸ਼ਨ ਲਾਉਂਦੇ ਹੋ, ਤੁਹਾਨੂੰ 1% ਵੀ ਡਾਊਟ ਹੈ ਕਿ ਯਾਰ ਸਪਾਊਸ ਕਰਕੇ ਕਿਤੇ ਮਤਲਬ ਸਪਾਊਸ ਦੀ ਇਮੀਗ੍ਰੇਸ਼ਨ ਹਿਸਟਰੀ ਹੈ ਜਾਂ ਸਪਾਊਸ ਪਤਾ ਨਹੀਂ XYZ, ਕੋਈ ਵੀ 100 ਰੀਜ਼ਨ ਹੋ ਸਕਦੇ। ਜਦੋਂ ਦੋਵੇਂ ਹਸਬੈਂਡ ਵਾਈਫ ਇਕੱਠੇ ਅਪਲਾਈ ਕਰ ਰਹੇ ਆ, ਉਹ ਐਪਲੀਕੇਸ਼ਨ ਇੱਕ ਮੰਨੀ ਜਾਣੀ ਹੈ ਤੇ ਉਹ ਐਪਲੀਕੇਸ਼ਨ ਅਸੈਸ ਹੋਏਗੀ ਜੈਨੂਇਨ ਸਟੂਡੈਂਟ ਰੂਲ GSR ਦੇ। ਹੁਣ ਐਪਲੀਕੈਂਟ ਐਂਡ ਇਹਦੇ ਵਿੱਚ ਡਿਪੈਂਡੈਂਟ ਦਾ ਕੋਈ ਲੀਗਲ ਰਾਈਟ ਨਹੀਂ ਹੈ। ਜੇ ਮੇਨ ਐਪਲੀਕੈਂਟ ਨੂੰ ਵੀਜ਼ਾ ਲੱਗੇਗਾ, ਡਿਪੈਂਡੈਂਟ ਲੱਗ ਜਾਏਗਾ, ਤੇ ਉਹ ਕਈ ਵਾਰ ਮੇਨ ਐਪਲੀਕੈਂਟ ਨੂੰ ਦੇ ਕੇ ਡਿਪੈਂਡੈਂਟ ਨੂੰ ਰਿਫਿਊਜ਼ ਵੀ ਕਰ ਸਕਦਾ। ਹਾਊਐਵਰ ਰੂਲ ਕਹਿੰਦਾ ਹੈ ਕਿ ਵੀ ਜੇਕਰ ਮੇਨ ਐਪਲੀਕੈਂਟ ਪਹਿਲੇ ਵੀਜ਼ਾ ਲਵਾ ਕਰਕੇ ਚਲਾ ਗਿਆ, ਕੋਰਸ ਚਾਲੂ ਕਰ ਲਿਆ, ਡਿਪੈਂਡੈਂਟ ਦਾ ਲੀਗਲ ਰਾਈਟ ਬਣ ਜਾਂਦਾ ਹੈ। ਡਿਪੈਂਡੈਂਟ ਦਾ ਲੀਗਲ ਰਾਈਟ ਬਣਦਾ, ਉਹਨੂੰ ਕੋਈ ਚੈਲੰਜ ਨਹੀਂ। ਆਪਣੇ ਦਿਮਾਗ ਨੂੰ ਸਮਝਾਉਣ ਵਾਲੀ ਗੱਲ, ਅੱਧੀ ਦੁਨੀਆ ਕੈਨੇਡਾ ਜਾਂਦੀ ਹੈ ਐਂਡ ਕੈਨੇਡਾ ਵੀ ਤੇ ਮੇਨ ਐਪਲੀਕੈਂਟ ਨੂੰ ਪਹਿਲੇ ਭੇਜਦੇ ਆ ਤੇ ਸਪਾਊਸ ਨੂੰ ਬਾਅਦ ਚੋਂ ਭੇਜਦੇ। ਇੱਥੇ ਆਪਸ਼ਨ ਹੈ, ਲੀਗਲ ਰਾਈਟ ਤੇ ਬਣ ਸਕਦਾ ਬਾਅਦ ਚੋਂ। ਨਹੀਂ ਜਿਵੇਂ ਸਰ ਕਹਿੰਦੇ ਨਾ ਪਹਿਲਾਂ ਆਪਾਂ ਉਹਦਾ ਵਾਈਫ ਦਾ ਅਪਲਾਈ ਕਰ ਦੇਣਾ, ਜਦੋਂ ਉਹਨਾਂ ਦਾ ਵੀਜ਼ਾ ਆ ਗਿਆ ਫਿਰ ਨਾਲ ਦੀ ਨਾਲ ਤੇਰਾ ਕਰ ਦਾਂਗੇ, ਅਪਲਾਈ ਆਪਾਂ ਇਕੱਠੇ ਕਰ ਸਕਦੇ ਹਾਂ। ਉਵੇਂ ਸਹੀ ਰਹੂ ਜਾਂ ਦੋਨੇ ਫਾਈਲਾਂ ਲਾਣੀਆਂ ਸਹੀ ਰਹੂ? ਭਾਜੀ ਜੇ ਇਕੱਠੇ ਹੀ ਅਪਲਾਈ ਕਰਨਾ ਫਿਰ ਦੋਵੇਂ ਇਕੱਠੇ ਅਪਲਾਈ ਕਰ ਲਓ, ਤੇ ਜੇ ਪੇਸ਼ੈਂਸ ਹੈਗੇ ਆ ਤੇ ਕਿਉਂਕਿ ਜਿੱਦਾਂ ਦਾ ਟਾਈਮ ਆ ਅੱਜ ਕੱਲ੍ਹ ਤੇ ਆਨਲਾਈਨ ਰਜਿਸਟ੍ਰੇਸ਼ਨ ਕਰਾ ਕੇ ਲੈਟਰ ਲੈ ਕਰਕੇ ਅਪਲਾਈ ਕੀਤਾ ਜਾ ਸਕਦਾ। ਬਟ ਪ੍ਰੈਫਰੇਬਲੀ ਜੇਕਰ ਪੇਸ਼ੈਂਸ ਹੈ ਜਾਂ ਕੋਈ ਡਾਊਟ ਨਹੀਂ ਹੈ ਵਾਈਫ ਦੇ ਉੱਤੇ ਕਿ ਜੀ ਬਾਹਰ ਜਾ ਕੇ ਪਤਾ ਨਹੀਂ ਮੈਨੂੰ ਬੁਲਾਣਗੇ ਕਿ ਨਹੀਂ ਬੁਲਾਣਗੇ, ਤੇ ਫਿਰ ਤੇ ਮਤਲਬ ਮੈਂ ਕਹਾਂਗਾ ਕਿ ਪਹਿਲੇ ਆਪਣਾ ਅਪਲਾਈ ਕਰ ਲਓ, ਪਹਿਲੇ ਵਾਈਫ ਦਾ ਅਪਲਾਈ ਕਰ ਲਓ, ਉਹਨਾਂ ਦਾ ਵੀਜ਼ਾ ਆ ਜਾਂਦਾ ਫਿਰ ਆਪਣਾ ਕਰ ਲਓ। ਸਰ ਜਦੋਂ ਵਾਈਫ ਦਾ ਇੱਕ ਵਾਰੀ ਵੀਜ਼ਾ ਆ ਗਿਆ ਫਿਰ ਜ਼ਿਆਦਾ ਕੋਈ ਕਿੰਤੂ ਪਰੰਤੂ ਤਾਂ ਨਹੀਂ ਹੁੰਦਾ ਵੀਜ਼ਾ ਨਹੀਂ ਦੇ? ਇਹ ਤੁਹਾਡਾ ਲੀਗਲ ਕਾਨੂੰਨਨ ਹੱਕ ਬਣ ਜਾਂਦਾ ਪ੍ਰਤਾਪ, ਕਾਨੂੰਨਨ ਹੱਕ ਬਣ ਜਾਂਦਾ। ਓਕੇ ਚਲੋ ਠੀਕ ਹੈ ਭਾਜੀ, ਧੰਨਵਾਦ ਤੁਹਾਡਾ ਬੜਾ ਜੀ। ਗਲੈਕਸੀ A70 ਜੀ।
ਮਨਿੰਦਰ ਸਿੰਘ ਜੀ। ਹੈਲੋ ਕਿੱਦਾਂ ਜੀ? ਹੈਲੋ ਹਾਂਜੀ ਹਾਂਜੀ, ਗੁੱਡ ਮਾਰਨਿੰਗ ਸਰ। ਮਾਰਨਿੰਗ ਜੀ। ਸਰ ਫਾਈਲ ਲਾਈ ਹੋਈ ਹੈਗੀ ਯੂਕੇ ਵਾਸਤੇ, ਯੂਨੀਵਰਸਿਟੀ ਆਫ ਈਸਟ ਲੰਡਨ ਵਾਸਤੇ ਕੈਸ਼ ਅਪਲਾਈ ਕੀਤਾ ਹੋਇਆ ਸਰ। 2 ਮਹੀਨੇ ਹੋ ਗਏ ਵੇਟ ਕਰਦੇ ਨੂੰ, ਤੇ ਕੈਸ਼ ਦਾ ਕੁਝ ਪ੍ਰੋਸੈਸ ਪਤਾ ਨਹੀਂ ਸਰ ਮੈਨੂੰ। ਫਾਈਲ ਨੰਬਰ ਦੱਸੋ ਜੀ। ਪਤਾ ਤੁਹਾਨੂੰ ਸਭ ਕੁਝ ਹੈ, ਸਿਰਫ ਤੁਹਾਨੂੰ ਇਹ ਅਪਡੇਸ਼ਨ ਚਾਹੀਦੀ ਹੈ ਕਿ ਵੀ ਤੁਹਾਡਾ ਕੈਸ਼ ਕਿਉਂ ਨਹੀਂ ਆ ਰਿਹਾ, ਰਾਈਟ? ਫਾਈਲ ਨੰਬਰ ਦੱਸੋ ਜੀ ਸਰ। 520 ਜੀ 1094। 5201094। ਹਾਂਜੀ ਸਰ। ਮੈਨੂੰ ਬਸ 15 ਮਿੰਟ ਦੇ, ਹੁਣੇ ਅਪਡੇਸ਼ਨ ਦੇਣਾ ਕਿਉਂ ਕਿੱਥੇ ਅੜਿਆ ਪਿਆ। ਹੁਣ ਤੇ ਸਾਰੇ ਕੈਸ਼ ਆ ਗਏ ਹੋਣੇ ਚਾਹੀਦੇ। ਲੈਟ ਮੀ ਸੀ। ਓਕੇ ਸਰ। ਨਾਓ ਗਗਨਦੀਪ ਸਿੰਘ ਜੀ। ਗਗਨਦੀਪ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਗਗਨਦੀਪ ਜੀ। ਸਰ ਮੇਰੇ ਬ੍ਰਦਰ ਇਨ ਲਾਅ ਦੇ ਬਾਰੇ ਪੁੱਛਣਾ ਸੀ। ਜਗੀਰ ਜੀ। ਸਰ ਉਹਨਾਂ ਨੇ ਨਾ ਲਾਸਟ ਈਅਰ ਤੁਹਾਡੇ ਤੋਂ ਅਪਲਾਈ ਕੀਤਾ ਸੀ ਕੈਨੇਡਾ, ਅਕਤੂਬਰ ਵਿੱਚ। ਫਿਰ ਉਹਨਾਂ ਦੀ ਆ ਗਈ ਰਿਫਿਊਜ਼ਲ। ਅੱਛਾ ਜੀ। ਫਿਰ ਉਹਨਾਂ ਨੇ ਮਈ ਤੋਂ ਫਿਰ ਅਪਲਾਈ ਕੀਤਾ ਔਰ ਉਹਨਾਂ ਦੀ AIP ਫਿਰ ਤੋਂ ਰਿਫਿਊਜ਼ਲ ਆ ਗਈ। ਜੀ। ਤੇ ਫਿਰ ਹੁਣ ਉਹਨਾਂ ਨੇ 10 ਦਿਨ ਪਹਿਲੇ ਮਈ ਤੇ ਉਹਨਾਂ ਨੇ ਜਾ ਕੇ ਅੰਮ੍ਰਿਤਸਰ ਆਪਣੇ ਸਿਮਰ ਸਰ ਨਾਲ ਮਿਲਿਆ ਔਰ UK ਕਰਕੇ ਲੌਜ ਕੀਤੀ ਵਿਦ ਮਾਈ ਸਿਸਟਰ ਐਂਡ 2 ਕਿਡਸ। ਅੱਛਾ ਜੀ। ਤੇ ਹੁਣ ਜਿਸ ਤਰ੍ਹਾਂ ਨਵੇਂ ਰੂਲਸ ਸਰ ਹੁਣ ਅਪਡੇਟ ਹੋ ਗਏ ਨੇ 2-3 ਦਿਨ ਪਹਿਲੇ, ਤੇ ਕਿਆ ਉਹ ਹੁਣ ਉਹਨਾਂ ਦਾ ਕਿਸ ਤਰ੍ਹਾਂ ਲੱਗਦਾ ਕਿ ਵਾਈਫ ਔਰ ਕਿਡਸ? ਮਤਲਬ ਤੁਹਾਡੇ ਜਿਹੜੇ ਬ੍ਰਦਰ ਇਨ ਲਾਅ ਨੇ ਉਹ UK ਟਰੈਵਲ ਤੇ ਨਹੀਂ ਕੀਤਾ? ਨਹੀਂ, ਨਾ ਮੇਰੀ ਸਿਸਟਰ ਨੇ ਕੀਤਾ ਨਾ ਉਹਨਾਂ ਨੇ ਕੀਤਾ, ਸਿਰਫ ਆਪਣੇ ਕੈਨੇਡਾ ਦੀ ਰਿਫਿਊਜ਼ਲਸ ਨੇ। ਡਸਨਟ ਮੈਟਰ, ਨੋ ਵਰੀਜ਼ ਐਟ ਆਲ। ਮੈਨੂੰ ਕਾਈਂਡਲੀ ਫਾਈਲ ਨੰਬਰ ਦੇ ਬ੍ਰਦਰ। ਇੱਕ ਮਿੰਟ ਸਰ। 3 ਹਾਂਜੀ 32000204। 32000204। ਜੀ ਸਰ, ਭੁਪਿੰਦਰ ਸਿੰਘ। ਠੀਕ ਹੈ ਜੀ, ਮੈਂ ਤੁਹਾਨੂੰ ਹੁਣੇ ਦੱਸਦਾ। ਮਤਲਬ ਕੋਈ ਪ੍ਰੋਬਲਮ ਨਹੀਂ ਆਏਗੀ, ਬਟ ਆਈ ਵਿਲ ਪਰਸਨਲੀ ਲੁੱਕ ਇਨ ਦ ਕੇਸ। ਓਕੇ ਸਰ, ਥੈਂਕ ਯੂ। ਨੈਕਸਟ ਇਜ਼ ਲਵਪ੍ਰੀਤ ਕੌਰ ਜੀ। ਲਵਪ੍ਰੀਤ ਕੌਰ ਜੀ। ਹੈਲੋ। ਹਾਂਜੀ ਹਾਂਜੀ ਲਵਪ੍ਰੀਤ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਐਕਚੁਅਲੀ UK ਦਾ ਸਪਾਊਸ ਕੇਸ ਅਪਲਾਈ ਕੀਤਾ ਹੋਇਆ। ਹਾਂਜੀ। ਮੇਰੀ ਨਾ ਕੈਸ਼ ਲੈਟਰ ਆਈ ਨੂੰ ਪੂਰਾ 1 ਮੰਥ ਹੋ ਗਿਆ, 1 ਡੇ ਉੱਪਰ ਜਾ ਰਿਹਾ ਆ। ਸਰ ਅਜੇ ਤੱਕ ਲਾਂਚਮੈਂਟ ਦਾ ਨਹੀਂ ਕੁਝ ਪਤਾ ਲੱਗ ਰਿਹਾ। ਫਾਈਲ ਨੰਬਰ ਦੱਸੋ ਜੀ, ਉਹਨੇ ਪਤਾ ਕਰਵਾ ਦਿੰਦੇ ਜੀ। 00264 72000264। ਤੇ ਤੁਹਾਡੀ ਇੰਟਰਵਿਊ ਦੀ ਪ੍ਰੈਪਰੇਸ਼ਨ ਹੈ? ਤੁਸੀਂ ਇੰਟਰਵਿਊ ਦੀ ਜਿਹੜੇ ਉਹ ਸੈਸ਼ਨਸ ਹੋ ਰਹੇ ਉਹਦੇ ਵਿੱਚ ਆ ਰਹੇ ਹੋ? ਸਰ ਮੈਂ ਮੈਮ ਨੂੰ ਮੈਂ ਦਿੱਤਾ ਸੀ ਤੇ ਮੈਮ ਕਹਿੰਦੇ ਤੁਸੀਂ ਮਤਲਬ ਘਰੇ ਪ੍ਰੈਕਟਿਸ ਕਰੋ। ਉਹਨਾਂ ਨੇ ਲੈ ਕੇ ਦੇਖਿਆ ਮੇਰਾ ਇੰਟਰਵਿਊ, ਕਹਿੰਦੇ ਠੀਕ ਆ, ਗੁੱਡ ਆ। ਤੇ ਕਹਿੰਦੇ ਸੀ ਘਰੇ ਤੁਸੀਂ ਤਿਆਰੀ ਕਰੋ, ਤੇ ਮੈਂ ਘਰੇ ਵੈਸੇ ਕਰਦੀ ਹਾਂ, ਫੁੱਲ ਪ੍ਰੀਪਰੇਸ਼ਨ ਆ। ਅੱਛਾ ਜੀ। ਤੇ ਸਰ ਇੱਕ ਕੁਐਸਚਨ ਹੋਰ ਆ ਸਰ, ਯੂਨੀਵਰਸਿਟੀ ਮੇਲ ਬਹੁਤ ਭੇਜ ਰਹੀ ਆ ਤੇ ਮੈਮ ਕਹਿੰਦੇ ਆ ਕਿ ਇਨਰੋਲਮੈਂਟ ਕਰਤੀ ਆ। ਮੈਮ ਸਰ ਇਹਦਾ ਕੋਈ ਪ੍ਰੋਬਲਮ ਤਾਂ ਨਹੀਂ ਹੋਊ ਇਨਰੋਲਮੈਂਟ ਦੀ? ਨਹੀਂ, ਫਾਈਲ ਦੇਖੋ ਜੀ, ਬੜੀ ਸਿੰਪਲ ਹੈ ਕਿ ਯੂਨੀਵਰਸਿਟੀ ਮੇਲ ਕਰ ਰਹੀ ਹੈ ਐਂਡ ਤੁਹਾਨੂੰ ਜਿਹੜਾ ਹੈਗਾ ਆਨਲਾਈਨ ਰਜਿਸਟ੍ਰੇਸ਼ਨ ਤੇ ਆਪਣੀ ਕਰਾ ਕੇ ਰੱਖੋ ਜੀ। ਠੀਕ ਹੈ ਸਰ। ਹਾਂ, ਆਨਲਾਈਨ ਰਜਿਸਟ੍ਰੇਸ਼ਨ ਜ਼ਰੂਰ ਆਪਣੀ ਕਰਾਓ, ਓਰੀਐਂਟੇਸ਼ਨ ਬਿਲਕੁਲ ਮਿਸ ਨਾ ਕਰਨਾ। ਠੀਕ ਹੈ ਸਰ। ਓਰੀਐਂਟੇਸ਼ਨ ਦੀ ਵੀ 2 ਮੇਲ ਆ ਚੁੱਕੀਆਂ ਨੇ ਸਰ, ਇਨਰੋਲਮੈਂਟ ਉਸ ਤੋਂ ਬਾਅਦ। ਤੁਹਾਡਾ 72000264? ਹਾਂਜੀ ਸਰ। ਮੈਂ ਹੁਣੇ ਤੁਹਾਨੂੰ ਅਪਡੇਟ ਕਰਦਾ। ਓਕੇ ਸਰ, ਥੈਂਕ ਯੂ। ਸਰ ਇੱਕ ਮਿੰਟ। then ਅੱਗੇ ਹੈ ਜੀ ਹਰਕਵਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਕਵਲ ਜੀ। ਹਾਂਜੀ ਸਰ, ਆਪਣੀ ਨਾ ਫਾਈਲ ਲੱਗੀ ਹੋਈ ਸੀ ਤੁਹਾਡੀ ਅੰਮ੍ਰਿਤਸਰ ਬ੍ਰਾਂਚ ਤੋਂ, ਫਾਈਲ ਨੰਬਰ 62000217 ਜੀ। ਹਾਂਜੀ ਸਰ, ਯੂਨੀਵਰਸਿਟੀ ਵੈਸਟ ਲੰਡਨ ਸੀ ਤੇ ਸਰ ਇਹਨਾਂ ਨੇ ਆਈਲੈਟਸ ਦੀ ਰਿਕੁਆਇਰਮੈਂਟ ਕਰ ਲਈ ਸੀ, ਸਪਾਊਸ ਕੇਸ ਸੀ ਆਪਣਾ। ਅੱਛਾ ਜੀ। ਹਾਂਜੀ, ਤੇ ਸਰ ਹੁਣ ਕੀ ਹੋ ਸਕਦਾ? ਆਈਲੈਟਸ ਤੇ ਸਟੱਡੀ ਛੱਡੇ ਨੂੰ ਕਾਫੀ ਟਾਈਮ ਹੋ ਤੇ ਪ੍ਰੋਬਲਮ ਜੀ 5.5 ਵੈਸੇ ਹੈ ਨੇ,
ਤੇ ਹੁਣ ਸੈਂਟਰ ਵਗੈਰਾ ਵੀ ਖੁੱਲ ਨਹੀਂ ਰਹੇ ਤੇ ਕੋਰਸ ਜਿਹੜਾ ਸਟਾਰਟ ਹੋਇਆ 26 ਅਕਤੂਬਰ ਨੂੰ ਆ। 26 ਅਕਤੂਬਰ ਨੂੰ ਤੁਹਾਡਾ ਕੈਸ ਆ ਗਿਆ ਹੈ? ਨਹੀਂ ਸਰ, ਕੈਸ਼ ਨਹੀਂ, ਪਹਿਲਾਂ ਹੀ ਉਹਨਾਂ ਨੇ ਆਇਲਸ ਦੀ ਰਿਕੁਆਇਰਮੈਂਟ ਕਰ ਲਈ ਸੀ। ਤੇ ਕੋਈ ਗੱਲ ਨਹੀਂ ਭਾਜੀ, ਜਿਹੜਾ 26 ਅਕਤੂਬਰ ਨੂੰ ਜਨਵਰੀ 'ਚ ਵੀ ਚੱਲ ਜਾਏਗਾ। ਦੇਖੋ ਬੜੀ ਸਿੰਪਲ ਜੀ ਚੀਜ਼ ਹੈ। ਆਇਲਸ ਦਾ ਜਿਹੜਾ ਮੇਨ ਹੈਗਾ ਵਾ, ਆਇਲਸ ਜੇਕਰ ਤੁਸੀਂ ਨਹੀਂ ਕਰ ਪਾਉਂਦੇ ਹੋ, ਤੁਹਾਡੇ ਬੈਂਡ ਨਹੀਂ ਆ ਪਾਉਂਦੇ ਜਿਹੜੇ ਐਪਰੋਪਰੀਏਟ ਹੈ, ਦੈਟ ਮੀਨਸ ਵੀਜ਼ਾ ਅਫਸਰ ਇੰਟਰਵਿਊ ਦੇ ਉੱਤੇ ਵੀ ਉਡਾ ਦੇਗਾ। ਇਹ ਤੇ ਬੈਟਰ ਹੈ ਪ੍ਰੋਸੈਸ ਹੀ ਨਾ ਕਰੋ। ਅੱਛਾ ਜੀ। ਹਾਂ, ਔਰ ਰਹੀ ਗੱਲ ਸੈਂਟਰ ਸੀ 15 ਤੋਂ ਤੇ ਮੇਰਾ ਖਿਆਲ ਸੈਂਟਰ ਖੁੱਲ ਰਿਹਾ, ਔਰ ਆਨਲਾਈਨ ਤੇ ਸ਼ੁਰੂ ਹੋਇਆ ਹੀ ਹੋਇਆ ਹੈ। ਤੁਸੀਂ ਇੱਕ ਵਾਰੀ ਅੰਮ੍ਰਿਤਸਰ ਬ੍ਰਾਂਚ ਜ਼ਰੂਰ ਕੰਟੈਕਟ ਕਰੋ। ਹਾਂਜੀ ਸਰ, ਵੈਸੇ ਉਹ ਡੁਲਿੰਗੋ ਦਾ ਕੀਤਾ ਸੀ, ਉਹ ਸਕੋਰ ਆਏ ਨਹੀਂ ਸੀ ਤੇ ਤਾਂ ਹੀ ਫਿਰ ਮੈਂ ਨਹੀਂ ਭਾਜੀ, ਜੇ ਡੁਲਿੰਗੋ ਦਾ ਸਕੋਰ ਨਹੀਂ ਆ ਰਿਹਾ ਤੇ ਫਿਰ ਆਇਲਸ ਦਾ ਕਿੱਥੋਂ ਆਏ ਨਾ। ਡੁਲਿੰਗੋ ਹੀ ਦੁਬਾਰਾ ਕਰੋ। ਡੁਲਿੰਗੋ ਤਾਂ ਸਗੋਂ ਸੌਖਾ ਹੈ ਆਇਲਸ ਨਾਲੋਂ। ਠੀਕ ਹੈ ਸਰ। ਮੈਂ ਫਿਰ ਵੀ ਤੁਸੀਂ ਫਾਈਲ ਨੰਬਰ ਦਿੱਤਾ, ਮੈਂ ਜਿਹੜਾ ਵਾ ਇੰਗਲਿਸ਼ ਰਿਕੁਆਇਰਮੈਂਟ ਦੇ ਉੱਤੇ ਨਾ 217 ਮੈਂ ਇੱਕ ਵਾਰੀ ਆਪ ਚੈੱਕ ਕਰਾਂਗਾ ਤੇ ਮੈਂ ਤੁਹਾਨੂੰ ਹੁਣੇ ਵੀ ਦੱਸ ਦਿੰਦਾ ਕਿ ਮੈਂ ਹੁਣੇ ਸ਼ਾਇਦ ਨਾ ਦੱਸ ਪਾਵਾਂ ਕਿਉਂਕਿ ਤੁਹਾਡੀ ਕੁਐਰੀ ਕੁਝ ਹੋ ਰਹੀ ਹੈ। ਐਂਡ ਜਿਹੜਾ ਹੈਗਾ ਵਾ ਕਿ ਵੀ ਤੁਹਾਨੂੰ ਮੈਂ ਆਪ ਪਰਸਨਲੀ ਕਾਲ ਕਰਵਾ ਦਿੰਦਾ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਸਰ। ਥੈਂਕ ਯੂ ਸਰ। Okay ji, the next is Jatinder. जी जतिंदर जी। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਰ ਐਕਚੁਅਲੀ ਨਾ ਅਸੀਂ ਯੂਕੇ ਦਾ ਸਪਾਊਸ ਵੀਜ਼ਾ ਅਪਲਾਈ ਕੀਤਾ ਸੀ ਜੀ ਤੇ ਸਰ ਉਹ ਮੇਰੀ ਨਾ ਰਿਫਿਊਜ਼ਲ ਆਈ ਆ ਇੰਟਰਵਿਊ ਦੇ ਬਿਹਾਫ ਤੇ। ਅੱਛਾ ਜੀ। ਹਾਂਜੀ ਸਰ, ਕਹਿ ਰਹੇ ਸੀ ਅਸੀਂ ਕਿ ਰੀਅਪਲਾਈ ਕਰ ਸਕਦੇ ਹਾਂ ਤਾਂ ਸਰ ਸਿਮਲ ਸਰ ਨੇ ਬੋਲਿਆ ਸੀ ਕਿ ਆਫਟਰ 6 months ਕਿ ਜੇ ਤੁਸੀਂ ਸਰਕਮਸਟੈਂਸਸ ਚੇਂਜ ਕਰ ਦਿਓ ਤਾਂ। ਹਾਂਜੀ। ਤੇ ਸਰ ਅਸੀਂ ਇਨਫੋਰਮੇਸ਼ਨ ਲੈਣੀ ਸੀ ਕਿ ਅਗਰ ਅਸੀਂ ਰੀਅਪਲਾਈ ਕਰੀਏ ਤਾਂ ਹੋ ਸਕਦਾ ਹੈ? ਕੀ ਕਰੀਏ? ਅਸੀਂ ਦੁਬਾਰਾ ਤੋਂ ਅਗਰ ਅਪਲਾਈ ਕਰੀਏ ਤਾਂ ਹੋ ਸਕਦਾ ਯੂਕੇ ਵਾਸਤੇ? ਫਾਈਲ ਨੰਬਰ ਦੱਸੋ ਭੈਣ ਜੀ। 20021111 ਜਤਿੰਦਰ ਕੌਰ, ਰਾਈਟ? ਹਾਂਜੀ ਸਰ। ਮੈਂ ਆਪ ਪਰਸਨਲੀ ਦੇਖ ਲੈਂਦਾ ਕਿ ਆਲਰੇਡੀ ਰਿਫਿਊਜ਼ਡ ਹੈ ਕਿ ਵੀ ਸਿਮਰ ਸਰ ਨੇ ਕਿਹਾ ਜੇ ਹਾਲਾਤ ਚੇਂਜ ਕਰ ਲਓ। ਹਾਲਾਤ ਤੁਸੀਂ ਆਪ ਨਹੀਂ ਚੇਂਜ ਕਰ ਸਕਦੇ ਨਾ। ਉਹ ਉੱਥੇ ਕੰਡੀਸ਼ਨ ਇਹ ਕਹਿੰਦੀ ਹੈ ਕਿ ਇਫ देयर इज अ ਚੇਂਜ ਇਨ ਸਰਕਮਸਟੈਂਸਸ, ਮਤਲਬ ਤੁਸੀਂ ਅੱਜ 12ਵੀਂ ਕੀਤੀ ਹੈ ਤੇ ਤੁਸੀਂ ਦੁਬਾਰਾ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰ ਰਹੇ ਹੋ, ਜਾਂ ਗ੍ਰੈਜੂਏਸ਼ਨ ਕੀਤੀ ਹੈ ਮਾਸਟਰ ਤੋਂ ਬਾਅਦ ਅਪਲਾਈ ਕਰ ਰਹੇ ਹੋ, ਪਹਿਲੇ ਕੁਆਰੇ ਸੀ ਹੁਣ ਮੈਰਿਡ ਹੋ ਕੇ ਕਰ ਰਹੇ ਹੋ, ਪਹਿਲੇ ਜੀ ਆਪਣਾ ਜਿਹੜਾ ਵਾ ਮੈਰਿਡ ਸੀਗੇ ਹੁਣ ਜੀ ਬੱਚੇ ਦੇ ਨਾਲ ਕਰ ਰਹੇ ਹੋ, ਜਾਂ ਜੀ ਪਹਿਲੇ ਆਇਲਸ ਦੇ ਵਿੱਚ 6 ਬੈਂਡ ਸੀ ਜੀ ਹੁਣ 7 ਬੈਂਡ ਦੇ ਕਰ ਰਹੇ ਹੋ। ਸੋ दैट इज चेंज ऑफ circumstances. But before I comment on anything, let me have a look in your profile and फिर मैं ਤੁਹਾਨੂੰ ਅਪਡੇਟ ਕਰਾਂਗਾ। ਮੈਂ ਸ਼ਾਇਦ ਤੁਹਾਨੂੰ ਪਰਸਨਲੀ ਕਾਲ ਵੀ ਕਰਾਂਗਾ। ਠੀਕ ਹੈ ਸਰ। ਸਰ ਇਸ ਤੋਂ ਹੋਰ ਇਨਫੋਰਮੇਸ਼ਨ ਲੈਣੀ ਸੀ ਜੀ। ਹਾਂਜੀ ਸਰ, ਅਸੀਂ ਅਗਰ ਕੈਨੇਡਾ ਦਾ ਕਰੀਏ ਤਾਂ ਹੋ ਸਕਦਾ ਸਾਡਾ? ਮੈਨੂੰ ਇੱਕ ਵਾਰੀ ਪ੍ਰੋਫਾਈਲ ਦੇਖ ਲੈਂਦਾ ਨਾ ਭੈਣ ਜੀ, ਮੈਂ ਤੁਹਾਨੂੰ ਇਸੇ ਕਰਕੇ ਕਿਹਾ ਕਿ ਮੈਂ ਪਰਸਨਲੀ ਤੁਹਾਨੂੰ ਕਾਲ ਕਰਦਾ ਵਾਂ ਟੂ ਸੀ ਇਨਟੂ ਇਟ ਕਿ ਵੀ what can be done, what best can be done. Okay sir, okay sir, thank you very much. जी तजिंदर सिंह जी। जी तजिंदर जी। ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ 2014 ਚ ਪਾਸ 65% ਆ ਸਰ, ਇੰਗਲਿਸ਼ ਵੀ ਤੇ ਓਵਰਆਲ ਵੀ। ਫਿਰ ਸਰ ਮੈਂ ਗ੍ਰੈਜੂਏਸ਼ਨ ਚ ਮੇਰੇ ਨੰਬਰ 45% ਬਣਦੇ ਆ 2018 ਚ 19 ਚ ਕੰਪਲੀਟ ਆ ਸਰ। ਅੱਛਾ ਜੀ। ਤੇ ਸਰ ਮੈਂ ਅਪਲਾਈ ਕਰਨਾ ਚਾਹੁੰਦਾ ਸੀਗਾ ਇਹ। ਅੱਛਾ ਜੀ। ਹਾਂਜੀ। ਇੰਗਲਿਸ਼ ਚ ਬਾਜੀ 65% ਨੰਬਰ ਹੈ, ਆਇਲਸ ਕਰ ਦਿਓ ਜੀ ਕਿਉਂਕਿ ਗ੍ਰੈਜੂਏਸ਼ਨ ਚ ਵੀ ਬਿਲਕੁਲ ਬਾਰਡਰ ਲਾਈਨ ਦੇ ਉੱਤੇ। ਹਾਂਜੀ। ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਨਹੀਂ ਹੋਣਗੀਆਂ, ਸੋ ਮੇਰੀ ਪਰਸਨਲ ਰਿਕਮੈਂਡੇਸ਼ਨ ਹੈ ਕਿ ਵੀ ਆਇਲਸ ਜ਼ਰੂਰ ਕਰੋ। ਸਰ ਜਦੋਂ ਆਇਲਸ ਨੂੰ ਫਿਰ ਟਾਈਮ ਲੱਗ ਜਾਣਾ ਹਜੇ ਕਾਫੀ। ਹਾਂਜੀ ਸਰ ਆਇਲਸ ਨੂੰ ਹਜੇ ਟਾਈਮ ਲੱਗੂਗਾ ਨਾ ਕਾਫੀ, ਜਿੱਦਾਂ ਮੈਂ ਹੁਣ ਕਰਦਾ ਫਿਰ 2021 ਚ ਕਹਿੰਦੇ ਕਿ ਰੂਲ ਚੇਂਜ ਹੋਣਗੇ। ਕਿਹੜੇ ਆਇਲਸ ਦੇ? ਨਹੀਂ ਸਰ, ਇੰਗਲੈਂਡ ਵਾਸਤੇ। ਇੰਗਲੈਂਡ ਦੇ ਹੋ ਗਏ ਰੂਲ ਚੇਂਜ 5 ਅਕਤੂਬਰ ਦੇ। ਅੱਛਾ ਜੀ। ਸਰ ਜਿੱਦਾਂ ਕਿ ਇੰਟਰਵਿਊ ਤੋਂ ਆਪਾਂ ਨੂੰ ਕੋਈ ਪ੍ਰੋਬਲਮ ਹੋਣਗੀ, ਮੈਂ ਕਲੀਅਰ ਕਰ ਲੂੰਗਾ, ਐਸੀ ਨਹੀਂ ਗੱਲ। ਤੇ ਜੇ ਆਪਾਂ ਹੁਣ ਕਰ ਸਕੀਏ। ਠੀਕ ਹੈ। ਮੈਂ ਜਿਹੜਾ ਵਾ ਤੁਹਾਡੇ ਕੋਲ, ਤੁਸੀਂ ਕਿੱਥੋਂ ਬਿਲੋਂਗ ਕਰਦੇ?
ਸਰ ਡਿਸਟ੍ਰਿਕਟ ਜਲੰਧਰ ਆ, ਬਟ ਥੋੜਾ ਦੂਰ ਆ ਸ਼ਹਿਰ ਤੋਂ, ਮੇਨ ਤੋਂ। ਅੱਛਾ ਜੀ, ਫਿਰ ਤੁਸੀਂ ਉੱਥੇ ਜਲੰਧਰ ਆਫਿਸ ਜਾ ਕਰਕੇ ਆਪਣੀ ਪ੍ਰੋਫਾਈਲ ਸ਼ੁਰੂ ਕਰਾ ਲਓ, ਤੁਹਾਡੀ ਪਰਸਨਲੀ ਇੰਟਰਵਿਊ ਲੈ ਲੈਣਗੇ। ਐਂਡ ਇਫ ਦੇ ਫੀਲ ਕਮਿਊਨੀਕੇਸ਼ਨ ਸਕਿੱਲਸ ਆਰ ਓਕੇ ਐਂਡ ਫਾਈਟੇਬਲ ਗਰਾਊਂਡਸ ਹੈਗੀਆਂ, ਮੈਂ ਕਿ ਵੀ ਸਾਨੂੰ ਇੱਕੋ ਚੀਜ਼ ਦੇਖਣੀ ਹੈ ਤੇਜਿੰਦਰ, ਕਿ ਵੀ ਅਸੀਂ ਜਿਹੜੀ ਮਿਹਨਤ ਕਰੀਏ ਕੱਲ ਨੂੰ ਇੰਟਰਵਿਊ ਤੇ ਨਾ ਬੰਦਾ ਰਹਿ ਜੇ ਬਸ। ਹਾਂਜੀ ਸਰ, ਹਾਂਜੀ ਸਰ। ਕਿਉਂਕਿ ਅਸੀਂ ਪਹਿਲੇ ਕੋਈ ਪੈਸੇ ਲੈਣੇ ਨਹੀਂ, ਐਮਬੈਸੀ ਫੀਸ ਵੀ ਪੱਲੇ ਲਾਉਣੀ, ਉਹ ਮਤਲਬ ਜੇ ਦਿਸਦਾ ਹੀ ਪਿਆ ਵਾ ਕਿ ਵੀ ਯਾਰ ਬੰਦੇ ਦੀ ਕਲੀਅਰੈਂਸ ਨਹੀਂ ਹੋਣੀ ਤੇ ਫਿਰ ਕਿਉਂ ਰਿਸਕ ਲੈਣਾ। ਹਾਂਜੀ ਸਰ, ਨਹੀਂ ਸਰ ਇੰਟਰਵਿਊ ਦੀ ਕੋਈ ਪ੍ਰੋਬਲਮ ਨਹੀਂ ਗੀ। ਠੀਕ ਹੈ ਸਰ ਮੈਂ ਗ੍ਰੈਜੂਏਸ਼ਨ ਨੂੰ ਸੀਰੀਅਸ ਨਹੀਂ ਲਿਆ ਥੋੜਾ, ਇਸ ਅੱਛਾ ਕਰਕੇ ਰਹਿ ਰੂ ਗਿਆ। ਚਲੋ ਠੀਕ ਹੈ। ਹਾਂਜੀ ਚਲੋ ਥੈਂਕ ਯੂ ਸਰ, ਮੈਂ ਕਰਦਾ ਵਿਜ਼ਿਟ। ਅਮਰਜੀਤ ਗਿੱਲ ਜੀ। ਹੈਲੋ ਹਾਂਜੀ ਅਮਰਜੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਉਹਦਾ ਸਾਡੀ ਅੱਗੇ ਗੱਲ ਹੋ ਚੁੱਕੀ ਮੇਰੀ ਵਾਈਫ ਦੇ ਨਾਲ ਥੋੜੀ, ਬਸ ਉਹ ਹੀ ਆ ਵੀ ਮਾੜਾ ਯਾਰ ਜੇ ਹੋ ਸਕਦਾ ਤੇ ਸਾਡਾ ਫਾਈਲ ਤੁਸੀਂ ਵੇਖ ਕੇ ਦੱਸਿਓ ਵੀ ਅਸੀਂ ਜਸਿੰਦਰ ਅਪਲਾਈ ਕੌਰ ਕਰ ਜੀ ਸਕਦੇ। ਦਾ ਜੀ 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 ਠੀਕ ਹੈ ਬ੍ਰਦਰ, ਮੈਂ ਦੇਖ ਕੇ ਮੈਂ ਲਿਖ ਲਿਆ ਕਿ ਪਰਸਨਲੀ ਮੈਂ ਆਪ ਕਾਲ ਕਰਾਂਗਾ। ਕਿਉਂਕਿ ਸਰ ਸਾਨੂੰ ਅਸੀਂ ਉਦੋਂ ਬੜਾ ਫਿਰ ਤੁਰ ਗਏ, ਫਿਰ ਹੀ ਤੁਹਾਡੇ ਕੋਲੇ ਆਏ ਸੀ। ਸਾਡੇ ਜਿੰਨੇ ਵੀ ਮਤਲਬ ਰਿਸ਼ਤੇਦਾਰ ਸੀ ਤੁਹਾਡੇ ਰਾਹੀਂ ਗਏ ਸੀ। ਥੈਂਕ ਯੂ ਵੈਰੀ ਮਚ ਐਂਡ ਆਈ ਅੰਡਰਸਟੈਂਡ ਯੋਰ ਕਮਿਟਮੈਂਟ। ਐਂਡ ਉਹ ਕਹਿ ਲਓ ਨਾ ਕਿ ਵੀ ਮੇਰੇ ਉੱਤੇ ਟਰਸਟ ਮੈਨੂੰ ਅੱਜ ਵੀ ਦਿਖਦਾ। ਨਾਰਮਲੀ ਰਿਫਿਊਜ਼ ਹੋਣ ਤੋਂ ਬਾਅਦ ਤੇ ਬੰਦਾ ਦੇਖਦਾ ਵੀ ਨਹੀਂ, ਬਟ ਜਦੋਂ ਰਿਫਿਊਜ਼ ਹੋਣ ਤੋਂ ਬਾਅਦ ਵੀ ਸਟੂਡੈਂਟ ਨਾਲ ਗੱਲ ਕਰ ਰਿਹਾ ਤਾਂ ਦੈਟ ਮੀਨਸ ਉਹ ਕਮਿਟਮੈਂਟ ਲੈਵਲ ਹੈ। ਸੋ ਜਿਸ ਕਰਕੇ ਮੈਂ ਕਿਹਾ ਕਿ ਨਹੀਂ, ਕੱਲ ਸਰ ਤੋਂ ਗਏ ਪਰਸਨਲੀ ਅਸੀਂ ਆਖਿਆ ਵੀ ਤੁਸੀਂ ਨਾ ਹੀ ਸਾਡੇ ਰੀਫੰਡ ਕਰਾਓ ਜੇ ਹੋ ਸਕਦਾ ਤੇ ਵੇਖ ਲਓ ਜੇ ਕਿਤੋਂ ਦਾ ਵੀ, ਕਿਉਂਕਿ ਸਾਨੂੰ ਥੈਂਕ ਯੂ ਮਤਲਬ ਆਸ ਸੋ ਬੜੀ ਵੈਰੀ ਸੀ। ਮਚ, ਥੈਂਕ ਯੂ ਸੋ ਵੈਰੀ ਮਚ। ਮੈਂ ਮਿਹਰਬਾਨੀ ਜਿਹੜਾ ਸਰ, ਵਾ ਆਪ ਤੁਹਾਨੂੰ ਕਾਲ ਕਰਦਾ ਹੁਣੇ। ਦਿਓ ਥੈਂਕ ਯੂ। ਮੈਨੂੰ 1 ਘੰਟਾ ਦਿਓ ਬਸ। ਠੀਕ ਠੀਕ। ਇੰਦਰ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਯੂਕੇ ਰਿਗਾਰਡਿੰਗ ਪੁੱਛਣਾ ਜੀ ਸਰ। ਜੀ ਪੁੱਛੋ ਜੀ। ਸਰ ਮੈਂ 2014 ਚ ਗ੍ਰੈਜੂਏਸ਼ਨ ਕੀਤੀ, 71% ਮਾਰਕਸ, ਤੇ ਆਫਟਰ ਦੈਟ ਸਰ ਮੈਂ ਨਿਊਜ਼ੀਲੈਂਡ ਚਲ ਗਿਆ ਸੀ ਸਟੱਡੀ ਵੀਜ਼ਾ ਤੇ। 1 ਸਾਲ ਦੀ ਸਟੱਡੀ ਸੀਗੀ ਉੱਥੇ, ਤੇ ਸਰ ਫਿਰ 3 ਸਾਲ ਦਾ ਵਰਕ ਪਰਮਿਟ ਸੀਗਾ। ਤੇ ਸਰ ਮੈਂ 2019 ਚ ਵਾਪਿਸ ਆਇਆ ਸੀ ਲਾਸਟ ਈਅਰ, ਤੇ ਸਰ ਆਇਲਸ ਕੀਤੀ ਹੋਈ ਆ 6 ਬੈਂਡ ਆ, ਨੋਟ ਲੈਸ ਦੈਨ 5.5। ਸਰ ਹੋ ਜਾਊਗਾ ਯੂਕੇ ਦਾ? ਬਿਲਕੁਲ ਹੋ ਜਾਏਗਾ। ਠੀਕ ਹੈ ਸਰ, ਥੈਂਕ ਯੂ ਸਰ। ਪਵਨਵੀਰ ਕੌਰ ਜੀ। ਜੀ ਪਵਨਵੀਰ ਜੀ। ਹਰਪ੍ਰੀਤ ਸਿੰਘ ਜੀ। ਹਾਂਜੀ ਸਰ ਮੈਂ ਨਾ ਤੁਹਾਡੇ ਕੋਲ ਫਾਈਲ ਕੈਨੇਡਾ ਦੇ ਲਈ। ਅੱਛਾ ਜੀ। ਤੇ ਸਰ 29 ਸਤੰਬਰ ਨੂੰ ਮੇਰੀ ਰਿਜੈਕਸ਼ਨ ਆ ਗਈ। ਅੱਛਾ ਜੀ। ਤੇ ਸਰ ਹੁਣ ਪੁੱਛਣਾ ਸੀਗਾ ਤੁਹਾਨੂੰ ਵੀ ਦੁਬਾਰੇ ਕਿਵੇਂ ਕੈਨੇਡਾ ਦੇ ਲਈ ਜਾਈਏ ਜਾਂ ਨਾ? ਦੁਬਾਰਾ ਬਿਲਕੁਲ ਲਗਾਓ ਜੀ ਫਾਈਲ, ਆਪਣੀ ਪ੍ਰੋਫਾਈਲ ਦੱਸਿਓ ਕੀ ਹੈ। ਸਰ ਮੇਰੇ ਆਈ ਨੇ 3 ਮੋਡਿਊਲ ਚੋਂ 6 ਨੇ, ਇੱਕ ਚੋਂ 5.5 ਨੇ। ਕੋਈ ਇਸ਼ੂ ਨਹੀਂ ਹੈ, ਦੁਬਾਰਾ ਫਿਰ ਫਾਈਲ ਲਾਂਚ ਕਰੋ। ਜੇ ਦੁਬਾਰਾ ਰਿਜੈਕਸ਼ਨ ਵੀ ਆ ਗਈ ਹੈ ਡਸ ਨਾਟ ਮੈਟਰ। ਅਜੇ ਜਿਹੜਾ ਵਾ ਉਹ ਸਾਰੀ ਕਹਿ ਲਓ ਕਿ ਵੀ ਕੈਨੇਡਾ ਕੰਮ ਕਰਨ ਵਾਲੇ, ਕੰਮ ਕਰਾਉਣ ਵਾਲੇ, ਪੜ੍ਹਾਉਣ ਵਾਲੇ, ਪੜ੍ਹਨ ਵਾਲੇ ਹਰ ਬੰਨੇ ਕਨਫਿਊਜ਼ਨ ਹੀ ਹੈ। ਸੋ ਦੁਬਾਰਾ ਕਿਊ ਦੇ ਵਿੱਚ ਹੋ ਜਾਓ ਐਂਡ ਦੁਬਾਰਾ ਰੀਲੌਜ ਐਪਲੀਕੇਸ਼ਨ ਜ਼ਰੂਰ ਕਰ। ਸਰ ਮੈਨੂੰ ਰੁਕਣਾ ਚਾਹੀਦਾ ਜਾਂ ਫਿਰ ਨਾਲ ਦੀ ਨਾਲ ਰੀਅਪਲਾਈ ਕਰ ਕਿਊ ਦਾਂ? ਚ ਹੋ ਜਾਓ, ਐਪਲੀਕੇਸ਼ਨ ਰੀਲੌਜ ਕਰਕੇ ਪੈ ਜਾਓ। ਠੀਕ ਹੈ ਸਰ, ਮਤਲਬ ਹੁਣ ਕੈਨੇਡਾ ਲਈ ਕਰਾਂ ਜਾਂ ਫਿਰ ਹੋਰ? ਮੈਂ ਸੋਚ ਰਿਹਾ ਸੀ ਵੀ ਕੰਟਰੀ ਚੇਂਜ ਕਰ ਲੈਂਦੇ ਆ, ਨਹੀਂ ਤਾਂ ਕੈਨੇਡਾ ਰੁਕ ਜਾ, ਜਦੋਂ ਬਿਲਕੁਲ ਹੱਥ ਖੜੇ ਹੋ ਜਾਣਗੇ ਕਿ ਜੀ ਹੁਣ ਕੈਨੇਡਾ ਦਿਸਦਾ ਹੀ ਨਹੀਂਗਾ, ਫਿਰ ਆਪਾਂ ਯੂਕੇ ਵਾਲੇ ਬੰਨੇ ਹੋ ਜਾਾਂਗੇ। ਠੀਕ ਹੈ ਸਰ। ਇੱਕ ਤੁਸੀਂ ਮੋਗੇ ਕਦੋਂ ਮਤਲਬ ਕੋਈ ਸ਼ਡਿਊਲ ਹੈਗਾ ਸਰ ਮੋਗੇ? ਮੇਰਾ ਅਜੇ ਬ੍ਰਦਰ ਕੋਈ ਨਹੀਂ ਗਾ, ਬਟ ਰੋਹਿਤ ਦਾ ਸ਼ਾਇਦ ਅਗਲਾ ਹਫਤਾ ਨਹੀਂ, ਉਹ ਤੋਂ ਅਗਲੇ ਹਫਤੇ ਰੋਹਿਤ ਦਾ ਹੋਏਗਾ, ਮੇਰਾ ਨਹੀਂ ਗਾ ਹਜੇ ਟਰੈਵਲ ਦਾ। ਠੀਕ ਹੈ ਸਰ। ਇੱਕ ਫੁੱਲ ਫਾਈਲ ਅਪਲਾਈ ਕੀਤੀ ਸੀਗੀ ਤੁਸੀਂ ਵੀ ਪਹਿਲਾਂ, ਮਤਲਬ ਮੇਰੀ ਰਿਜੈਕਸ਼ਨ ਆਈ ਵੀ ਸੀਗੀ ਕਿਪਸ ਜਦੋਂ। ਨੋਟ ਅਪਲਾਈ ਕੀਤੇ ਹੋਣੇ। ਮੇਰਾ ਆਪਣਾ ਫਾਈਲ ਨੰਬਰ ਦੱਸੀ ਸਰ 3200 310। ਮੈਂ ਇੱਕ ਵਾਰੀ ਆਪ ਇਹਦੇ ਵਿੱਚ ਦੇਖ ਲਾਂਗਾ ਕਿ ਵੀ ਰਿਫਿਊਜ਼ਲ ਫਰੋਮ ਕੈਨੇਡਾ what need to be done next। ਤੇ ਸਰ ਤੁਸੀਂ ਕਿਹਾ ਕਿ ਇੱਕ ਫੁੱਲ ਫਾਈਲ ਅਪਲਾਈ ਕਰਾਂਗੇ ਅਸੀਂ, ਉਹਦੇ 'ਚ ਸਾਨੂੰ ਰੀਜ਼ਨ ਪਤਾ ਲੱਗ ਜਾਏਗਾ। ਤੇ ਸਰ ਉਹ ਫੁੱਲ ਫਾਈਲ ਨਾ ਆਈ ਨਹੀਂ ਸੀਗੀ, ਉਹਦੇ ਤੋਂ ਬਿਨਾਂ ਹੀ ਆਪਾਂ ਫਾਈਲ ਲਾਂਚ ਕਰਤੀ ਸੀ। ਓਕੇ ਅੱਛਾ, ਤੇਰਾ ਪਹਿਲੇ ਵੀ ਰਿਜੈਕਟ ਸੀਗਾ? ਹਾਂਜੀ ਸਰ, ਰਿਜੈਕਸ਼ਨ ਸੀਗੀ। ਪਹਿਲੇ ਕਿੰਨੀ ਵਾਰੀ ਰਿਜੈਕਟਡ ਸੀਗਾ?
ਸਰ ਪਹਿਲਾਂ ਇੱਕ ਟੂਰਿਸਟ ਵੀਜ਼ੇ ਦੀ ਰਿਜੈਕਸ਼ਨ ਸੀ, ਉਦੋਂ ਬਾਅਦ 'ਚ ਇੱਕ ਸਟੱਡੀ ਵੀਜ਼ੇ ਦੀ ਰਿਜੈਕਸ਼ਨ ਸੀ, ਤੇ ਥਰਡ ਟਾਈਮ ਸਰ ਮਤਲਬ ਹੋਣਾ ਹੀ ਸੀ। ਓਕੇ 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 ਠੀਕ ਹੈ, ਮੈਨੂੰ ਟਾਈਮ ਦੇ, ਲੈਟ ਮੀ ਹੈਵ ਅ ਲੁੱਕ, ਮੈਂ ਤੈਨੂੰ ਪਰਸਨਲੀ ਦੁਬਾਰਾ ਕਾਲ ਕਰਾਂਗਾ ਕੱਲ। ਓਕੇ ਸਰ। ਦੈਨ ਜੀ Oppo ਜੀ, Oppo A52। ਓਕੇ ਜੀ, ਗੈਲੈਕਸੀ J7 ਪ੍ਰਾਈਮ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੀ ਕੈਨੇਡਾ ਦੀ ਫਾਈਲ ਲੱਗੀ ਤੁਹਾਡੇ ਕੋਲ 5 ਅਗਸਤ ਦੀ, ਉਹਦਾ ਰਿਜ਼ਲਟ ਪੁੱਛਣਾ ਵੀ ਆਇਆ ਹੋਊਗਾ? ਭਾਜੀ ਜੇ ਆਇਆ ਹੈਗਾ ਤਾਂ ਤੁਹਾਨੂੰ ਦੱਸਿਆ ਹੈਗਾ, ਬਟ ਫਿਰ ਵੀ ਫਾਈਲ ਨੰਬਰ ਦੇ ਦਿਓ, ਮੈਂ ਚੈੱਕ ਕਰ ਲੈਂਦਾ। ਦੱਸਿਆ ਨਹੀਂ ਕਿਸੇ ਨੇ। 6200 ਹਾਂਜੀ 237। ਕੋਈ ਗੱਲ ਨਹੀਂ ਭਾਜੀ, ਜੇ ਨਹੀਂ ਕਿਸੇ ਨੇ ਦੱਸਿਆ ਤਾਂ ਫਾਈਲ ਹੈ ਜੇ ਐਮਬੈਸੀ ਚ ਹੈ। ਠੀਕ ਠੀਕ ਹੈ ਭਾਈ। ਐਮਬੈਸੀ ਜੀ ਹੈ ਜੀ, ਉਹ ਮੇਰੇ ਨਾਲ ਚੈੱਕ ਕਰ ਲਿਆ, ਫਾਈਲ ਐਮਬੈਸੀ ਚ ਹੈ। ਨੋ ਨਿਊਜ਼ ਇਜ਼ ਆਲਸੋ ਗੁੱਡ ਨਿਊਜ਼ ਬ੍ਰਦਰ। ਠੀਕ ਠੀਕ ਹੈ ਸਰ, ਥੈਂਕ ਯੂ। ਜਸਵੰਤ ਸਿੰਘ ਜੀ। Now next is Galaxy J7 Prime G। ਹਰਮਨ ਗਿੱਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਫਾਈਲ ਨੰਬਰ ਹੈਗਾ 92002105। 92002105। ਓਕੇ ਸਰ ਮੈਂ ਨਾ ਮਤਲਬ ਕਿ ਯੂਕੇ ਲਈ ਕੀਤਾ ਅਪਲਾਈ ਇੱਥੋਂ ਅੰਮ੍ਰਿਤਸਰ ਬ੍ਰਾਂਚ ਤੋਂ। ਸਪਾਊਸ ਕੇਸ ਹੈ ਸਰ, ਤੇ 2017 ਚ ਮੇਰੀ ਰਿਫਿਊਜ਼ ਆ ਯੂਕੇ ਦਾ। ਅੱਛਾ ਜੀ। ਟੂਰਿਸਟ ਵੀਜ਼ੇ ਤੇ। ਅੱਛਾ ਜੀ। ਗ੍ਰੈਜੂਏਸ਼ਨ ਸਰ ਹੈਗੇ ਬੀਟੈਕ ਚ ਹੈਗੇ ਆ 81%। ਅੱਛਾ ਜੀ। ਡਿਪਲੋਮੇ ਚ ਹੈਗੇ 76। ਓਕੇ ਜੀ। ਪਲੱਸ 2 ਕੀਤੀ ਨਹੀਂ, ਤੇ ਡਿਲਿੰਗੋ ਦਾ ਟੈਸਟ ਦਿੱਤਾ ਸਰ, ਉਹਦੇ ਚ ਹੈਗੇ 105 ਸਕੋਰ। ਓਕੇ ਜੀ। ਸਰ ਇਹਦੇ ਚ ਮਤਲਬ ਕਿੱਦਾਂ ਅਸੀਂ ਅਪਲਾਈ ਕਰ ਸਕਦੇ ਨਵੇਂ ਰੂਲਾਂ ਤਹਿਤ? ਬਿਲਕੁਲ ਕਰ ਸਕਦੇ ਜੀ। ਪ੍ਰੀਵੀਅਸ ਇਮੀਗ੍ਰੇਸ਼ਨ ਹਿਸਟਰੀ ਇਜ਼ ਅ ਕੰਸਰਨ ਕਿ ਵੀ ਯੂਕੇ ਰਹਿ ਕੇ ਆਏ ਹੋ, ਯੂਕੇ ਡਿਪੋਰਟ ਹੋ ਕੇ ਆਏ ਹੋ, ਜਾਂ ਨਵੀਂ ਮੈਰਿਜ ਹੈ, ਮੈਰਿਜ ਰਿਲੇਸ਼ਨਸ਼ਿਪ ਦੇ ਉੱਤੇ ਚੰਗੇ ਪ੍ਰੂਫ ਨਹੀਂ ਗਏ ਜੀ, ਸਿਰਫ ਮੈਰਿਜ ਸਰਟੀਫਿਕੇਟ ਆ, ਕੋਈ ਫੋਟੋ ਨਹੀਂ ਹੈ, ਤੇ ਇਹ ਪ੍ਰੋਬਲਮ ਹੈ। ਜੇਕਰ ਸਾਰੀਆਂ ਚੀਜ਼ਾਂ ਜੈਨੂਇਨ ਹੈ ਤਾਂ ਕੋਈ ਦਿੱਕਤ ਨਹੀਂ ਹੈ। ਸਰ ਮੈਰਿਜ ਜਿਹੜੀ ਉਹ ਸਾਡੀ ਮਤਲਬ ਕਿ ਜੂਨ ਚ ਰਜਿਸਟਰ ਆ, ਮਤਲਬ ਜਿਵੇਂ ਗੁਰਦੁਆਰੇ ਦਾ ਜਿਹੜਾ ਸਰਟੀਫਿਕੇਟ ਹੈ, ਜਿਵੇਂ ਅਸੀਂ ਲੀਗਲੀ ਕਰਵਾਇਆ ਸੀ, ਜਿਹੜਾ ਗੁਰਦੁਆਰੇ ਮੈਰਿਜ ਹੋਈ ਆ। ਵਿਆਹ ਪ੍ਰੋਪਰ ਹੋਇਆ ਸੀ, ਫੋਟੋਆਂ ਹੈਗੀਆਂ? ਹਾਂਜੀ ਫੋਟੋਆਂ ਹੈਗੀਆਂ ਸਾਰਾ ਕੁਝ। ਪ੍ਰੋਪਰ ਬਰਾਤ ਗਈ ਸੀ, ਪ੍ਰੋਪਰ ਉਹ ਵੰਗ ਢੰਗ? ਨਹੀਂ ਸਰ ਉਹ ਜੂਨ ਚ ਮਤਲਬ ਕੀ ਹੋਇਆ ਨਾ, ਜੂਨ ਚ ਤਾਂ ਲੋਕਡਾਊਨ ਸੀ, ਤੇ ਜੂਨ ਚ ਬਰਾਤ ਕਿੱਥੇ ਜਾਣੀ, ਅਸੀਂ ਆਪ ਮਾ ਗਏ ਹਾਂ। ਅੱਛਾ, ਮਤਲਬ ਉਹ ਮਤਲਬ ਹੈ ਵਿਆਹ ਸਾਰਾ ਜੈਨੂਇਨ ਹੈ? ਸਾਰਾ ਜੈਨੂਇਨ ਆ, ਮਤਲਬ ਗੁਰਦੁਆਰੇ ਹੋਇਆ, ਉਹਦੀਆਂ ਫੋਟੋਆਂ ਹੈਗੀਆਂ ਗੁਰਦੁਆਰੇ ਦੀਆਂ ਜਿਹੜੀਆਂ, ਕਿਉਂਕਿ ਉਦੋਂ ਲੋਕਡਾਊਨ ਸੀ, ਲੋਕਡਾਊਨ ਚ ਜ਼ਿਆਦਾ ਬਰਾਤ ਜਾ ਨਹੀਂ ਸਕਦੀ, 5-7 ਬੰਦੇ ਗਏ। ਸਮਝ ਗਿਆ, ਠੀਕ ਹੈ, ਮੈਂ ਇੱਕ ਵਾਰੀ ਫਾਈਲ ਦੇ ਉੱਤੇ ਦੇਖ ਲੈਂਦਾ ਹਾਂ ਜੀ। ਠੀਕ ਹੈ ਸਰ। ਇਹਦੇ ਬਾਕੀ ਜਿਹੜੇ ਰਿਫਿਊਜ਼ ਸਰ, ਜਿਵੇਂ ਮੰਨ ਲਓ 2017 ਚ ਮੇਰਾ ਰਿਫਿਊਜ਼, ਉਹਦਾ ਇਸ਼ੂ ਤਾਂ ਨਹੀਂ ਕੋਈ? ਕੋਈ ਇਸ਼ੂ। ਠੀਕ ਹੈ ਸਰ, ਠੀਕ ਹੈ, ਥੈਂਕ ਯੂ। Then next is Rashpal Singh ji। हेलो हाँ जी रशपाल जी। सत श्री अकाल सर मैं यूके रिगार्डिंग पुछना, मेरी फाइल लगी सी साडी, ਉਹ ਸਪਾਊਸ ਵੀਜ਼ਾ ਹੈਗਾ ਸਰ, ਤੇ ਉਹ ਮੈਂ ਪੁੱਛਣਾ ਗੈਸ ਲੈਟਰ ਆਈ ਹੈ ਤੇ ਐਮਬੈਸੀ ਸਰ ਕਦੋਂ ਲਾਂਚ ਹੋਊਗੀ, ਕੁਝ ਆਈਡੀਆ ਲੈਣਾ ਸੀ ਯਾਰ ਇਹਦੇ ਬਾਰੇ। ਫਾਈਲ ਨੰਬਰ ਦੱਸ ਦਿਓ ਜੀ। 72000288। ਤੇ ਸਰ ਜਿੱਦਾਂ ਨਵੇਂ ਰੂਲ ਆਏ ਤੇ ਇਹਦੇ ਨਾਲ ਕੋਈ ਫਰਕ ਸਰ ਪੈਂਦਾ ਫਾਈਲਾਂ ਤੇ ਅੱਜ ਕੱਲ੍ਹ ਲਾਂਚ ਹੋਈਆਂ ਪਹਿਲਾਂ ਕਿ ਨਹੀਂ ਸਰ? ਬਾਕੀ ਦੋ ਵੀਜ਼ਾ ਆ ਰਹੇ ਨੇ, ਸਿਰਫ ਰਿਫਿਊਜ਼ਲ ਵੀ ਆ ਰਹੀ ਹੈ, ਰਿਫਿਊਜ਼ਲ ਉਹ ਬੰਦੇ ਦੀ ਆ ਰਹੀ ਹੈ ਜਿਹਨੂੰ ਇੰਗਲਿਸ਼ ਬੋਲੀ ਨਹੀਂ ਆਉਂਦੀ, ਸਾਰਿਆਂ ਵਾਸਤੇ। ਦੈਨ ਜੀ ਰੈਡਮੀ ਜੀ। ਦੈਨ ਜੀ ਮਨਦੀਪ ਸਿੰਘ ਜੀ। ਮਨਦੀਪ ਸਿੰਘ ਜੀ।
गैलेक्सी A70 जी। गैलेक्सी A70 जी। शमशेर जी, शमशेर सिंह जी। जी शमशेर जी। हेलो। हाँ जी शमशेर। हाँ जी सर। हाँ जी। ਹੈਲੋ ਸਰ, ਵਿਦਆਊਟ ਆਇਲਟਸ ਯੂਕੇ ਦਾ ਆਪਣਾ ਬਣ ਸਕਦਾ ਜੀ ਬੱਚੇ ਦਾ ਜੀ? 79 ਆ ਤੇ ਪਾਸ ਆਊਟ ਹੈਗਾ ਵਾ 12ਵੀਂ 2020 ਦੀ। हाँ जी बिल्कुल बन सकता जी, जेकर ਉਹਨੂੰ ਇੰਗਲਿਸ਼ ਬੋਲਣੀ ਆਂਦੀ ਹੈ ਤੇ। ਬੋਲ ਇੰਗਲਿਸ਼ ਗੱਲ ਕਰ ਭਾਈ। ਹਾਂਜੀ ਸਰ। ਹਾਂਜੀ ਇੰਗਲਿਸ਼ ਬੋਲਣੀ ਆਂਦੀ ਹੈ। ਹਾਂਜੀ ਸਰ, ਆਈਲਟਸ ਦੀਆਂ ਕੋਚਿੰਗ ਲੈ ਰਿਹਾ ਸੀਗਾ ਮੈਂ, ਉਹ ਜਨਵਰੀ ਇਨਟੇਕ ਕਰਕੇ ਸਰ ਮੈਂ ਯੂਕੇ ਦਾ ਅਪਲਾਈ ਕਰਨਾ ਸੀਗਾ ਵਿਦਆਊਟ ਆਈਲਟਸ। ਸਮਝ ਗਿਆ ਕਿ ਸਮੇਂ ਦੀ ਘਾਟ ਕਰਕੇ ਤੁਸੀਂ ਆਇਲਸ ਨਹੀਂ ਕਰਨਾ ਚਾਹੁੰਦੇ ਹੋ, ਬਟ ਕੀ ਤੁਹਾਨੂੰ ਅੰਗਰੇਜ਼ੀ ਬੋਲਣੀ ਆਂਦੀ ਹੈ? ਹਾਂਜੀ ਸਰ ਬੋਲ ਰਹੀ ਥੀ। ਅੱਛਾ, ਟੈਲ ਮੀ ਸਮਥਿੰਗ ਅਬਾਊਟ yourself. Sir, my name is Shamsher Singh. I have passed my +2 this year, so now I want to go UK without IELTS. अच्छा, why you want to go to UK without IELTS? So they have a lot of reason about I want to go UK. I have no any time for take IELTS test, so I want to go UK. What is your father? Tell me more about your parents. Sir, my father is an electronic engineer and my mother is a housewife. Okay. And we are living in a small village. Okay. And why you want to go to UK? What will you do in UK? Sir, there is a lot of reason about to go to UK, like their atmosphere is very good and qualification is also very good. So that's why I want to go to UK. What atmosphere you want for your studies, which is good in UK, which is not available in India for you? Sir, in the India nowadays is a lockdown is going on, so in a UK is available to giving a visa. So I want to go UK for my regular do study. Very good, Shamsher. खिंच देगा, कोई गल नहीं, without IELTS कर लगा। हाँ, मतलब you just need polishing, that's it. मतलब ਆਪਾਂ ਕੇਸ ਲੈ ਲਾਂਗੇ, ਸਾਨੂੰ ਕੋਈ ਦਿੱਕਤ ਨਹੀਂ। ਹੈਲੋ ਸਰ। ਹਾਂਜੀ ਭਾਜੀ, ਓਕੇ ਹੈ। ਬਣ ਜੂਗੀ ਗੱਲ ਸਰ? ਹਾਂ ਬਣ ਜੂਗੀ। ਠੀਕ ਹੈ ਜੀ। ਕਦੋਂ ਮਿਲੀਏ? ਪੁੱਛ ਲੈ ਕਦੋਂ ਮਿਲੀਏ ਨਾ ਭਾਜੀ ਨਾਲ ਨੂੰ। ਜਦੋਂ ਮਰਜ਼ੀ ਮਿਲ ਲਓ ਜੀ, ਜਦੋਂ ਮਰਜ਼ੀ ਮਿਲ ਲੈ ਸ਼ਮਸ਼ੇਰ ਸਿਆ। ਮਤਲਬ ਜੇ ਮੈਨੂੰ ਮਿਲਣਾ ਹੈ ਤਾਂ ਮੈਂ ਟਿਊਜ਼ਡੇ ਨੂੰ ਚੰਡੀਗੜ੍ਹ ਹੀ ਹਾਂ। ਜਿਹੜੇ ਵੀ ਸਟੂਡੈਂਟ ਮੈਨੂੰ ਮਿਲਣਾ ਚਾਹੁੰਦੇ ਟਿਊਜ਼ਡੇ ਨੂੰ ਚੰਡੀਗੜ੍ਹ ਆ ਸਕਦੇ ਐਂਡ ਅਦਰਵਾਈਜ਼ ਤੁਹਾਨੂੰ ਜਿਹੜਾ ਆਫਿਸ ਨੇੜੇ ਪੈਂਦਾ ਉੱਥੇ ਆਫਿਸ ਜਾ ਕਰਕੇ ਤੁਸੀਂ ਮਿਲ ਸਕਦੇ। ਮੈਨੂੰ ਮਿਲਣਾ ਕੋਈ ਜ਼ਰੂਰੀ ਨਹੀਂ, ਆ ਮਿਲਦੇ ਹੀ ਪਏ ਹੋ ਤੁਸੀਂ ਮੈਨੂੰ ਹੁਣ ਇੱਥੇ ਵੀ। ਐਂਡ ਜਿਹੜੀ ਗੱਲ ਪੁੱਛਣੀ ਹੈ ਇੱਥੇ ਪੁੱਛ ਲਓ ਐਂਡ ਜਿਹੜਾ ਵਾ ਐਂਡ ਮੈਂ ਓਪਨਲੀ ਜਵਾਬ ਦਿੰਦਾ। ਤੁਸੀਂ ਜਾ ਕੇ ਦਫ਼ਤਰ ਕਾਗਜ਼ ਫੜਾਣੇ, ਕਾਗਜ਼ ਜਾ ਕੇ ਫੜਾਓ। ਜਤਿੰਦਰ ਜੋਸਨ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ ਜਤਿੰਦਰ ਜੋਸਨ ਜੀ ਦੱਸੋ। ਸਰ ਮੈਂ ਪੁੱਛਣਾ ਸੀ, ਮੇਰੀ ਨਾ ਮਿਸਿਸ ਦਾ ਵੀਜ਼ਾ ਆ ਗਿਆ ਵਾ 29 ਸਤੰਬਰ ਨੂੰ ਤੇ ਉਹਨਾਂ ਦੀਆਂ ਕਲਾਸਾਂ ਹੈਗੀਆਂ ਵਾ 26 ਅਕਤੂਬਰ ਤੋਂ। ਤੇ ਅਸੀਂ ਹੁਣ ਮਤਲਬ ਮੈਂ ਤੇ ਆਪਣੇ ਬੇਬੀ ਦਾ ਅਪਲਾਈ ਕਰਨਾ ਸੀ, ਤੇ ਅਸੀਂ ਮਤਲਬ ਕਰ ਸਕਦੇ ਕਿ ਜਾਂ ਉਹਨਾਂ ਨੂੰ ਭੇਜ ਦਈਏ ਆਸਟ੍ਰੇਲੀਆ? ਯੂਕੇ ਦਾ? ਹਾਂਜੀ ਭੇਜ ਦਿਓ ਉਹਨਾਂ ਨੂੰ, ਉਹਦੇ ਬਾਅਦ ਚੋਂ ਅਪਲਾਈ ਕਰ ਲਓ, ਤੁਹਾਡਾ ਲੀਗਲ ਰਾਈਟ ਹੈ, ਵੈਸੇ ਵੀ ਕੁਝ ਨਹੀਂ ਫਰਕ ਹੈ। ਅੱਛਾ ਜੀ, ਤੇ ਜੇ ਆਪਾਂ ਪਹਿਲਾਂ ਕਰ ਸਕਦੇ ਕਿ ਜਾਂ ਉਹਨਾਂ ਨੂੰ ਭੇਜ ਕੇ ਕਰੀਏ? ਮੇਰੀ ਸਲਾਹ ਆਈ ਹੈ ਭੇਜ ਕੇ ਕਰੋ, ਆਪਾਂ ਰਿਸਕ ਕਰੀ ਗੱਲ ਲੈਣਾ ਇੱਕ। ਠੀਕ ਹੈ ਸਰ, ਠੀਕ ਓਕੇ, ਥੈਂਕ ਯੂ ਸਰ। कोमल शर्मा जी। हेलो। हाँ जी। गुड मॉर्निंग सर। वेरी गुड मॉर्निंग सर। मैं ना अपनी +2 क्लास रिसेंट में पास की थी विद 83%। ਤੇ ਸਰ ਮੈਂ ਨਾ ਤੁਹਾਡੇ ਕੋਲ ਥੋੜੀ ਜਿਹੀ ਗਾਈਡ ਲੈਣਾ ਚਾਹੁੰਦੀ ਹਾਂ ਕਿ ਮੈਂ ਯੂਕੇ ਜਾਣਾ ਚਾਹੁੰਦੀ ਹਾਂ ਤੇ ਮੈਂ ਵਿਦਆਊਟ ਆਇਲਟਸ ਜਾ ਸਕਦੀ ਹਾਂ? ਕੋਈ ਪ੍ਰੋਬੇਬਿਲਿਟੀ ਹੈ? ਬਿਲਕੁਲ ਜਾ ਸਕਦੇ ਹੋ। ਇੰਗਲਿਸ਼ ਬੋਲਣੀ ਆਉਂਦੀ ਹੈ ਜੀ?
यस सर, थोड़ी मैं प्रैक्टिस कर रही हाँ, क्लासेस भी ज्वाइन कर रही हाँ, करनियां ने। ਤੁਹਾਡੇ ਇੰਗਲਿਸ਼ ਚੋਂ ਨੰਬਰ ਕਿੰਨੇ? सर 65 to 47। 65 ਚੋਂ 47? 65 ਇੰਗਲਿਸ਼ ਚੋਂ ਕਿੱਥੋਂ ਹੁੰਦੇ? ਸਰ ਮੈਂ ਪੰਜਾਬ ਬੋਰਡ ਦੇ ਵਿੱਚ ਫਿਰ 65 ਦੇ ਵਿੱਚੋਂ ਆਉਂਦੇ ਨੇ। ਇਹ ਕਿਹੜਾ ਬੋਰਡ ਹੈ? ਮੈਂ ਜਿੰਨੀ ਕਿ ਮੇਰੀ ਉਮਰ ਹੈ ਮੈਂ ਤੇ 75 ਨਾਲ ਆਊਟ ਆਫ ਦੇਖੇ। Sorry, 75. Sorry, mistake हो गई। Sorry sir। आप तो क्वेश्चन हो गया कि मैं पढ़ा लिखा में थोड़ा होता कि नहीं है जब भी। नहीं sorry sir, sorry। ओके 75 चो कितने है? 47। सो 60% है। हाँ जी। है ना? 62% हाँ जी। इको सब्जेक्ट ते आंदा मैनू मैथमेटिक्स 62% है। तो नहीं होएगा बच्चे, ਤੁਹਾਨੂੰ ਜਿਹੜਾ ਹੈ 70% ਇੰਗਲਿਸ਼ ਤੋਂ ਹੋਣੇ ਚਾਹੀਦੇ, ਫਿਰ ਵਿਦਆਊਟ ਆਇਲਸ ਕਰ ਸਕਦੇ ਹੋ। ਸੋ ਬੈਟਰ ਹੈ ਡੁਲਿੰਗੋ ਜਾਂ ਵਿਦਆਊਟ ਆਇਲਸ ਉਹ ਕਰ ਹੋ ਡੁਲਿੰਗੋ ਜਾਂ ਆਇਲਸ ਐਗਜ਼ਾਮ ਦੇ। ओके सर, ठीक है सर। ਅੱਗੇ ਹੈ ਜੀ ਕੋਈ ਕੋਡ ਹੀ ਹੈ ਜੀ C9EF4DDB। ਉਹਨਾਂ ਨੂੰ ਨਹੀਂ ਪਤਾ ਲੱਗਦਾ ਨਾ ਉਹਨਾਂ ਨੂੰ ਆਵਾਜ਼ ਪੈਂਦੀ ਪਈ ਹੈ। ਕੀ ਕਰੀਏ, ਚਲੋ ਛੱਡਣਾ ਹੀ ਪੈਣਾ। ਲਵਪ੍ਰੀਤ ਕੌਰ ਜੀ। हेलो सर। जी मेरा हाँ जी मैम। इमिग्रेशन हिस्ट्री आ सर मेरी कनाडा तो रिफ्यूजल आ। अच्छा जी। 18 ਦੇ ਵਿੱਚ ਸੌਰੀ ਸਰ 9 ਮੇਰੇ ਹਸਬੰਡ ਦੀ ਟਰੈਵਲ ਹਿਸਟਰੀ ਆ ਲਿਬਨਾਨ ਦੀ। अच्छा मिलान दी ओके जी। हाँ जी सर, तो कोई प्रॉब्लम नहीं है, वैसे मैं एडिट्स की हुई हूँ। कोई इशू नहीं है जी। यूके दी ट्रैवल हो गई है, इमिग्रेशन हिस्ट्री है, यूके इलीगल रह के तो नहीं आए? नहीं सर, यूके दी कोई ट्रैवल हिस्ट्री नहीं है, साडी दोवां दी नहीं है। देन इट्स फाइन, कोई इशू नहीं है। चल ठीक है, थैंक यू जी। सर नेक्स्ट जी गुरविंदर कौर जी। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਤੁਹਾਡੇ ਕੋਲ ਫਾਈਲ ਲਵਾਈ ਸੀ ਯੂਕੇ ਦੀ ਸਪਾਊਸ ਕੇਸ ਸੀ, ਸਾਡਾ ਰਿਫਿਊਜ਼ਲ ਹੋ ਗਿਆ ਲਾਸਟ ਵੀਕ। ਅੱਛਾ ਜੀ, ਕਿਉਂ ਰਿਫਿਊਜ਼ ਹੋਇਆ ਵੀਰ ਜੀ? ਇੰਟਰਵਿਊ ਆਈ ਸੀ ਸਰ ਐਮਬੈਸੀ ਤੋਂ। ਅੱਛਾ, ਕਿਹੜੇ ਸਵਾਲਾਂ ਦੇ ਜਵਾਬ ਠੀਕ ਨਹੀਂ ਸੀ ਦਿੱਤੇ ਗਏ? ਸਰ ਉਹ ਤੇ ਸਹੀ ਹੋਈ ਬਟ ਉਹਨਾਂ ਇੱਕ ਦੋ ਕੁਐਸਚਨ ਦਾ ਵਿੱਚੋਂ ਪਤਾ ਨਹੀਂ ਆ, ਉਹ ਤੇ ਆਖਦੇ ਪਏ ਇਹਨਾਂ ਨੂੰ ਕੋਰਸ ਦਾ ਨਾਮ ਨਹੀਂ ਪਤਾ ਤੇ ਕੋਰਸ ਦਾ ਨਾਮ ਤੇ ਇਹਨਾਂ ਨੂੰ ਪਤਾ। ਕੋਰਸ ਦਾ ਨਾਮ ਹੀ ਨਹੀਂ ਪਤਾ ਸਰ ਉਹਨਾਂ ਇਹ ਕਿਹਾ ਸਿਮਰ ਸਾਰੇ ਆਖਦੇ ਪਏ ਸੀ ਕੋਰਸ ਦਾ। ਨਹੀਂ, ਜਿਹੜੀ ਰਿਫਿਊਜ਼ਲ ਲੈਟਰ ਹੋਏਗੀ ਨਾ ਸਿਮਰ ਸਰ ਨੂੰ ਅੱਗ ਲਾਓ। ਜਿਹੜਾ ਹੈ ਉਹ ਤੁਹਾਡੀ ਰਿਫਿਊਜ਼ਲ ਲੈਟਰ ਹੈ ਨਾ, ਵੀ ਪਾਲਿਸੀ ਗਾਈਡਲਾਈਨਸ ਇਹ ਕਹਿੰਦੀ ਹੈ ਕਿ ਵੀਜ਼ਾ ਅਫਸਰ ਇੰਟਰਵਿਊ ਲਿੱਤੇ ਬਿਨਾਂ ਰਿਜੈਕਟ ਨਹੀਂ ਕਰ ਸਕਦਾ। ਨਾਲ ਦੇ ਨਾਲ ਇੰਟਰਵਿਊ ਦੇ ਉੱਤੇ ਉਹ ਲਿਖ ਕੇ ਦੇਗਾ ਉਹਨੇ ਕੀ ਪੁੱਛਿਆ ਔਰ ਐਪਲੀਕੈਂਟ ਨੇ ਕੀ ਜਵਾਬ ਦਿੱਤਾ ਔਰ ਉਹਨੇ ਕਿਉਂ ਰਿਫਿਊਜ਼ ਕੀਤਾ। ਹਾਂਜੀ ਸਰ, ਇੱਕ ਕੁਐਸਚਨ ਤੇ ਪਤਾ ਸੀਗਾ ਵੀ ਉਹਨਾਂ ਨੇ ਹੀ ਪੁੱਛਿਆ ਸੀਗਾ। ਇਹਨਾਂ ਦਾ ਰਿਫਿਊਜ਼ਲ ਲੈਟਰ ਦੇਣਾ ਪਲੀਜ਼ ਗੁਰਵਿੰਦਰ ਕੋਲ, ਤੁਹਾਡੇ ਕੋਲ ਇੱਥੇ ਹੀ ਹੋਏਗਾ। ਅੱਛਾ, ਫਾਈਲ ਨੰਬਰ ਦੱਸੀ ਮੇਰਾ ਵੀ। 42000289। 42000289। ਓਕੇ ਠੀਕ ਹੈ, ਹੁਣ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਸਰ ਪੁੱਛਣਾ ਸੀਗਾ ਵੀ ਨੈਕਸਟ ਹੁਣ ਕੀ ਆਪਣਾ ਪ੍ਰੋਸੀਜਰ ਹੈ। ਅਸੀਂ ਨਹੀਂ ਚਾਹੁੰਦੇ ਕਿ ਸਰ ਹੋਰ ਕਿਸੇ ਕੋਲ ਫਾਈਲ ਖੜੀਏ, ਤੁਹਾਡੇ ਨਾਲ 10 ਸਾਲ ਤੋਂ ਪੁਰਾਣੇ ਜੁੜੇ ਹੋਏ ਆ। ਜਦੋਂ 10-11 ਸਾਲ ਪਹਿਲਾਂ ਟਿਊਜ਼ਡੇ ਨੂੰ ਚੰਡੀਗੜ੍ਹ ਆਫਿਸ ਆ ਕੇ ਮਿਲ ਸਕਦੇ? ਨਹੀਂ ਸਰ, ਚੰਡੀਗੜ੍ਹ ਨਹੀਂ ਆਇਆ ਜਾਣਾ। ਤੁਸੀਂ ਅੰਮ੍ਰਿਤਸਰ ਤੋਂ ਹੀ ਹੋ? ਹਾਂਜੀ ਸਰ, ਨੀਅਰ ਬਿਆਸ ਤੋਂ ਨੀਅਰ। ਮੈਂ ਨਾ ਮੰਡੇ ਨੂੰ ਅੰਮ੍ਰਿਤਸਰ ਹੀ ਆ, ਬਟ ਮੈਂ ਅੰਮ੍ਰਿਤਸਰ ਨਾ ਘਰੇ ਹੋਣਾ। ਤੇ ਤੁਸੀਂ ਕੰਮ ਕਰਿਓ, ਇੱਕ ਵਾਰੀ ਨਾ ਸਿਮਰ ਨੂੰ ਸੋਮਵਾਰ ਨੂੰ ਸਵੇਰੇ ਸਾਜਰੇ ਫੋਨ ਕਰ ਲਿਓ, ਕੱਲ ਨੂੰ ਮਤਲਬ, ਠੀਕ ਹੈ? ਕੱਲ ਮੈਂ ਦੁਪਹਿਰ ਨੂੰ ਮਤਲਬ 3-4 ਵਜੇ ਆਪਾਂ 10 ਮਿੰਟ ਵਾਸਤੇ ਉੱਥੇ ਦਫ਼ਤਰ ਹੀ ਮਿਲ ਲਾਂਗੇ, ਠੀਕ ਹੈ? ਠੀਕ ਹੈ ਸਰ, ਮੈਂ ਸਨੈਪਚੈਟ ਤੇ ਵੀ ਤੁਹਾਨੂੰ ਕਾਫੀ ਮੈਸੇਜ ਕੀਤੇ। ਹਾਂ ਚਲੋ, ਉਹ ਸਨੈਪਚੈਟ ਤੇ ਮੈਸੇਜ ਕਰ ਦੇਣਾ ਫਿਰ, ਛੱਡੋ ਠੀਕ ਹੈ ਫਿਰ, ਵਧੀਆ। ਉਹ ਤੁਸੀਂ ਬਿਜ਼ੀ ਸੀਗੇ ਤਾਂ ਰਿਪਲਾਈ ਨਹੀਂ ਕਰ ਸਕੇ। ਮੈਂ ਕਿਹਾ ਜੀ ਮੈਂ ਆ ਗਿਆ ਵਾਪਿਸ ਟੂਰ ਤੋਂ, ਤੇ ਜਿਹੜਾ ਵਾ ਅੱਜ ਮੈਂ ਰਾਤ ਨੂੰ ਸਾਰੇ ਰਿਪਲਾਈ ਕਰਦੇ ਨੇ, ਕੱਲ ਸਵੇਰੇ ਮੈਨੂੰ ਮੈਸੇਜ ਕਰ ਦਿਓ। ਐਨ ਇੱਕ ਸਨੈਪਚੈਟ ਦੇ ਮਿਸਡ ਕਾਲ ਵੀ ਮਾਰ ਦੇਣਾ, ਮੈਨੂੰ ਪਤਾ ਲੱਗ ਜਾਏਗਾ ਤੁਸੀਂ ਹੈ ਮੈਂ, ਕਿਉਂਕਿ ਅੰਮ੍ਰਿਤਸਰ ਤੋਂ ਜਲੰਧਰ ਹੀ ਜਾਣਾ, ਉਹ ਆਪਾਂ ਰਾਜ ਵੀ ਕਿਤੇ ਮਿਲ ਸਕਦੇ ਹਾਂ। ਸਰ ਅਸੀਂ ਅੰਮ੍ਰਿਤਸਰ ਹੀ ਆ ਜਾਵਾਂਗੇ, ਜੇ ਉੱਥੇ ਮਿਲ ਸਕਦੇ ਤਾਂ ਉੱਥੇ। ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ, ਆਪਾਂ ਇੱਕ ਵਾਰੀ ਉਹ ਦੇਖ ਲਾਂ, ਠੀਕ ਹੈ? ਤੇ ਮਿਲ ਕੇ ਫਿਰ ਉੱਥੇ ਗੱਲ ਕਰਾਂਗੇ ਸਰ। ਸਾਰੇ ਮੈਂ ਤੁਹਾਡੀ ਰਿਫਿਊਜ਼ਲ ਲੈਟਰ ਕੱਢਣ ਲੱਗਾ, ਪ੍ਰੋਫਾਈਲ ਕੱਢਣ ਲੱਗਾ। ਮੈਂ ਇੱਕ ਵਾਰੀ ਆਪਣਾ ਹੋਮਵਰਕ ਕਰ ਲੈਣਾ। ਮੈਂ 2 ਸਟੂਡੈਂਟਸ ਨੂੰ ਅੱਗੇ ਕਿਹਾ ਕਿ ਮੈਂ ਕਾਲ ਕਰਾਂਗਾ,
मैं ਤੁਹਾਨੂੰ ਵੀ ਪਰਸਨਲੀ ਕਾਲ ਕਰਕੇ ਅਪਡੇਟ ਕਰਾਂਗਾ ਪਲੀਜ਼ ਕਿ ਤੁਹਾਡੀ ਕੀ ਰਿਕੁਐਸਟ ਹੀ ਹੈ ਸਰ, ਭਾਵੇਂ ਆਪਣੇ ਪਰਸਨਲ ਨੰਬਰ ਤੋਂ ਨਾ ਕਰਿਓ, ਕਿਸੇ ਹੋਰ ਤੋਂ ਕਰ ਲਿਓ। ਅਰੇ ਕੋਈ ਗੱਲ ਨਹੀਂ ਯਾਰ, ਜੇ ਤੂੰ ਸਨੈਪਚੈਟ ਦੇ ਫਿਰ ਕੋਈ ਦਿੱਕਤ ਨਹੀਂ ਹੈ, ਮੈਂ ਉਹ ਕਰਵਾ ਦੇਣਾ। ਹਾਂਜੀ ਰਿਕੁਐਸਟ ਹੈ, ਅਸੀਂ ਨਹੀਂ ਚਾਹੁੰਦੇ ਵੀ ਕਿਸੇ ਹੋਰ ਕੋ ਜਾਈਏ। ਮੈਂ ਕਿਹਾ ਜੀ ਨੋ ਪ੍ਰੋਬਲਮ, ਥੈਂਕਸ ਫॉर योर ट्रस्ट एंड थैंक्स फॉर योर कमिटमेंट। ਸੋ ਮੈਂ ਦੇਖਦਾ ਮੈਂ ਕੀ ਕਰ ਸਕਦਾ। ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ। नवीन भारद्वाज, नवीन भारद्वाज जी सत श्री अकाल जी। सत श्री अकाल जी। मैं स्पाउस केस अप्लाई किया हुआ था। अच्छा जी। ऑफर लेटर नहीं आई अभी। क्या नहीं आई? अपॉइंटमेंट नहीं आई। वैसे तो कट कट के सुन नहीं रहा मैं, मुश्किल से सुन। नहीं गल नहीं बड़ी। जैनिश कुमार, गुरविंदर को लास्ट देखते। गुरविंदर सॉरी जैनिश कुमार। हेलो। हाँ जी, गुड आफ्टरनून। वेरी गुड आफ्टरनून जी। सर एक्चुअली मैंने आपसे फाइल लगवाई है। मेरी एक्चुअली 3 तारीख को मेरी ऑनलाइन सबमिशन हो गई थी फाइल को, लेकिन सर अभी तक अपॉइंटमेंट नहीं आई है सर मेरी। 1 वीक हो गया सर मेरे को कॉल करते। फाइल नंबर 10 है 62045116। 62045116 चेक करिए यार। यूके की है? हाँ जी सर। अभी बताता हूँ। ठीक है सर। देखेंगे ये अपॉइंटमेंट। ऑलराइट, सो अभी आता है तो मैं आपको बोल दूंगा, क्योंकि मैंने सभी का इकट्ठे ही बोलना सवाल। सर नहीं जैनिश जतिंदर कौर का हस्बैंड है, मतलब आपके मेन आपके वाइफ है जतिंदर कौर? हाँ जी कौर जी। हाँ जी हाँ जी। तो अपॉइंटमेंट कब की है कि फिंगरप्रिंटिंग है जी? जैनिश इज टुडे आज आपको अपॉइंटमेंट मिल जाएगी जी। ठीक है सर। nv486@gmail.com। नवी 846 जी। देना जी हिमांशु शर्मा जी। हिमांशु जी। हेलो हिमांशु जी। हेलो। हाँ जी हिमांशु जी। हाँ जी सत श्री अकाल सर। सत श्री अकाल जी। वधिया जी वधिया जी। सर मैं करनाल हरियाणा तो बोल रहा हिमांशु शर्मा। अच्छा जी। सर एक्चुअली मैं ना अपनी स्पाउस केस लवाया सी अपना किसी दूसरे एजेंट तो। अच्छा जी। यूके दा। अच्छा जी। ते सर मेरी अपॉइंटमेंट सी 5 अक्टूबर दी बायोमेट्रिक दी। अच्छा जी। हाँ ते सर लेकिन हुन ना मेरी वाइफ कोरोना पॉजिटिव हो गई सी ते अपना केस विड्रॉ करा लिया अपना। अच्छा जी। ते सर हुन जनवरी इनटेक ਲਈ ਆਪਾਂ ਅਪਲਾਈ ਕਰ ਸਕਦੇ ਹਾਂ सेम यूनिवर्सिटी ਦਾ? बिल्कुल कर सकते जी। अच्छा ते सर कैश रीइशू होएगा? हाँ जी कैश रीइशू होएगा या ਉਹਨੂੰ एक्सटेंड कर देंगे। हो जाएगा, कोई प्रॉब्लम तो नहीं ना सर ਇਹਦੇ ਚ? Not be any problem. Thank you sir, thank you, thanks a lot. Next is Surinder Singh जी। जी सुरेंद्र जी। जी सुरेंद्र जी। Hello, good afternoon, sir. Very good afternoon जी। Yes, sir actually my wife है स्पाउस केस लगवाना है यूके का। उन्होंने 2008 में जीएनएम नर्सिंग कंप्लीट की है और उसके बाद उनका एक्सपीरियंस है 12 ईयर का। अच्छा जी। एंड लास्ट 5 ईयर उनकी जो सैलरी है वो अकाउंट में आती है।
अच्छा जी। यस, तो सर यूके के लिए स्पाउस केस अप्लाई हो सकता है? यस। पहले ये बताइए जीएनएम करी है, उसमें आप बैचलर डिग्री कंप्लीट नहीं करी? हाँ नो सर, जीएनएम नर्सिंग की है। एंड आपकी वाइफ है ना सर, आप नहीं जा पाओगे। ओके। क्योंकि in order to apply with spouse or for spouse, the main applicant has to be in the master's degree. ओके, अगर सिंगल भेजना है तो कोई दिक्कत नहीं है। IELTS 6.5 नॉट लेस देन 6 ही नीच करवा दीजिए। मेरी कोशिश होगी बैचलर ऑफ नर्सिंग टॉप अप फाइनल ईयर यूनिवर्सिटी ऑफ वेस्ट लंदन में करवा दूं। नहीं हो पाएगा तो बैचलर डिग्री पूरी कंप्लीट करनी पड़ेगी वहां पर। हाँ जी। ओके, तो देन यू सिंगल है, उसके लिए मुझे 6 ईच में पीटी, अगर पीटी करवा दूं वो भी बहुत अच्छा जी। उसमें भी 6 पेज ईच चाहिए जी सर, 51 नंबर ईच चाहिए, 52 लगा लीजिए। ओके, देन आई हैव अप्लाई। जी जी जी। ओके, थैंक यू सर। ओके ओके सर, यहाँ अमृतसर फाइल सबमिट करवा सकते हैं वैसे? हाँ जी बिल्कुल बिल्कुल। ओके, थैंक यू। थैंक यू। मुस्कान सिद्धू जी। मुस्कान सिद्धू जी। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਮੈਂ ਤੁਹਾਡੇ ਕੋਲ ਫਾਈਲ ਲਗਵਾਈ ਸੀ। ਮੇਰਾ ਫਾਈਲ ਨੰਬਰ ਹੈ 12000209। ਸਰ, ਮੈਂ ਆਪਣੀ ਫਾਈਲ ਦਾ ਸਟੇਟਸ ਪੁੱਛਣਾ ਸੀ। ਦੱਸ ਦਿੰਦੇ ਆ ਜੀ ਮੁਸਕਾਨ। ਠੀਕ ਹੈ ਸਰ, ਥੈਂਕ ਯੂ। ਥੈਂਕ ਯੂ। then है जी D89 40 30 70। ਇਹਨਾਂ ਨੂੰ ਵੀ ਪਤਾ ਲੱਗੇਗਾ ਕਿ ਨਹੀਂ, ਪਰ ਲੱਗ ਗਿਆ ਜੀ, ਲੱਗ ਗਿਆ। हाँ जी भाजी है बड़ा बदतमीज है, तुझे दसिया ही नहीं। पूछो अमृतसर ऑफिस ने क्यों नहीं दसिया। हाँ जी जी। मुस्कान जी दोबारा हाथ रेस करे रख, दोबारा गल करिए रख ਤੁਹਾਡੇ ਨਾਲ। ਇਹ ਆਪਣੇ ਕੇ ਬੰਦੇ ਦੀ ਕਲਾਸ ਲਈਏ। ਆ ਇੱਕ ਵਾਰ ਚੈੱਕ ਕਰ ਲਓ ਨਾ, ਡੇਟ ਦੱਸ ਕਦੋਂ ਦੀ ਡੇਟ है। नहीं मुस्कान जी, जब मेरी आवाज सुन रहे हो एक बार हाथ रेस करे, दोबारा ਤੁਹਾਨੂੰ करना है। हाँ जी गैरी जी। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਇਦਾਂ ਪੁੱਛਣਾ ਸੀ ਪਹਿਲਾਂ ਤਾਂ ਸਰ, ਤੁਸੀਂ ਜਲੰਧਰ ਆਫਿਸ ਕਦੋਂ ਆਣਾ ਹੈ? ਕੋਈ ਨਹੀਂ ਮੇਰਾ ਕਿਹੜਾ ਜੀ। ਓਕੇ, ਕਿਸ ਰਿਗਾਰਡਿੰਗ ਪੁੱਛ ਰਹੇ ਹੋ ਵੀਰ ਜੀ? ਹਾਂਜੀ ਸਰ, ਮੈਂ ਆਪਣਾ ਯੂਕੇ ਦੇ ਸਪਾਊਸ ਡਿਪੈਂਡੈਂਟ ਵੀਜ਼ਾ ਅਪਲਾਈ ਕਰਨਾ ਹੁਣ ਤੁਹਾਡੇ ਕੋਲੋਂ। ਤਾਂ ਜਿੱਦਾਂ ਮੇਰੀ ਮਿਸਿਜ ਪਹੁੰਚ ਗਿਆ, ਉਹਨਾਂ ਦੇ ਆਪਣੀ ਕਲਾਸਾਂ ਜੁਆਇਨ ਕਰ ਲਈਆਂ, ਤਾਂ ਉਹਨਾਂ ਨੂੰ ਮੈਨੂੰ ਸਪਾਂਸਰ ਲੈਟਰ ਵਗੈਰਾ ਵੀ ਜੂਰੀ ਤੋਂ ਮਿਲ ਗਿਆ, ਸਾਰਾ ਕੁਝ ਮਿਲ ਗਿਆ। ਤਾਂ ਮੈਂ ਉਹਦੇ ਅਕੋਰਡਿੰਗ ਇੱਕ ਵਾਰ ਤੁਹਾਨੂੰ ਆ ਕੇ ਮਿਲਣਾ ਸੀਗਾ। ਚੰਡੀਗੜ੍ਹ ਆ ਜਾਓ ਭਾਜੀ ਟਿਊਜ਼ਡੇ ਚੰਡੀਗੜ੍ਹ। ਸਰ ਕੋਈ ਅਪਾਇੰਟਮੈਂਟ ਬਣਾਉਣ ਦੀ ਤਾਂ ਨਹੀਂ ਲੋੜ ਪੈਣੀ? ਕੋਈ ਲੋੜ ਨਹੀਂ, ਬਣ ਗਈ ਅਪਾਇੰਟਮੈਂਟ। ਤੇ ਸਰ ਮੈਂ ਡਾਕੂਮੈਂਟ ਵਗੈਰਾ ਹੁਣੇ ਦੇਵਾਂ ਜਾਂ ਮੈਂ ਉੱਥੇ ਜਲੰਧਰ ਆਫਿਸ ਦੇਵਾਂ ਜਦ ਮੇਰੀ ਫਾਈਲ ਸਬਮਿਟ ਹੋਣੀ ਆ? ਨੈਕਸਟ ਮੰਥ ਗਿਆ ਰਣਵੀਰ ਸਰ ਨੇ ਵੀ ਨੈਕਸਟ ਮੰਥ ਫਸਟ ਵੀਕ ਲਾਵਾਂਗੇ ਆਪਾਂ। ਠੀਕ। ਅੱਛਾ, ਤੁਹਾਡੀ ਫਾਈਲ ਫੁੱਲ ਲੈ ਚੁੱਕੇ ਹੈ, ਕੇਸ ਸ਼ੁਰੂ ਹੋ ਚੁੱਕਾ ਹੈ? ਹਾਂਜੀ ਹਾਂਜੀ ਸਰ, ਮਿਸਿਜ ਠੀਕ ਹੈ, ਰਵਨੀਤ ਦੇ ਨਾਲ ਹੀ ਕਰੋ, ਫਿਰ ਮੇਰੇ ਕੋਲ ਆਉਣ ਦੀ ਲੋੜ ਨਹੀਂ। ਉਹ ਫਾਈਲ ਆਪਣੇ ਆਪ ਮੇਰੇ ਕੋਲ ਆਈ ਨਹੀਂ। ਜਦੋਂ ਫਾਈਲ ਮੇਰੇ ਟੇਬਲ ਤੇ ਹੋਏਗੀ ਉਦੋਂ ਮੈਨੂੰ ਮਿਲਿਓ। ਓਕੇ ਓਕੇ ਸਰ, ਜਿੱਦਾਂ ਮੇਰੀ ਓਵਰਸਟੇ ਦੀ ਹਿਸਟਰੀ ਆ, ਮੈਂ ਤਾਂ ਕਰਕੇ ਮਿਸਿਜ ਦਾ ਪਹਿਲਾਂ ਕੀਤਾ ਸੀ ਨਾ। ਹਾਂ ਬਹੁਤ ਵਧੀਆ, ਬਹੁਤ ਸਿਆਣੀ ਗੱਲ ਕੀਤੀ ਭਾਜੀ। ਐਂਡ ਇਟ ਵਿਲ ਬੀ ਡਨ। ਮੈਂ ਕਿਉਂਕਿ ਕੇਸ ਤੇ ਮੇਰੇ ਕੋਲੋਂ ਹੀ ਹੋਏਗਾ। ਓਕੇ ਓਕੇ, ਫਿਰ ਜਣੀ ਮੈਨੂੰ ਇਹ ਤੁਹਾਨੂੰ ਮਿਲਦੀ ਨਹੀਂ ਕੋਈ ਹੈ ਤਾਂ ਨਹੀਂ, ਜਿਹੜੀ ਤੁਹਾਡੇ ਕੋਲੇ ਆਊਗਾ ਜਿਹੜੀ ਸਾਰਾ ਕੁਝ ਨਾ? ਕੋਈ ਇਸ਼ੂ। ਓਕੇ ਸਰ, ਥੈਂਕ ਯੂ ਵੈਰੀ ਮਚ। ਮੈਂ ਕੰਫਰਮ ਕਰਨਾ ਸੀ। ਥੈਂਕ ਯੂ ਜੀ। ਓਕੇ ਜੀ ਮੁਸਕਾਨ ਜੀ। ਹਾਂਜੀ ਸਰ। ਹਾਂ ਜੀ, ਤੁਹਾਨੂੰ ਸਿਮਰ ਜੀ ਦਾ ਫੋਨ ਨਹੀਂ ਆਇਆ? ਸਰ ਨਹੀਂ। ਹੈ ਰਮੀਨਾ ਆਫਿਸ ਚੋਂ ਕਿਸੇ ਕੁੜੀ ਦਾ? ਸਰ ਨਹੀਂ, ਕਿਸੇ ਦਾ ਫੋਨ ਨਹੀਂ ਆਇਆ? ਐਕਚੁਅਲੀ ਮੇਰੀ ਸਿਸਟਰ ਦੀ ਹੈ ਤੇ ਮੈਨੂੰ ਪਤਾ ਨਹੀਂ ਹੈ। ਤੁਸੀਂ ਮੁਸਕਾਨ ਨਹੀਂ ਹੋ? ਨਹੀਂ ਨਹੀਂ। ਮਤਲਬ ਤੁਸੀਂ ਉਹਦੀ ਆਈਡੀ ਯੂਜ਼ ਕਰਦੇ ਪਏ ਹੋ? ਸਰ ਨਹੀਂ, ਉਹ ਆਈਡੀ ਤੇ ਮੇਰੀ ਸਿਸਟਰ ਹੈ ਨਾ। ਫਿਰ ਕੀ ਹੈ ਤੇ ਕੋਈ ਇੱਕ ਇੰਡੀਵਿਜੂਅਲ ਨਾ।
ਹਾਂਜੀ ਸਰ। ਹੋ ਸਕਦਾ ਉਹਨੇ ਤੁਹਾਡੇ ਤੋਂ ਰਾਜ ਛੁਪਾਏ ਹੋਣ। ਸਰ ਨਹੀਂ ਔਰ ਨਾ ਓਰੀਐਂਟੇਸ਼ਨ ਦੀ ਉਹ ਮੈਸੇਜ ਆ ਰਿਹਾ ਕਿ 13 ਨੂੰ ਓਰੀਐਂਟੇਸ਼ਨ ਜਾਂ ਤੇ ਤੁਹਾਡੀ ਭੈਣ ਨੇ ਤੁਹਾਡੇ ਕੋਲ ਕੋਈ ਗੱਲ ਲਗਾਈ ਜਾਂ ਤੁਸੀਂ ਸਾਡਾ ਕੋਈ ਬੰਦਾ ਮਰਵਾਓਗੇ, ਕਿਉਂਕਿ ਤੁਹਾਡੀ ਮੁਸਕਾਨ ਜੀ ਦਾ AIP ਆ ਚੁੱਕਾ ਹੈ ਔਰ ਮੇਰਾ ਅੰਮ੍ਰਿਤਸਰ ਆਫਿਸ ਕਹਿ ਰਿਹਾ ਕਿ ਉਹਨੇ ਮੁਸਕਾਨ ਨੂੰ ਇਨਫੋਰਮ ਕਰਤਾ ਹੈ। AIP is as good as visa। ਹੁਣ ਐਡੀ ਵੱਡੀ ਇਨਫੋਰਮੇਸ਼ਨ ਉਹ ਤੁਹਾਡੀ ਭੈਣ ਨੇ ਤੁਹਾਡੇ ਤੋਂ ਲੁਕਾਈ ਹੈ, ਤੇ ਜੇ ਤੁਹਾਡੀ ਭੈਣ ਨੇ ਤੁਹਾਡੇ ਕੋਲ ਨਹੀਂ ਲੁਕਾਈ ਤੇ ਫਿਰ ਮੇਰੇ ਬੰਦੇ ਝੂਠ ਬੋਲ ਰਹੇ, ਫਿਰ ਮੈਂ ਇਹਨਾਂ ਦੇ ਦੁਆਲੇ ਹੋਵਾਂ। ਇਹਦਾ ਮਾੜਾ ਪਤਾ ਕਰਕੇ ਦੱਸੋ ਕੌਣ ਝੂਠਾ। ਸਰ ਨਹੀਂ ਉਹਨੂੰ ਪਤਾ ਹੋਗਾ ਕਿ ਉਹ ਐਕਚੁਅਲੀ ਅੱਛਾ ਉਹਨੂੰ ਪਤਾ ਹੈ। ਨਹੀਂ ਮੈਂ ਤੁਹਾਨੂੰ ਕਨਫਰਮ ਕਰਨਾ ਸੀ, ਜਿਸ ਤਰ੍ਹਾਂ ਉਹ ਪਠਾਨਕੋਟ ਰਹਿੰਦੀ ਹੈ, ਆਪਣੇ ਮਾਮੂ ਕੋ ਗਈ ਹੈ। ਅੱਛਾ ਚਲੋ ਠੀਕ ਹੈ ਜੀ, ਮੁਬਾਰਕਾਂ ਜੀ। ਥੈਂਕ ਯੂ ਸਰ। ਮਤਲਬ ਲੋਕਾਂ ਨੂੰ ਕਈਆਂ ਨੂੰ ਯਕੀਨ ਵੀ ਨਹੀਂ ਹੁੰਦਾ ਜੀ ਸਾਡਾ ਕੰਮ ਹੋ ਗਿਆ ਜੀ। ਹਾਂਜੀ ਪਵਨਵੀਰ ਕੌਰ ਜੀ। ਜੀ ਪਵਨਵੀਰ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਰ ਮੈਂ ਨਾ ਆਫਰ ਲੈਟਰ ਅਪਲਾਈ ਕੀਤੀ ਹੋਈ ਆ ਲਾਸਟ 15 ਤੋਂ BC ਯੂਨੀਵਰਸਿਟੀ ਤੱਕ, ਤੇ ਸਰ ਕਦੋਂ ਤੱਕ ਆ ਜਾਏਗੀ? ਕੋਈ ਨਹੀਂ ਜੀ ਆ ਜਾਏਗੀ 15-20 ਦਿਨ ਤੱਕ। ਆਪਣਾ ਫਾਈਲ ਨੰਬਰ ਲਿਖਾਓ। 820102 820102। ਹਾਂਜੀ ਸਰ। ਮੇਰੇ को है स्टेटस इमीडिएटली रोई। कोई नहीं जी, होने ਤੁਹਾਨੂੰ ਅਪਡੇਟ ਕਰ ਰਹੇ ਜੀ। ਓਕੇ ਸਰ, ਥੈਂਕ ਯੂ। ਨਾਓ ਜੀ ਜਸਵੰਤ ਸਿੰਘ ਜੀ। ਹੈਲੋ। ਹਾਂਜੀ ਸਰ ਜੀ। ਹਾਂਜੀ ਸਰ 24 ਨੂੰ ਬਾਇਓਮੈਟ੍ਰਿਕ ਹੋਈ ਸੀ ਸਰ। ਅੱਛਾ ਜੀ। ਤੇ ਸਰ ਹਜੇ ਤੱਕ ਕੋਈ ਰਿਸਪੌਂਸ ਨਹੀਂ ਹੋਇਆ ਸਰ। 24 ਨੂੰ ਬਾਇਓਮੈਟ੍ਰਿਕ ਹੋਏ ਸੀ UK ਦੇ, ਤੇ ਅਜੇ ਤੱਕ ਰਿਸਪੌਂਸ ਨਹੀਂ ਆਇਆ। ਤੇ ਵਧੀਆ ਹੈ, ਨੋ ਨਿਊਜ਼ ਇਜ਼ ਗੁੱਡ ਨਿਊਜ਼। ਸਰ ਵੀਜ਼ਾ ਦਾ ਕੀ ਤੱਕ ਹੈਗੇ ਚਾਂਸ ਸਰ? ਵੀਜ਼ਾ ਜੇ ਤੇਰੀ ਇੰਟਰਵਿਊ ਆਏਗੀ ਜਾਂ ਵੀਜ਼ਾ ਆਏਗਾ? ਇੰਟਰਵਿਊ ਅਜੇ ਵੀ ਹੈਗੇ ਚਾਂਸ ਕੋਈ? ਹਾਂ ਤੇ ਕਿਉਂ, ਇੰਟਰਵਿਊ ਤਾਂ ਕਦੀ ਵੀ ਆ ਸਕਦੀ। ਅੱਛਾ ਠੀਕ ਹੈ ਸਰ। ਓਕੇ ਸੋਹਣਿਆ, ਬਾਏ ਬਾਏ। ਰੈਡਮੀ ਜੀ। ਮਨਦੀਪ ਸਿੰਘ ਜੀ। ਮਨਦੀਪ ਸਿੰਘ ਜੀ। ਓਕੇ ਦੈਨ ਜੀ ਤਨਵੀਰ ਜੀ। ਤਨਵੀਰ ਜੀ। ਨਾਓ ਜੀ ਮਨਦੀਪ ਸਿੰਘ ਜੀ। मेरा ख्याल हो ही गई जी सर। मनदीप जी नहीं है जी। शिवानी जी। शिवानी जी। हाँ जी हाँ जी शिवानी जी। Yes, a very good afternoon, sir. जी मैम। Sir, I have applied for the UK visa. Okay. But there are lack of funds, so I defer it for November intake. Okay. When everything gets ready, university called me one day in the morning and they said ki like what is the process up to. So I told them that I'm going to pay the by fees tomorrow and within days I'll pay my all the documents. Then they say just wait for a call. And then my agent told me that now you don't need to pay the fees for November intake because the seats have been full. Now you should wait for January intake. Which university we are talking about? This is Salford University, Manchester. Okay, fine. So then I'm waiting for the January intake offer letter. So do you think is it correct that they will send me offer letter now? They will do that. There is no issue. That's a very common thing and very small thing. So I won't raise questions on your agent, and I want to know that who is your agent and who is not. So it's a simple question. Yes, it happens and it's perfectly fine. And it's just like they have deferred it because of the certain reason.
So if your funds are ready, and as I can see, your English is perfect, so there's no issue at all. So you will surely get your December offer letter. And if you don't get it by 30th of October, then let us know and we will help you out in that. So 30th of October, you have sufficient time, another 19 days, in order to make the process, make it for January 2021. And if it doesn't happen, come back to us after 30th of October and we'll get it sorted for the Salford only next 15 days. Thank you so much. Thank you very much, and all the best. Simran Sandhu. Hello. हाँ जी सर, गुड आफ्टरनून सर. सर एक्चुअली ना मैं 15 डेज ਦਾ ਬਟ ਅਜੇ ਤੱਕ ਆਫਰ ਲੈਟਰ ਨਹੀਂ ਆਈ. ਭੈਣ ਜੀ ਫਾਈਲ ਨੰਬਰ ਦੱਸਿਓ. ਫਾਈਲ ਨੰਬਰ ਹੈਗਾ 92000854. ਓਕੇ ਜੀ, ਹੁਣੇ ਚੈੱਕ ਕਰ ਲੈਣੇ ਆ ਜੀ, ਤੁਹਾਨੂੰ ਦੱਸ ਦਿੰਦੇ ਆ ਜੀ. ਹਾਂਜੀ, ਵੋਲਵਰਹੈਂਪਟਨ ਚ ਸੀ. ਕੋਈ ਗੱਲ ਨਹੀਂ ਜੀ, ਆ ਜਾਏਗੀ ਸਾਰੀਆਂ ਆ. ਹਾਂਜੀ, ਇੱਕ ਕੁਐਸਚਨ ਹੋਰ ਸੀ. ਲਾਈਕ ਮੇਰੀ ਗ੍ਰੈਂਡਮਦਰ ਆ ਆਲਰੇਡੀ, ਮਤਲਬ ਕਾਫੀ ਵਾਰੀ ਵਿਜ਼ਿਟ ਕਰ ਆਏ ਆ ਯੂਕੇ, ਤੇ ਨੇ ਉਹਨਾਂ ਦੇ ਨਾਲ ਜਾਣਾ ਹੋਵੇ ਤਾਂ ਪੋਸੀਬਿਲਿਟੀ ਹੈਗੀ ਆ ਤੇ ਸਪਾਂਸਰਸ਼ਿਪ ਆਵੇ ਬਾਹਰੋਂ? ਬਿਲਕੁਲ ਜੀ, ਬਟ ਉਹਨਾਂ ਨੇ ਨਾਲ ਜਾਣਾ ਹੋਵੇ ਤੇ ਜਾ ਸਕਦੇ. ਮਤਲਬ ਬ੍ਰਦਰ ਦੇ, ਮਤਲਬ ਗ੍ਰੈਂਡਮਦਰ ਦੇ ਨਾਲ ਬ੍ਰਦਰ ਨੇ ਜਾਣਾ ਆ? ਗ੍ਰੈਂਡਮਦਰ ਦੇ ਨਾਲ ਬ੍ਰਦਰ ਨੇ ਵੀ ਜਾਣਾ? ਮਤਲਬ ਬ੍ਰਦਰ ਨੇ ਹੀ ਜਾਣਾ ਆ, ਮਤਲਬ ਦੋਵਾਂ ਜਾਣਿਆਂ ਨੇ? ਮਤਲਬ ਤੁਸੀਂ ਵੱਖਰਾ ਜਾਣਾ, ਤੂੰ ਦੋਵਾਂ ਨੇ ਵੱਖਰਾ ਜਾਣਾ? ਹਾਂਜੀ. ਅੱਛਾ, ਬ੍ਰਦਰ ਨੇ ਕੀ ਕਰਨ ਜਾਣਾ? ਵੀਜ਼ੇ ਦੀ ਗਾਈਡਿੰਗ ਸਰ. ਬ੍ਰਦਰ ਨੇ ਕੀ ਛੱਡਣ ਜਾਣਾ ਤੁਹਾਨੂੰ? ਮਤਲਬ ਨਹੀਂ ਮੇਰੇ ਨਾਲ ਨਹੀਂ ਜਾਣਾ, ਮਤਲਬ ਮੈਂ ਤੇ ਉਹਨਾਂ ਨੇ ਉਧਰ ਵਿਜ਼ਿਟਿੰਗ ਕਰਨ ਜਾਣਾ ਐਜ਼ ਅ ਟੂਰਿਜ਼ਮ ਪਰਪਸ. ਤੇ ਇਸ ਵੇਲੇ ਜੋ ਹਾਲਾਤ ਦੁਨੀਆ ਦੇ ਚੱਲਦੇ ਪਏ, ਘੁੰਮਣ ਫਿਰਨ ਤੇ ਕੋਈ ਨਹੀਂ ਜਾਂਦਾ ਪਿਆ ਨਾ ਘਰੋਂ. ਮਤਲਬ ਇਦਾਂ ਪੋਸੀਬਿਲਿਟੀ ਹੋ ਸਕਦੀ ਜੇ ਲਾਕਡਾਊਨ ਤੋਂ ਬਾਅਦ ਹੋ ਜਵੇ ਤਾਂ? ਹਾਂਜੀ ਬਿਲਕੁਲ ਹੋ ਸਕਦੀ ਹੈ ਜੀ. ਤੁਸੀਂ ਹਾਂਜੀ ਬਿਲਕੁਲ ਸਿਮਰਨ ਜੀ, ਗਲਤੀ ਨਾ ਕੱਟ ਗਿਆ, ਬਿਲਕੁਲ ਕਰ ਸਕਦੇ ਹਾਂ. ਹਾਂਜੀ ਵੈਲਕਮ ਜੀ. ਹਾਂਜੀ ਹਾਂਜੀ ਵੈਲਕਮ ਜੀ. ਪ੍ਰਿੰਸ ਸ਼ਰਮਾ ਜੀ. ਸਤਿ ਸ਼੍ਰੀ ਅਕਾਲ ਸਰ. ਸਤਿ ਸ਼੍ਰੀ ਅਕਾਲ ਜੀ. ਸਰ ਫਾਈਲ ਨੰਬਰ 3200 ਜੀ ਜੀ 866 ਸਰ, ਅਪਡੇਟ ਦੱਸਿਓ ਮਾੜੀ ਜੀ ਸਰ. ਮਾੜੀ ਜੀ ਨਹੀਂ, ਪੂਰੀ ਅਪਡੇਟ ਦਿਓ ਜੀ. 320866 ਦਿਓ, 10 ਮਿੰਟ ਦਿਓ ਵੀਰ ਜੀ, ਹੁਣੇ ਦੱਸ ਰਹੇ ਜੀ ਸਰ. ਓਕੇ. ਓਕੇ ਜੀ. ਮਨਸਿਮਰਨ ਸਿੰਘ ਜੀ. ਗੁੱਡ ਮਾਰਨਿੰਗ ਸਰ, ਗੁੱਡ ਆਫਟਰਨੂਨ ਸਰ. ਵੈਰੀ ਗੁੱਡ ਆਫਟਰਨੂਨ ਸਰ. ਮੈਂ ਇੱਕ ਸਵਾਲ, ਮੇਰੀ ਨਾ 29 ਸਤੰਬਰ ਨੂੰ ਫਾਈਲ ਲੱਗੀ ਸੀ ਤੇ ਹਲੇ ਤੱਕ ਕੋਈ ਅਪਡੇਟ, ਹਲੇ ਤੱਕ ਕੋਈ ਆਇਆ ਨਹੀਂ ਉੱਥੋਂ. ਅੱਛਾ. ਹਾਂਜੀ. ਕਿੱਥੋਂ ਦੀ? ਇਹ ਸਰ ਯੂਕੇ ਦੀ, ਯੂਨੀਵਰਸਿਟੀ ਆਫ ਈਸਟ ਲੰਡਨ. ਨਹੀਂ ਕਿੱਥੇ ਫਾਈਲ ਲੱਗੀ? ਯੂਨੀਵਰਸਿਟੀ ਚ ਫਾਈਲ ਲੱਗੀ ਕਿ ਐਮਬੈਸੀ ਚ? ਐਮਬੈਸੀ ਸਰ, ਐਮਬੈਸੀ. ਨੋ ਨਿਊਜ਼ ਇਜ਼ ਗੁੱਡ ਨਿਊਜ਼. ਇੰਟਰਵਿਊ ਦੀ ਤਿਆਰੀ ਕਰਕੇ ਰੱਖ. ਠੀਕ, ਹਾਂਜੀ ਸਰ ਕੀਤੀ ਹੈ. ਤੇ ਸਰ ਇੱਕ ਹੋਰ ਗੱਲ ਪੁੱਛਣੀ ਵੀ ਉੱਥੇ ਐਕਸਟੈਂਸ਼ਨ ਮਿਲੀ ਹੈ 9 ਅਕਤੂਬਰ ਦੀ ਤੇ ਅੱਜ 11 ਅਕਤੂਬਰ ਹੋ ਗਈ ਹੈ. 9 ਦਸੰਬਰ, 1 ਦਸੰਬਰ ਤੱਕ ਦੀ ਐਕਸਟੈਂਸ਼ਨ ਹੈਗੀ, ਟੈਨਸ਼ਨ ਨਾ ਲਓ. ਠੀਕ ਹੈ ਸਰ. ਸੁਖਜੀਤ ਢਿੱਲਨ. ਜੀ ਸੁਖਜੀਤ ਜੀ. ਹੈਲੋ, ਸਤਿ ਸ਼੍ਰੀ ਅਕਾਲ ਸਰ. ਸਤਿ ਸ਼੍ਰੀ ਅਕਾਲ ਜੀ. ਸਰ ਐਕਚੁਅਲੀ ਮੈਂ ਯੂਕੇ ਵੀਜ਼ਾ ਰਿਗਾਰਡਿੰਗ ਇਨਫੋਰਮੇਸ਼ਨ ਲੈਣੀ ਸੀ. ਜੀ ਲਓ ਜੀ. ਸਰ ਮੈਂ 17 ਪਾਸ ਆਊਟ ਹਾਂ, ਗ੍ਰੈਜੂਏਸ਼ਨ ਕੀਤੀ ਹੋਈ ਹੈ ਬੈਚਲਰ ਆਫ ਸਾਇੰਸ ਵਿਦ 68% ਐਂਡ ਸਰ ਪਲੱਸ 2 ਚੋਂ ਮੇਰੇ 61% ਮਾਰਕਸ ਨੇ, ਇੰਗਲਿਸ਼ ਚੋਂ 70% ਨੇ. ਸਰ ਮੇਰਾ ਯੂਕੇ ਦਾ ਵੀਜ਼ਾ ਲੱਗ ਸਕਦਾ ਹੈ ਵਿਦ ਸਪਾਊਸ? ਅੱਛਾ, ਟੋਟਲ ਓਵਰਆਲ ਕੁਆਲੀਫਿਕੇਸ਼ਨ ਕੀ ਪਲੱਸ 2 ਹੈ, ਗ੍ਰੈਜੂਏਟ ਹੋ? ਗ੍ਰੈਜੂਏਸ਼ਨ ਸਰ. ਬਿਲਕੁਲ ਸਪਾਊਸ ਦੇ ਨਾਲ ਜਾ ਸਕਦੇ। ਸਰ ਮਤਲਬ ਆਈਲੈਟਸ ਦੀ ਤਾਂ ਨਹੀਂ ਲੋੜ ਹੈਗੀ? ਵਿਦਆਊਟ ਆਈਲੈਟਸ ਹੋ ਸਕਦਾ? You have English 60-70% number in English, so there is no requirement for that. Okay sir, January intake ਵਾਸਤੇ? Absolutely ਜੀ, January intake ਵਾਸਤੇ ਕਰ ਸਕਦੇ। Okay sir, thank you sir. ਹਰਪਿੰਦਰ ਸਿੰਘ ਜੀ।
ਹਰਪਿੰਦਰ ਸਿੰਘ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੀ ਨਾ ਵਾਈਫ ਦੀ ਸਰ BCA ਕੀਤੀ ਹੈ ਜੀ 2017 ਵਿੱਚ, ਤੇ ਉਹਨਾਂ ਦੇ ਆਈਲੈਟਸ ਤੋਂ ਰੀਸੈਂਟਲੀ ਆਈਲੈਟਸ ਕੀਤੀ ਜੋ 6 ਬੈਂਡ ਆ ਜੀ ਓਵਰਆਲ, ਤੇ ਸਾਡਾ ਸਪਾਊਸ ਕੇਸ ਲੱਗ ਸਕਦਾ UK ਦਾ ਜੀ। ਦੁਬਾਰਾ ਬੋਲੋ ਭਾਜੀ ਪਰਫੈਕਟ। ਸਰ ਮੇਰੀ ਵਾਈਫ ਦੀ ਨਾ BCA ਕੀਤੀ ਹੈ ਜੀ 2017 ਦੇ ਵਿੱਚ, ਹੁਣ ਸਰ ਆਈਲੈਟਸ ਕੀਤੀ ਆ ਜੀ 6 ਬੈਂਡ ਆ ਜੀ ਓਵਰਆਲ, ਤੇ ਸਪਾਊਸ ਕੇਸ ਲਾਉਣਾ ਜੀ, ਲੱਗ ਸਕਦਾ ਸਾਡਾ ਜੀ? ਹਾਂਜੀ ਜੀ ਕੋਈ ਪ੍ਰੋਬਲਮ ਜੀ ਸਰ ਮੋਗੇ ਤੋਂ ਹੀ ਲਗਵਾ ਸਕਦੇ ਹਾਂ ਜੀ ਅਸੀਂ ਤੁਹਾਡੇ? ਹਾਂਜੀ ਬਿਲਕੁਲ ਬ੍ਰਦਰ, ਮੋਗੇ ਤੋਂ ਲਗਵਾਓ ਜੀ। ਓਕੇ ਸਰ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਪਰਮਜੋਤ ਕੌਰ ਜੀ। ਪਰਮਜੋਤ ਕੌਰ ਜੀ। ਅਰਸ਼ਦੀਪ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਮੈਂ UK ਦਾ ਸਪਾਊਸ ਵੀਜ਼ਾ ਅਪਲਾਈ ਕੀਤਾ ਸੀਗਾ ESS ਜਲੰਧਰ ਬ੍ਰਾਂਚ ਤੋਂ, ਤੇ ਸਰ ਮੈਂ ਇਹ ਪੁੱਛਣਾ ਸੀ ਕਿ ਲਾਈਕ ਨਿਊ ਰੂਲਸ ਦੇ ਅਕੋਰਡਿੰਗ ਜਿੱਦਾਂ ਮੇਰੇ ਸਪਾਊਸ ਦੀ ਜਰਮਨ ਦੀ ਟੂਰਿਸਟ ਵੀਜ਼ੇ ਦੀ ਰਿਫਿਊਜ਼ਲ ਆ ਤੇ ਸਿੰਗਾਪੁਰ ਤੋਂ ਡਿਪੋਰਟਡ ਆ, ਤੇ ਸਰ ਮੇਰੀ ਜਿਹੜੀ ਆ ਉਹ ਕੈਨੇਡਾ ਦੀ ਸਟੂਡੈਂਟ ਵੀਜ਼ਾ ਦੀ ਰਿਫਿਊਜ਼ਲ ਆ। ਸਰ ਇਹਨਾਂ ਤਿੰਨਾਂ ਰਿਫਿਊਜ਼ਲਸ ਦਾ UK ਦੇ ਵੀਜ਼ੇ ਤੇ ਮਤਲਬ ਇਫੈਕਟ ਪਊਗਾ ਜੇ ਹੁਣ ਆਪਾਂ ਫਾਈਲ UK ਤੋਂ ਡਿਪੋਰਟ ਹੋ ਕੇ ਤਾਂ ਨਹੀਂ ਆਏ ਜਾਂ ਇਲੀਗਲ ਰਹਿ ਕੇ ਤਾਂ ਨਹੀਂ ਆਏ? UK ਦੀ ਦੋਨਾਂ ਦੀ ਕੋਈ ਹਿਸਟਰੀ ਨਹੀਂ ਹੈਗੀ। ਪਰਫੈਕਟ, ਕੋਈ ਇਸ਼ੂ। ਤੇ ਓਕੇ ਸਰ ਇੱਕ ਹੋਰ ਪੁੱਛਣਾ ਸੀ ਕਿ ਲਾਈਕ ਆਨਲਾਈਨ ਇੰਪੋਰਟਮੈਂਟ ਹੁੰਦੀ ਆ ਹਨਾ, ਉਹਦਾ ਸਰ ਕੀ ਸਟੇਟਸ ਆ? ਲਾਈਕ ਮੇਲ ਵਗੈਰਾ ਤਾਂ ਸਾਨੂੰ ਆ ਨਹੀਂ ਰਹੀ ਹੈਗੀ ਕਿਸੇ ਨੂੰ ਵੀ। ਫਾਈਲ ਨੰਬਰ ਦੱਸੋ ਸਰ 7200 824। ਮੈਂ ਚੈੱਕ ਕਰਵਾ ਦੂੰ। ਸਰ ਲਾਸਟ ਕੁਐਸਚਨ ਇਹ ਹੈ ਕਿ ਲਾਈਕ ਜਿਹੜੀ ਇੰਟਰਵਿਊ ਹੁੰਦੀ ਆ ਹਨਾ, ਉਹ ਆਨਲਾਈਨ ਸਬਮਿਸ਼ਨ ਤੋਂ ਬਾਅਦ ਹੁੰਦੀ ਹੈ ਜਾਂ ਫਿਰ ਬਾਇਓਮੈਟ੍ਰਿਕ ਤੋਂ ਬਾਅਦ ਹੁੰਦੀ ਹੈ? ਬਾਇਓਮੈਟ੍ਰਿਕ ਤੋਂ। ਓਕੇ ਠੀਕ ਹੈ ਸਰ। ਤੇ ਸਰ ਜਿਹੜੀ ਆਪਣੀ ਫਾਈਲ ਹੈ ਉਹ ਕਦੋਂ ਲੌਂਚ ਕਰ ਰਹੇ ਕਿ ਵੀ ਮਾੜਾ ਜਿਹਾ ਸਟੇਟਸ ਦੱਸਿਓ। ਸਾਰਾ ਕੁਝ ਤੁਹਾਨੂੰ ਆਫਿਸ ਤੋਂ ਹੀ ਪਤਾ ਲੱਗ ਸਕਦਾ, ਬਟ ਮੈਂ ਡਿਟੇਲ ਹੁਣੇ ਤੁਹਾਨੂੰ ਕੱਟ ਕੇ ਦੇ ਦੂੰ। ਓਕੇ ਥੈਂਕ ਯੂ। ਪਵਨਵੀਰ ਕੌਰ ਜੀ। रेडमी जी। रेडमी जी। अजय जी। हेलो। हाँ जी हाँ जी अजय जी। सर गुड आफ्टरनून। सर आई एम कॉलिंग फ्रॉम दिल्ली जी। सर जस्ट मुझे ऑस्ट्रेलिया का PR वीज़ा के लिए कंफर्म करना है कि जस्ट ESS ग्लोबल PR वीज़ा में डील करते हैं या नहीं करते? मैं ना दिल्ली में शुरू करना है ऑफिस, लेकिन जस्ट अभी सिचुएशन की वजह से नॉट एबल टू मूव फॉरवर्ड, सो वर्स्ट केस सिनेरियो जनवरी तक तो मैं शुरू कर ही लूंगा, क्योंकि PR हो गया तो सब अभी ऑस्ट्रेलिया PR की बात करना इज नॉट राइट, बिकॉज हमें खुद को नहीं पता सिचुएशन किस तरफ जाएगी, ना ही आपकी कोई प्रोफाइल उठाई जा रही। फिर सब वेट करना बेटर है। हाँ वेट करना ही बेटर है। IELTS करके रखिए 8 बैंड ईच या 8777, वो तो जरूरी है, वो तो एक चीज करके रख लीजिए। डन से डन। तो सब नवीन भारद्वाज नहीं सॉरी T सिंह जी। नवीन भारद्वाज जी हो गए मेरा। हेलो सत श्री अकाल सर। सत श्री अकाल वीर जी। सर मैं ना अपने फ्रेंड ਬਾਰੇ ਪੁੱਛਣਾ ਸੀਗਾ, ਉਹਨੇ ਨਾ 2014 ਵਿੱਚ 12th ਕੀਤੀ ਸੀਗੀ। ਕੁਛ ਨਹੀਂ ਸੁਣਿਆ ਸੀ ਤੇ ਉਹਦੇ ਓਵਰਆਲ 6 ਹੈ। ਹੈਲੋ ਓਵਰਆਲ 6 ਹੈ। ਹਾਂ ਓਵਰਆਲ 6 ਹੈ ਤੇ 2014 ਪਾਸ ਆਊਟ ਹੈ 12th ਤੋਂ 65% ਤੇ ਉਹ ਕੈਨੇਡਾ ਜਾ ਸਕਦਾ ਸਰ? ਅਪਲਾਈ ਕਰ ਸਕਦਾ, ਬਾਕੀ ਅੱਗੇ ਅਰਦਾਸ ਹੈ। ਕੋਈ ਤੁਸੀਂ ਮਤਲਬ ਕਿੱਥੇ ਦਾ ਦੱਸ ਦਿਓ ਕਿ ਮਤਲਬ ਕਿਸ ਸਾਈਡ ਉਹ ਅਪਲਾਈ ਕਰੇ? ਕਿਤੇ ਦਾ ਵੀ ਅਪਲਾਈ ਕਰ ਸਕਦਾ ਹੈ, ਅਰਦਾਸ ਹੀ ਹੈ, ਜਿੱਥੇ ਉਹਦਾ ਦਾਣਾ ਪਾਣੀ ਨਿਕਲਿਆ ਤੇ ਉਹ ਕਹਿੰਦੇ ਨੇ ਕਿਸੇ ਵੇਲੇ ਤੁੱਕਾ ਤੀਰ ਬਣ ਜਾਂਦਾ, ਤਾਂ ਉਹੀ ਚੀਜ਼ ਹੈ। ਤੇ ਅਗਰ ਕੈਨੇਡਾ ਛੱਡ ਕੇ ਕਿੱਥੇ ਅਪਲਾਈ ਕਰੀਏ ਤੇ ਤੁਸੀਂ ਕੀ ਸੁਜੈਸਟ ਕਰਦੇ? ਮੈਂ ਤੇ ਭਰਾਵਾ ਇੰਡੀਆ ਹੀ ਸੁਜੈਸਟ ਕਰੂੰਗਾ ਇਹ ਪ੍ਰੋਫਾਈਲ ਨੂੰ, ਬਟ ਫਿਰ ਵੀ ਜੇ ਜਾਣਾ ਹੀ ਹੈ ਤੇ ਸਿੰਗਾਪੁਰ ਸਾਲ ਕ ਲਾ ਲੇ,
ਉਹਦੇ ਬਾਅਦ ਚੋਂ ਅੱਗੇ ਕਿਤੇ ਹੋਰ ਆਪਸ਼ਨਾਂ ਨਿਕਲ ਸਕਦੀਆਂ ਕਿਉਂਕਿ ਲਾਸਟ ਕੁਆਲੀਫਿਕੇਸ਼ਨ ਦੇ ਬੇਸ ਤੇ ਹੀ ਹੈ ਬਟ ਬੰਦੇ ਨੂੰ ਜਦੋਂ ਕਹੀਏ ਨਾ ਸਿੰਗਾਪੁਰ ਚੱਲ ਜਾ ਸਾਲ ਕੋ ਕਹਿੰਦਾ ਨਹੀਂ ਨਹੀਂ ਜੀ ਇੱਥੇ ਸਾਲ ਵੇਸਟ ਕਰ ਦਾਂਗਾ ਸਿੰਗਾਪੁਰ ਜਾ ਕੇ ਨਹੀਂ ਕਰਨਾ ਸੋ ਮੇਰੀ ਤੇ ਐਡਵਾਈਸ ਇਹੀ ਹੈ ਕਿ ਸਾਲ ਜਾ ਕੇ ਸਿੰਗਾਪੁਰ ਲਾ ਲਿਓ ਉਹਦੇ ਬਾਅਦ ਚੋਂ ਆਪਸ਼ਨਸ ਅੱਗੇ ਖੁੱਲ ਸਕਦੀਆਂ ਨੇ ਪ੍ਰੋਬੇਬਿਲਿਟੀ ਬਣ ਸਕਦੀ ਹੈ ਅੱਜ ਦੀ ਡੇਟ ਦੇ ਵਿੱਚ ਸਿਰਫ ਤੁੱਕੇ ਹੀ ਹੈ ਜਿੰਨੇ ਮਰਜ਼ੀ ਮਾਰ ਲਓ ਚਾਹੇ ਯੂਕੇ ਲਈ ਮਾਰ ਲਓ ਚਾਹੇ ਕੈਨੇਡਾ ਵਾਸਤੇ ਮਾਰ ਲਓ ਠੀਕ ਹੈ ਥੈਂਕ ਯੂ ਸੋ ਮਚ ਹਾਂਜੀ ਨਵੀਨ ਭਰਦਵਾਜ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਨਾ ਸਪਾਊਸ ਕੇਸ ਅਪਲਾਈ ਕੀਤਾ ਹੋਇਆ ਜੀ ਜੀ ਭਾਜੀ ਤੇ ਅਜੇ ਤੱਕ ਕੋਈ ਆਫਰ ਲੈਟਰ ਵਗੈਰਾ ਨਹੀਂ ਆਈ ਸਰ ਫਾਈਲ ਨੰਬਰ ਵੀ ਜੀ 920 ਜੀ 4505 ਠੀਕ ਹੈ ਜੀ ਮੈਂ ਹੁਣੇ ਦੱਸਦਾ ਵੀਰ ਜੀ ਹੁਣੇ ਹੀ ਕੀਤਾ ਤੁਸੀਂ ਸਤੰਬਰ ਚ ਮੈਂ ਹੁਣੇ ਚੈੱਕ ਕਰਕੇ ਦੱਸਦਾ ਵੀ ਠੀਕ ਓਕੇ ਜੀ ਦੈਨ ਹਰਪ੍ਰੀਤ ਕੌਰ ਜੀ 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 ਆਵਾਜ਼ ਬਹੁਤ ਘੱਟ ਹੈ ਅੱਗੇ ਐਸਜੀ ਜੀ हेलो हाँ जी हेलो गुड मॉर्निंग सर हाँ जी आप सॉरी गुड आफ्टरनून सर सर हाँ मैंने अपनी प्रोफाइल चेक अपडेट पता करवाना था पूछो जी फाइल नंबर बताओ जी 420 जी 10 जी 30 ओके जी अभी बताता हूँ ओके परविंदर जी परविंदर जी देन जी परमजोत कौर जी हेलो गुड आफ्टरनून सर हाँ जी आफ्टरनून भैन जी सर मैं यूके ਲਈ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਜਲੰਧਰ ਆਫਿਸ ਤੋਂ ਸਰ ਮੇਰੀ 24th ਅਗਸਤ ਦੀ ਇੰਟਰਵਿਊ ਕਲੀਅਰ ਹੋ ਗਈ ਹੈ ਦ ਯੂਨੀਵਰਸਿਟੀ ਆਫ ਲਾਅ ਲਈ ਬਟ ਸਟਿਲ ਮੇਰੀ ਕੋਈ ਕੈਸ਼ ਨਹੀਂ ਆਈ ਨਾ ਮੈਨੂੰ ਫਰਦਰ ਪ੍ਰੋਸੈਸ ਦਾ ਪਤਾ I think ਯੂਨੀਵਰਸਿਟੀ ਆਫ ਲਾਅ ਨੇ ਜਨਵਰੀ ਡੈਫਰ ਕਰਤਾ ਬਟ ਸਟਿਲ I have to check ਮੈਨੂੰ ਕਾਈਂਡਲੀ ਫਾਈਲ ਨੰਬਰ ਦੇਣਾ 720087 720087 720087 ਅੱਗੇ ਕੁਝ ਹੋਰ ਹੈਗਾ ਬਟ ਮੈਂ ਚੈੱਕ ਕਰ ਲੈਂਦਾ ਪਰਮਜੋਤ ਕੌਰ ਹੀ ਨਹੀਂ ਸਰ ਸਿਮਰਨਜੀਤ ਕੌਰ ਹੈ ਜੀ ਮੈਂ ਹੁਣੇ ਤੁਹਾਨੂੰ ਦੱਸਦਾ ਜੀ ਇਹ ਫਾਈਲ ਨੰਬਰ ਤੁਸੀਂ ਗਲਤ ਦੱਸ ਰਹੇ ਹੋ ਬਟ ਸਟਿਲ ਆਈਲ ਫਾਈਂਡ ਆਊਟ ਗੈਲੈਕਸੀ ਜੀ J7 ਪ੍ਰਾਈਮ ਜੀ सनी किंदा जी हेलो हेलो गुड आफ्टरनून सर वेरी गुड आफ्टरनून जी सर मैंने ना अपने यूके वीजा रिगार्डिंग के बारे में पूछना था पूछो जी सर मैंने ना आपके जलंधर ब्रांच से फाइल लगाई हुई है फाइल नंबर जी 8200 जी 842 जी तो सर मोर देन 2 मंथ हो गए तो हमें कोई ऑफर लेटर नहीं इशू हुई तो मैंने परफेक्टेबल एरिया बताया था उन्हें बर्मिंघम अच्छा तो जी उस एरिया में कोई भी यूनिवर्सिटी में हमें ऑफर लेटर मिल जाए अच्छा जी बट कल हमें जलंधर ब्रांच से फोन आया था तो उन्होंने अच्छा बोला कि आपको ऑफर लेटर मिली है बोल्टन यूनिवर्सिटी से अच्छा जी तो सर उस एरिया में मतलब कि मैं प्रेफर नहीं करती जाना तो मैं चाहती हूँ कि मुझे बर्मिंघम एरिया की कोई भी यूनिवर्सिटी हो जैसे सिटी यूनिवर्सिटी बर्मिंघम वुल्वरहैम्पटन एंड कोई भी यूनिवर्सिटी है उसमें हमें ऑफर लेटर मिले। अच्छा जी कोई बात नहीं जी अभी बता देता हूँ कि आपको मिलेगी भी कि नहीं मिलेगी या तो आप अपना प्रेफरेंस चेंज करोगे तो या कंसल्टेंट चेंज करोगे तो अभी 10 मिनट दीजिए अभी आपको अपडेट कर रहा हूँ। और कोई क्वेश्चन मैम? नो थैंक यू। हरप्रीत जी सॉरी ਤੁਹਾਡਾ ਕੱਟਿਆ ਗਿਆ ਸੀ ਮੇਰੇ ਕੋਲੋਂ ਜੀ हरप्रीत जी सर आवाज आ रही है? ਹੁਣ ਠੀਕ ਆ ਰਹੀ ਹੈ ਭੈਣ ਜੀ। ठीक है सर सत श्री अकाल। ਸਤਿ ਸ਼੍ਰੀ ਅਕਾਲ। सर मेरे ना ब्रदर ਦੀ ਫਾਈਲ ਹਾਈ ਕਮਿਸ਼ਨ ਵਿੱਚ ਹੈ ਉਹਦੀ ਕੈਸ ਤੇ ਜੋ ਐਕਸਟੈਂਸ਼ਨ ਆਈ ਸੀ ਉਹ 5 ਅਕਤੂਬਰ ਤੱਕ ਦੀ ਆਈ ਸੀ ਲੇਕਿਨ ਸਟਿਲ ਕੋਈ ਰਿਵਰਟ ਨਹੀਂ ਆ ਰਿਹਾ ਐਮਬੈਸੀ ਤੋਂ ਕੁਝ ਇਸ਼ੂ ਤਾਂ ਨਹੀਂ ਸਰ? ਫਾਈਲ ਨੰਬਰ ਭੈਣ ਜੀ? ਸਰ ਮੈਨੂੰ ਫਾਈਲ ਨੰਬਰ ਨਹੀਂ ਪਤਾ ਹੈਗਾ ਉਹਦਾ। देन कोई प्रॉब्लम नहीं है कि भी जेकर वो नहीं रिवर्ट आया देन इट्स फाइन एंड आगे जरा वो हो जाएगा
यूनिवर्सिटी ऑफ ग्लास्टरशायर तो लगी हुई है सर। ठीक है, शुड बी ओके। ठीक है सर। सिमरनजीत कौर जी। गुड आफ्टरनून सर। गुड आफ्टरनून जी। ਸਰ ਮੇਰੇ ਨਾ ਬ੍ਰਦਰ ਦੀ ਫਾਈਲ ਲੱਗੀ ਹੋਈ ਹੈ ਯੂਨੀਵਰਸਿਟੀ ਆਫ ਵੈਸਟ ਲੰਡਨ ਦੀ। ਰੋਹਿਤ ਸਰ ਨਾਲ ਉਹਦੀ ਗੱਲ ਹੋਈ ਸੀਗੀ, ਉਹਦਾ ਕੈਸ਼ ਪੈਂਡਿੰਗ ਹੈਗਾ ਤੇ ਉਹਦੀ ਸਟਾਰਟ ਡੇਟ ਹੈਗੀ 26 ਅਕਤੂਬਰ। ਤੇ ਜੇ ਕੈਸ਼ ਨਹੀਂ ਆਂਦਾ ਤਾਂ ਉਹਦਾ ਐਕਸਟੈਂਸ਼ਨ ਮਿਲੇਗੀ ਫਿਰ ਉਹਨੂੰ ਅੱਗੇ? ਮਿਲ ਜਾਏਗੀ ਜੀ, ਬਟ 12 ਤਰੀਕ ਤੋਂ ਬਾਅਦ ਕੈਸ਼ ਆ ਜਾਏਗਾ। ਰੋਹਿਤ ਨਾਲ ਹੀ ਬੈਠਾ ਹੈ। ਹਾਂਜੀ ਸਰ। 12 ਤੋਂ ਬਾਅਦ ਤੇ ਸਰ ਜੇ ਜਿੱਦਾਂ ਸਾਡਾ ਲੋਨ ਹੈਗਾ ਤਾਂ ਉਹਦਾ ਕੋਈ ਐਮਬੈਸੀ ਚ ਫੰਡਸ ਪੁਰਾਣਿਆਂ ਦਾ ਕੋਈ ਉਹ ਤਾਂ ਨਹੀਂ ਪਊਗਾ, ਇਫੈਕਟ ਤਾਂ ਨਹੀਂ ਪਊਗਾ? ਨਹੀਂ। ਠੀਕ ਹੈ, ਥੈਂਕ ਯੂ ਸਰ। ਗੁਰਵਿੰਦਰ ਕੌਰ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਐਕਚੁਅਲੀ ਮੈਂ ਨਾ ਯੂਨੀਵਰਸਿਟੀ ਆਫ ਲਾਅ ਲਈ ਪਹਿਲੇ ਕੈਸ਼ ਅਪਲਾਈ ਕੀਤਾ ਸੀਗਾ ਔਰ ਉਦੋਂ ਨਹੀਂ ਆਇਆ ਸੀਗਾ ਉੱਥੋਂ, ਬਟ ਫੀਸ ਡਿਪੋਜ਼ਿਟ ਕੀਤੀ ਸੀ। ਬਟ ਹੁਣ ਜਿਹੜੀ ਫੀਸ ਰਿਫੰਡ ਹੋਈ ਹੈ ਸਰ ਉਹ ਹਾਫ ਹੋਈ ਹੈ ਮੈਨੂੰ ਉੱਥੋਂ। ਮੈਂ ਉਹਦੇ ਬਾਰੇ ਬਾਈ ਮਿਸਟੇਕ ਹੋਈ ਹੈ, ਮੇਲ ਪਾਤਾ ਟਿਊਜ਼ਡੇ ਤੱਕ। ਬਾਈ ਮਿਸਟੇਕ ਹੋਈ ਹੈ, ਮੇਲ ਪਾਤਾ ਟਿਊਜ਼ਡੇ ਤੱਕ, ਇਟ ਵਿਲ ਬੀ ਸੌਰਟਡ। ਕੋਈ ਪੈਸਾ ਨਹੀਂ ਤੁਹਾਡਾ ਰੁਕਣ ਦਿੰਦਾ ਜੀ, ਚਿੰਤਾ ਨਾ। ਠੀਕ ਹੈ ਸਰ, ਥੈਂਕ ਯੂ ਸਰ। ਪ੍ਰਿਆ ਜੀ। ਹਰਮਨ ਗਿੱਲ ਜੀ। ਹੈਲੋ। ਹਾਂਜੀ ਸਰ ਮੈਂ ਨਾ ਪਹਿਲਾਂ ਵੀ ਹੋਈ ਗੱਲ ਵੈਸੇ, ਤੇ ਮੈਂ ਇੱਕ ਗੱਲ ਕਰਨੀ ਜਿਵੇਂ 25 ਨੂੰ ਕੀਤੀ ਸੀ ਅਪਲਾਈ ਫਾਈਲ ਯੂਕੇ ਦੀ। ਅੱਛਾ 25 ਨੂੰ ਕੀਤੀ, ਬਟ ਸਰ ਅਜੇ ਤੱਕ ਕੋਈ ਮਤਲਬ ਕਿ ਅਪਡੇਟ ਨਹੀਂ ਆਈ ਉਹਦੇ ਬਾਰੇ, ਕੁਝ ਵੀ ਮਤਲਬ ਦੱਸਿਆ ਨਹੀਂ। ਕੋਈ ਨਹੀਂ ਭਾਜੀ, ਆ ਜੂਗੀ। ਨੋ ਨਿਊਜ਼ ਇਜ਼ ਗੁੱਡ ਨਿਊਜ਼। ਠੀਕ ਸਰ, ਥੈਂਕ ਯੂ ਜੀ। ਪ੍ਰਿਆ ਜੀ। ਜਸਮੀਤ ਜੀ। पूजा जी। गुड आफ्टरनून सर। हाँ जी आफ्टरनून जी। सर मेरी फाइल लगी हुई है सर, एम्बेसी में गई हुई है। स्पाउस केस है सर मेरा। और सर मेरे हस्बैंड और यस सर। मुझे मिलके तो गए हो परसों। नहीं सर, एक क्वेश्चन था सर। हाँ। सर सुनने में आ रहा है ना कि रिफ्यूजल आ रहे हैं सर, जो और स्टे थे उनके। हाँ। तो सर ऐसा हो सकता है मेरे हस्बैंड की वो फाइल वापस ले ले और मेरा अकेले का हो जाए? हाँ तो कोई बात नहीं, ऐसे भी हो जाएगा, चिंता ना करो। हमारी यही डिस्कशन हुई थी, तो मैंने आपको बोला था, मैंने लिखा है ट्यूसडे आपको अपडेट करूंगा। और एम्बेसी में गई हुई है सर हमारी फाइल। मुझे पता है, मुझे पता है आपके हस्बैंड ओवरस्टे रह के आए हैं, मुझे पता है। ओके सर, ठीक है सर। हाँ जी गुरप्रीत सिंह जी। हाँ जी गुरप्रीत सिंह जी। गैलेक्सी J7 प्राइम जी। गैलेक्सी J7 प्राइम जी। दोबारा करो जी। 668380 जी। सिक्स 868380 जी। ओके जी। परविंदर जी। परविंदर जी। हेलो। गुरप्रीत सिंह जी। गुरप्रीत सिंह जी। ओके हाँ जी परविंदर जी की कह रहे थे? हेलो जी। हाँ जी। हाँ जी सर, सत श्री अकाल जी। सत श्री अकाल वीर जी। सर मैं ना अपना केस डिस्कस करना ਸੀ ਸਪਾਊਸ ਕੇਸ। ਕਰੋ ਜੀ। ਹਾਂਜੀ ਸਰ, ਮਤਲਬ ਸਾਡੀ ਮੈਰਿਜ ਮਤਲਬ ਲੋਕਡਾਊਨ ਦੇ ਵਿੱਚ ਹੋਈ ਸੀ ਲਾਸਟ 2 ਮੰਥ। ਤੇ ਸਰ ਮੇਰੇ ਮਤਲਬ ਵਾਈਫ ਦੀ ਸਟੱਡੀ ਹੈਗੀ MA 2017 ਚ। ਤੇ ਹਿੰਦੀ ਚ ਬਟ। ਤੇ ਉਸ ਤੋਂ ਬਾਅਦ ਮਤਲਬ ਉਸ ਤੋਂ ਪਹਿਲਾਂ BA ਤੇ ਉਸ ਤੋਂ ਬਾਅਦ +2 ਆ। 2014 ਚ +2 ਆ, 2015 ਚ BA। ਅੱਛਾ ਜੀ। ਹਾਂਜੀ ਤੇ ਮਤਲਬ UK
ਇਹ ਸਟੱਡੀ ਬਾਰੇ ਉਸ ਕੇਸ ਬਾਰੇ ਡਿਸਕਸ ਕਰਨਾ ਸਰ। ਆਇਲ ਸਕੋਰ ਕੀ ਹੈ ਵੀਰ ਜੀ? ਸਰ ਆਇਲਸ ਮਤਲਬ ਪਹਿਲਾਂ ਹੈਗੇ 6 ਬੈਂਡ ਸੀ, ਬਟ ਨਾउ ਹੁਣ 24 ਦੀ ਐਗਜ਼ਾਮ ਡੇਟ ਲੈਤੀ ਹੋਈ ਆ ਅਕਤੂਬਰ ਦੀ। 6 ਬੈਂਡਸ ਲਿਆ ਦੋ ਮੈਨੂੰ, ਓਵਰਆਲ 5.5 ਈਚ ਮੈਂ ਕੇਸ ਕਰਦਾ। ਠੀਕ ਹੈ ਸਰ। ਸਰ ਮਤਲਬ ਕੋਈ ਮੈਰਿਜ ਦਾ ਤਾਂ ਨਹੀਂ ਕੋਈ ਚੱਕਰ ਪੈਂਦਾ ਜਿੱਦਾਂ ਕਿ ਲੋਕਡਾਊਨ ਦੇ? ਮੈਰਿਜ ਆਪਣੀ ਹੋਣੀ ਚਾਹੀਦੀ ਹੈ, ਤੁਹਾਡੀ ਵਾਈਫ ਹੋਣੀ ਚਾਹੀਦੀ ਹੈ, ਤੁਹਾਡਾ ਘਰ ਪਰਿਵਾਰ ਉਹਨਾਂ ਬਸਿਆ ਹੋਣਾ ਚਾਹੀਦਾ ਜਾਂ ਬਸਣ ਵਾਲਾ ਹੋਣਾ ਚਾਹੀਦਾ, ਬਸ ਇੰਨੀ ਕੁ ਰਿਕੁਆਇਰਮੈਂਟ ਹੈ। ਸਰ ਮਤਲਬ ਮੈਰਿਜ ਜੈਨੂਨ ਆ, ਮਤਲਬ ਉਹ ਗੁਰਦੁਆਰੇ ਆਨੰਦ ਲੈਤੇ ਸੀ ਤੇ ਉਸ ਤੋਂ ਬਾਅਦ ਸਰਟੀਫਿਕੇਟ ਮੈਂ ਮਤਲਬ ਕੀਤਾ ਵਾ ਤਹਿਸੀਲਦਾਰ ਤੋਂ, ਜਿੱਦਾਂ ਕਿ ਰਜਿਸਟਰ ਕਰਾਉਂਦੇ ਮੈਰਿਜ। ਭਾਜੀ ਸਮਝ ਗਿਆ ਤੁਹਾਡੀ ਗੱਲ। ਇਹ ਜਾਲੀ ਵਿਆਹਾਂ ਵਾਲੇ ਵੀ ਇੰਨਾ ਕੰਮ ਕਰ ਲੈਂਦੇ ਆ। ਅਸਲੀ ਵਿਆਹ ਹੁੰਦਾ ਮੀਆਂ ਬੀਬੀ ਇਕੱਠੇ ਇੱਕੋ ਕਮਰੇ 'ਚ ਰਹਿੰਦੇ ਆ, ਸੌਂਦੇ ਆ, ਖਾਂਦੇ ਆ, ਪੀਂਦੇ ਆ, ਇੱਕ ਦੂਜੇ ਦੀਆਂ ਉਹਨਾਂ ਨੂੰ ਆਦਤਾਂ ਦਾ ਪਤਾ, ਬਸ ਮਤਲਬ ਅਸਲੀ ਸਰ ਮਤਲਬ ਉਦਾਂ ਸਰ ਮਤਲਬ ਕਿ ਸਾਡੀ ਮਤਲਬ ਕਾਫੀ ਟਾਈਮ ਤੋਂ ਕਰੀ, ਮੇਰੇ ਕੋਲ ਚੈਟ ਵੀ ਸਾਡੇ ਕੋਲ 2-3 ਸਾਲ ਦੀ। ਬਹੁਤ ਵਧੀਆ, ਬਹੁਤ ਹੀ ਵਧੀਆ। ਠੀਕ ਹੈ ਸਰ, ਮਤਲਬ ਹਾਂਜੀ ਓਕੇ ਸਰ। ਗੈਲੈਕਸੀ J7 ਪ੍ਰਾਈਮ ਜੀ, ਮੈਂ ਲਾਸਟ ਵਾਰ ਇਹਨਾਂ ਨੂੰ ਕੀਤਾ। ਗੈਲੈਕਸੀ J7 ਪ੍ਰਾਈਮ ਜੀ। ਹੈਲੋ ਸਰ ਜੀ ਭਾਜੀ। ਹਾਂਜੀ ਸਰ, ਸਪਾਊਸ ਵੀਜ਼ੇ ਦੇ ਬਾਰੇ ਪੁੱਛਣਾ ਹੈਗਾ ਤੁਹਾਨੂੰ। ਕਾਰੇ ਬਾਰੇ ਵੀਰ ਜੀ? ਸਪਾਊਸ ਵੀਜ਼ੇ ਦੇ ਸਰ ਬਾਰੇ ਪੁੱਛੋ ਵੀਰ ਜੀ। ਹਾਂਜੀ ਸਰ, ਵਾਈਫ ਦੀ ਨਾ 2019 ਦੇ ਵਿੱਚ B.Com ਪਾਸ ਆ ਸਰ। ਜੀ ਵੀਰ ਜੀ। ਹਾਂਜੀ ਸਰ, ਯੂਕੇ ਦਾ ਸਪਾਊਸ ਵੀਜ਼ਾ ਕਿੱਦਾਂ ਲੱਗ ਜੂਗਾ? ਹਾਂਜੀ ਬਿਲਕੁਲ ਲੱਗ ਸਕਦਾ ਜੀ, ਜੇ ਉਹਨਾਂ ਨੂੰ ਇੰਗਲਿਸ਼ ਵਧੀਆ ਆਉਂਦੀ ਹੈ ਜੀ। ਹਾਂਜੀ ਸਰ, ਇੰਗਲਿਸ਼ ਪਲੱਸ 2 ਦੇ ਵਿੱਚ ਸਰ 78 ਨੰਬਰ ਆ ਕਮਰਸ ਦੇ ਵਿੱਚ। ਠੀਕ ਹੈ ਜੀ, ਕੋਈ ਪ੍ਰੋਬਲਮ ਨਹੀਂ ਹੈ ਜੀ। ਤੇ ਸਰ ਕੋਈ ਡੁਓਲਿੰਗੋ ਜਾਂ ਆਈਲਟਸ ਦੀ ਲੋੜ ਆ? ਕਰ ਲਓ, ਜ਼ਿਆਦਾ ਵਧੀਆ ਸੀ ਉੱਪਰ ਸੇ, ਵੈਸੇ ਕੋਈ ਦਿੱਕਤ। ਠੀਕ ਹੈ ਸਰ, ਕਲਾਸਿਸ ਲੱਗਣ ਦੀਆਂ ਵੈਸੇ ਡੁਓਲਿੰਗੋ ਦੀਆਂ। ਬਹੁਤ ਵਧੀਆ ਜੀ, ਕਰੋ। ਹਾਂਜੀ ਸਰ, ਮੈਰਿਜ ਕਿੰਨੀ ਪੁਰਾਣੀ ਮੰਗਦੇ ਆ? ਅਸਲੀ ਹੋਣੀ ਚਾਹੀਦੀ। ਠੀਕ ਹੈ ਭਾਜੀ। ਪਰਵਿੰਦਰ ਜੀ। ਹੈਲੋ ਹਾਂਜੀ। ਹਾਂਜੀ ਸਰ, ਮੈਂ ਨਾ ਜਿੱਦਾਂ ਕਿ ਉਹਨਾਂ ਪਲੱਸ 2 ਦੇ ਵਿੱਚੋਂ ਇੰਗਲਿਸ਼ ਚੋਂ 63 ਆ, 63% ਆ, ਤੇ ਓਵਰਆਲ 72 ਆ, ਤੇ BA ਚੋਂ ਹੈਗੇ ਉਹਨਾਂ ਦੇ ਇੰਗਲਿਸ਼ ਚੋਂ 52। ਆਇਲਸ ਚਾਹੀਦਾ ਜੀ। ਠੀਕ ਹੈ ਸਰ, ਮਤਲਬ ਕੰਪਲੀਟ ਮਤਲਬ ਆ ਜਨਵਰੀ ਇਨਟੇਕ ਲੱਗ ਜੂਗਾ ਨਾ? ਹਾਂਜੀ ਠੀਕ ਹੈ ਸਰ, ਮਤਲਬ 6 ਬੈਂਡ ਓਵਰਆਲ ਚਾਹੀਦੇ ਆ? ਜੀ ਵੀਰ ਜੀ। ਚਲੋ ਠੀਕ, ਮਤਲਬ ਆਊਟਰ ਲੰਡਨ ਮਿਲ ਸਰ ਕਾਲਜ ਜਾਂ ਯੂਨੀਵਰਸਿਟੀ? ਇੰਗਲੈਂਡ UK ਦਵਾ ਦਾਂਗਾ ਯਾਰ, ਪਹਿਲੇ ਆਇਲਸ ਕਰ ਲਓ ਬਸ। ਬਸ ਠੀਕ ਹੈ ਸਰ, ਓਕੇ ਸਰ। ਤੁਹਾਨੂੰ ਲੁਧਿਆਣੇ ਆਫਿਸ ਮਿਲਣਾ ਹੋਵੇ ਜਦੋਂ ਮਰਜ਼ੀ ਭਾਜੀ। ਥੈਂਕ ਯੂ ਜੀ। ਠੀਕ ਹੈ ਸਰ, ਓਕੇ ਸਰ, ਥੈਂਕ ਯੂ। ਹਾਂਜੀ 668380 ਜੀ। ਹੈਲੋ ਹਾਂਜੀ, ਮੈਂ ਬਸ ਭਾਜੀ ਕਲਿੱਕ ਹੀ ਕਰਦਾ ਸੀ। ਹਾਂਜੀ ਦੱਸੋ ਜੀ। ਸਰ ਮੈਂ ਨਾ ਸਰ ਬਹੁਤ ਜ਼ਿਆਦਾ ਟੈਨਸ਼ਨ ਚ ਆ ਜੀ, ਮੈਂ ਨਾ ਤੁਹਾਡੇ ਨਾਲ ਕਦੋਂ ਦੀ ਸੋਚ ਰਿਹਾ ਗੱਲ ਕਰਨ ਦੀ ਸਰ, ਹੋ ਨਹੀਂ ਪਾ ਰਹੀ ਸੀਗੀ ਜੀ। ਲਿਆਓ ਜੀ, ਟੈਨਸ਼ਨ ਮੁਕਾਈਏ, ਦੱਸੋ ਵੀਰ ਜੀ। ਸਰ ਮੇਰਾ ਨਾ ਐਕਚੁਅਲੀ ਵੀਜ਼ਾ ਆਇਆ ਹੋਇਆ ਜੀ ਯੂਨੀਵਰਸਿਟੀ ਆਫ ਮੈਨੀਟੋਬਾ ਵਿਨੀਪੈਗ ਦਾ ਜੀ, ਕੈਨੇਡਾ ਦਾ। ਅੱਛਾ ਜੀ। ਤੇ ਸਰ 18 ਮਾਰਚ ਤੋਂ ਪਹਿਲਾਂ ਵੀਜ਼ਾ ਆਇਆ ਸੀਗਾ ਜੀ। ਅੱਛਾ ਜੀ। ਤੇ ਸਰ ਅਸੀਂ ਹੁਣ ਤੱਕ ਮੈਂ ਨਾ ਜਾ ਨਹੀਂ ਸਕਿਆ ਹੈਗਾ ਸਰ ਉੱਥੇ। ਅੱਛਾ ਜੀ। ਤੇ ਸਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀ ਪੈਸਾ ਵੀ ਹੈ, ਜਿਵੇਂ ਆਪਾਂ ਸਰ ਹਰ ਇੱਕ ਕੋਈ ਹਨਾ ਇੱਧਰ ਉੱਧਰੋਂ ਕਰਕੇ ਕਰਦਾ ਜੀ, ਇਸ ਕਰਕੇ ਹਨਾ ਵੀ ਟੈਨਸ਼ਨ ਸੀ। ਤੇ ਮੈਂ ਸਰ ਇਹ ਪੁੱਛਣਾ ਸੀਗਾ, ਜੇ ਮੈਂ ਨਾ ਜਾਣਾ ਹੋਵੇ ਸਰ, ਮੇਰੇ ਪੈਸੇ ਵਾਪਸ ਹੋ ਸਕਦੇ ਨੇ ਜੇ ਵੀਜ਼ਾ ਕੈਂਸਲ ਕਰਕੇ? ਹਾਂ ਬਿਲਕੁਲ ਜੀ, ਵੀਜ਼ਾ ਕੈਂਸਲ ਕਰਨ ਦੀ ਕੋਈ ਲੋੜ ਨਹੀਂ ਪੈਣੀ। ਆਪਣਾ ਇੱਕ ਡਾਕਟਰ ਨੂੰ ਕੋਲੋਂ ਸਰਟੀਫਿਕੇਟ ਲਿਆਓ, ਤੁਹਾਨੂੰ ਕਰੋਨਾ ਪੋਜ਼ਿਟਿਵ ਹੋ ਗਿਆ, ਦੇਖੋ ਭੱਜ ਕੇ ਪੈਸੇ ਵਾਪਸ ਆਣਗੇ, ਉਹ ਕਹਿਣਗੇ ਸਾਨੂੰ ਇਹ ਨਿਆਣਾ ਲੈਣਾ ਹੀ। ਠੀਕ ਹੈ ਸਰ, ਤੇ ਉਹ ਫੁੱਲ ਫੀਸ ਰਿਫੰਡ ਹੋ ਜੂਗੀ ਸਰ? ਤੀਜੀ ਆਈ ਸੀ ਹਾਂਜੀ। ਹੁਣ ਕੁਝ ਮੈਨੂੰ ਦੂਜੀ ਤੀਜੀ ਵਾਰੀ ਕਰੋਨਾ ਹੋ ਗਿਆ ਤੇ ਐਂਟੀਬਾਡੀਆਂ ਬੰਦੀਆਂ ਨਹੀਂ ਪਈਆਂ, ਉਹ ਹੱਥੋਂ ਵੀ ਪੈਸੇ ਦੇ ਦੇਣਗੇ ਕਿ ਇਲਾਜ ਕਰਾ ਲੈਣਗੇ। ਠੀਕ ਹੈ ਸਰ, ਠੀਕ ਹੈ ਜੀ। ਤੇ ਸਰ ਡਾਕਟਰ ਦੀ ਰਿਪੋਰਟ ਚਾਹੀਦੀ ਹੈ ਕਰੋਨਾ ਦੀ? ਹਾਂ, ਕਰੋਨਾ ਤੇ ਹੱਸਦਾ ਪਿਆ ਮੈਂ, ਮਤਲਬ ਕੋਈ ਵੀ ਰਿਪੋਰਟ ਦੇ ਦੇਗੀ, ਮੈਂ ਨਹੀਂ ਜਾ ਸਕਦਾ, ਕੋਈ ਪੈਸੇ ਨਹੀਂ। ਠੀਕ ਹੈ ਸਰ, ਠੀਕ ਹੈ, ਠੀਕ ਹੈ ਸਰ, ਥੈਂਕ ਯੂ ਸਰ ਸੋ ਮਚ, ਥੈਂਕ ਯੂ। ਹਾਂਜੀ, ਯਸ਼ਪਾਲ ਕੁਮਾਰ ਜੀ। यशपाल जी। हेलो। हाँ जी सर, वेरी गुड आफ्टरनून जी। वेरी गुड आफ्टरनून वीर जी। सर बेटी वास्ते गल करनी सी जी। किहदे वास्ते जी? बेटी वास्ते जी। दिल्ली वास्ते? हाँ जी। बेटी वास्ते? हाँ जी, बेटी वास्ते। हाँ जी भाजी। बेटी दे 95 मैट्रिक चो है जी। जी भाजी। 90 मैडिकल +2 चो जी। जी।
7 7 6.5 6 ਆਪਣੇ ਹੈਗੇ ਆ ਆਈਲੈਟਸ ਚ। ਓਕੇ ਜੀ। 19 ਪਾਸ ਆਊਟ ਹੈ ਜੀ। ਜੀ। 3 ਰਿਫਿਊਜਲਾਂ ਹੈਗੀਆਂ ਜੀ ਕੈਨੇਡਾ ਦੀਆਂ, ਜੈਨ, ਮਾਰਚ, ਸਤੰਬਰ ਇਨਟੇਕ। ਅੱਛਾ ਜੀ। ਤੇ ਹੁਣ ਮੈਨੂੰ ਸੁਜੈਸਟ ਕਰੋ ਜੀ, ਇਹ ਮੈਡੀਕਲ ਦਾ ਕੋਈ ਕੋਰਸ ਨਿਊਜ਼ੀਲੈਂਡ, ਆਸਟ੍ਰੇਲੀਆ, ਯੂਕੇ ਕੀ ਪ੍ਰੋਵਾਈਡ ਕਰਵਾ ਦੋਗੇ ਜੀ? ਯੂਕੇ ਭਾਜੀ, ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਤੇ ਹਜੇ ਪਤਾ ਹੀ ਨਹੀਂ ਨਾ ਕਿ ਕਦੋਂ ਸਟੂਡੈਂਟ ਜਾ ਪਾਏਗਾ, ਕਦੋਂ ਨਹੀਂ ਜਾ ਪਾਏਗਾ। ਯੂਕੇ ਦੇ ਵਿੱਚ ਜਨਵਰੀ 2021 ਦਾ ਇਨਟੇਕ ਦਵਾ ਸਕਦੇ ਆ ਜੀ। ਸਰ ਇੱਕ ਫੀਸ ਦੱਸ ਦਿਓ ਵੀ ਕਿੰਨਾ ਖਰਚਾ ਆਏਗਾ ਜੀ? ਪਹਿਲਾਂ ਆਲਰੇਡੀ ਮੈਂ 12,000 ਪਾਉਂਡ ਸਾਲ ਦੀ ਫੀਸ ਆਏਗੀ ਭਾਜੀ। 3 ਸਾਲ ਦੀ ਬੈਚਲਰ ਡਿਗਰੀ ਹੋਏਗੀ ਉੱਥੇ ਯੂਕੇ ਦੇ ਵਿੱਚ। ਇਹ ਕਾਦੀ ਸਰ, ਕੀ ਨਾਮ ਹੈ ਜੀ? ਹਜ਼ਾਰਾਂ ਡਿਗਰੀਜ਼ ਹੈ ਜੀ। ਉਹ ਤਾਂ ਸਟੂਡੈਂਟ ਨੂੰ ਮਿਲਣਾ ਪਏਗਾ ਕਿ ਵੀ ਉਹਨੇ ਮੈਡੀਕਲ ਨਾਲ ਰਿਲੇਟਡ ਬਾਇਓਮੈਡੀਕਲ ਸਾਇੰਸ ਲੈਣੀ ਹੈ ਜੀ, ਬਾਇਓਮੈਡੀਸਿਨ ਲੈਣੀ ਹੈ, ਕੋਈ ਹੋਰ ਸਪੈਸ਼ਲਾਈਜੇਸ਼ਨ ਲੈਣੀ ਹੈ ਜੀ, ਹੈਲਥ ਕੇਅਰ ਦੇ ਵਿੱਚ ਜਾਣਾ, ਪਬਲਿਕ ਹੈਲਥ ਜਾਣਾ, ਕਿਹੜੇ ਚ ਜਾਣਾ, ਇਹ ਤਾਂ ਬੱਚੇ ਨੂੰ ਮਿਲ ਕੇ ਹੀ ਪਤਾ ਲੱਗੇਗਾ ਨਾ ਜੀ। ਓਕੇ ਸਰ, ਮੈਂ ਜਲੰਧਰ ਮਿਲ ਲੈਂਦਾ ਜਾਂ ਚੰਡੀਗੜ੍ਹ ਆ ਜਾਣਾ? ਹਾਂਜੀ ਹਾਂਜੀ ਹਾਂਜੀ। ਹੋਰ ਸੁਜੈਸਟ ਕਰਿਓ ਜੀ। ਤੇ ਇਹ ਤੁਸੀਂ ਪੈਕੇਜ ਦੋਗੇ ਜਾਂ ਫਿਰ ਸਾਨੂੰ ਅਰੇਂਜ ਕਰਨਾ ਪਏਗਾ ਜੀ? ਭਾਜੀ ਜੋ ਤੁਹਾਨੂੰ ਕੰਫਰਟੇਬਲ ਹੈ ਜੀ, ਪੂਰੇ ਅਕੋਰਡਿੰਗ ਚੱਲਾਂਗੇ ਜੀ। ਓਕੇ ਬ੍ਰਦਰ, ਓਕੇ। ਮੈਂ ਕਦ ਮਿਲਾਂ ਤੁਹਾਨੂੰ ਜੀ? ਭਾਜੀ ਆਫਿਸ ਚਲੇ ਜਾਓ, ਰਵਨੀਤ ਭਾਜੀ ਹੈ ਜੀ, ਉਹਨਾਂ ਨੂੰ ਮਿਲ ਲਓ ਜੀ। ਹਾਂ, ਜੇ ਮੈਂ ਚੰਡੀਗੜ੍ਹ ਨੂੰ, ਮੈਨੂੰ ਕੰਮ ਸੀ ਜੀ ਮੰਗਲਵਾਰ, ਮੈਂ ਟਿਊਜ਼ਡੇ ਨੂੰ ਚੰਡੀਗੜ੍ਹ ਆ ਵੀਰ ਜੀ, ਟਿਊਜ਼ਡੇ ਚੰਡੀਗੜ੍ਹ। तो मैं पहला कॉल करके आऊंगा। थैंक यू। थैंक यू जी। रेडमी जी, रेडमी जी, ओके जी। सो मूवी कर दी है जी। हाँ जी, दसो जी। हेलो। हाँ जी। हेलो। जी जी वीर जी, आवाज आ रही है, दसो जी। सत श्री अकाल। सत श्री अकाल जी। सर हाँ जी, मेरी ਤੁਹਾਡੀ ਬਠਿੰਡਾ ਬ੍ਰਾਂਚ ਤੋਂ ਫਾਈਲ ਲਗਾਈ ਹੋਈ ਹੈ ਵਾਈਫ ਦੀ। ਅੱਛਾ ਜੀ। ਹਾਂਜੀ, ਫਾਈਲ ਨੰਬਰ 72000331 ਜੀ। ਹਾਂਜੀ, ਉਹਦਾ ਸਟੇਟਸ ਪੁੱਛਣਾ ਸੀ ਕੀ ਹੈ ਜੀ? ਮੈਂ ਦੱਸਦਾ ਜੀ। जगदीप सिंह संधू जी। जगदीप सिंह संधू जी। हेलो। हाँ जी। हेलो, कैन यू हियर मी सर? हाँ जी हाँ जी, आई कैन जी। हाँ जी, सत श्री अकाल सर। मैं एक्चुअली दो क्वेरीਆਂ ਸੀ ਤੁਹਾਡੇ ਨਾਲ ਮੇਰੀਆਂ। ਇੱਕ ਤੇ ਸਰ ਮੇਰੇ ਛੋਟੇ ਕਜ਼ਨ ਬ੍ਰਦਰ ਹੈ, ਉਹਨਾਂ ਦੀ ਫਾਈਲ ਲੌਜ ਹੋਈ ਹੈ ਤੁਹਾਡੇ ਅੰਮ੍ਰਿਤਸਰ ਆਫਿਸ ਤੋਂ, ਕੈਨੇਡਾ ਵੀਜ਼ਾ ਵਾਸਤੇ, ਸੌਰੀ। ਤੇ ਮੈਂ ਇਹ ਕੁਐਰੀ ਸੀ ਕਿ 15 ਆਈ ਥਿੰਕ ਸਤੰਬਰ ਦੇ ਆਸ-ਪਾਸ ਲੌਜ ਹੋਈ ਸੀ ਫਾਈਲ, ਰਿਜ਼ਲਟ ਆਉਣੇ ਸਟਾਰਟ ਹੋ ਗਏ ਉਹ ਸਟੇਟ ਦੇ ਆਸ-ਪਾਸ ਕਿ ਜੇ ਆਈ ਜਾ ਰਹੇ ਹੈ, ਹੌਲੀ ਹੌਲੀ ਤੁਰ ਹੀ ਜਾ ਰਹੇ ਭਾਜੀ। ਜਦੋਂ ਤੁਹਾਡਾ ਰਿਜ਼ਲਟ ਆਏਗਾ ਤੁਹਾਨੂੰ ਅਪਡੇਟ ਕਰਾਂਗੇ ਜੀ। Okay. And there is another, I mean, it could be like very silly question to ask you because I know you are not the guy who is making decisions and all this, but still, I mean, I think 5 ਜਾਂ 6 ਵਾਰੀ ਉਹ refuse ਹੋ ਚੁੱਕਿਆ ਸੀ, then finally he came back to you guys. ਕਿੰਨੇ, as per your professional and personal experience, I mean, what are the chances like? Right now is everything is confused. मतलब मैं 6-7 बार refusal ਦੇ ਵੀ ਵੀਜ਼ਾ ਆਂਦੇ ਦੇਖ ਰਿਹਾ, fresh pass out ਦੇ refuse ਵੀ ਹੁੰਦੇ ਦੇਖ ਰਿਹਾ। So it's like no certainty or no uncertainty. So it's like let's wait. मतलब right now, मतलब they need students. So overall situation of the countries, they need students, but they are not opening the borders. So maybe आज जे negative result भी आंदा, तो next year is going to be wonderful. Well, just then border खुल जाते, it's going to be wonderful. Okay. Thank you. And sir, if you don't mind, is another query, if you have time, sir. Hello. Go on, ji. Go on, ji. Pucho ji. Hello, sir. It's yeah, it's Jagdeep still here. Actually, sir, Ode cousin di ek sister hai. She is studying right now in Canada. She is studying architecture, diploma of architecture technology at Sheridan. So, I mean, it's just guidance. I mean, what do you think would be, better for her future? What she can opt after completing a diploma in this architecture technology? Where in Canada? Yeah, she's in Canada. She's studying currently at Sheridan. So she complete her studies and apply for the work permit. Why she want to go for the another course?
No, actually, I mean, rather than applying for work permit, she first want to complete her bachelor. So that's why I was just asking. I mean, any better institution where she can go? No, in the same stream or University of Toronto, nothing is better than University of Toronto. If she can get the admission in University of Toronto, what else she need? Yeah, I think she can, because she's like a Scotchy 90+ girl, and I hope she can get easily. But I mean, we tried even after 12th also, but due to, it was lack of proper, I would say, guidance or proper communication or whatever, she was not able to get into any uni, and eventually they just put her in Sheridan College. So, okay, University of Toronto will be a good idea for you. Yeah. बिल्कुल जी, जगदीप जी, और कोई सवाल? नहीं सर, thank you. In last, I will say a word of appreciation. And you guys are doing great job. I mean, ਜਿਹੜੇ ਬਿਜ਼ਨਸ ਤੁਸੀਂ ਹੈਗੇ ਹੋ, ਇਸ ਚ ਇਦਾਂ ਦੀਆਂ ਨੇਕ ਰੂਹਾਂ ਲੱਭਣੀਆਂ, I mean, it's as per current scenario ਜੋ ਪੰਜਾਬ ਚੱਲ ਰਿਹਾ, you guys are really doing appreciable job. Thanks. Thank you जी, thank you. जी रीना जी. Reena ji. Yes, hello. Good afternoon, sir. जी. Hello. हाँ जी Reena ji. Good afternoon, sir. My file number is 7206545. जी. हाँ जी सर, मेरा कैच भी आ चुका है और मेरा 28 डेज फंड ऑल, जैसे कि मैंने यूके का वीजा अप्लाई किया हुआ है विद स्पाउस एंड बेबी. जी. यस सर. तो सर अभी तक मैंने मेरी सैटरडे को हमारा इकट्ठे वीजा लगना है. फाइल हाले तक जमा नहीं हुई. हेलो जी, क्वेश्चन की है? हाँ, ਤਿੰਨਾਂ ਦਾ ਇਕੱਠੇ ਵੀਜ਼ਾ ਆ ਸਕਦਾ ਹੈ? ਪਤਾ ਨਹੀਂ ਜੀ, ਕੁਝ ਸੋਚ ਕੇ ਤੁਸੀਂ ਅਪਲਾਈ ਕੀਤਾ ਹੋਣਾ ਜੀ. ਪੈਸੇ ਪੇ ਕਰਤੇ, ਕੈਸ਼ ਆ ਗਿਆ, ਫੰਡ ਪੁਰਾਣੇ ਹੋ ਗਏ, ਹੁਣ ਇਹ ਕਿੱਦਾਂ ਦਾ ਸਵਾਲ ਹੈ? ਹਾਂਜੀ ਸਰ, ਕਿਉਂਕਿ ਨਾ ਹਲੇ ਅਸੀਂ ਚੰਡੀਗੜ੍ਹ ਤੋਂ ਅਪਲਾਈ ਕਰਿਆ ਸੀ. ਜਦੋਂ ਆਪਣੇ ਕੁਐਸਚਨਸ ਹੋਣਗੇ ਨਾ ਰੀਨਾ ਜੀ, ਉਦੋਂ ਮੇਰੇ ਨਾਲ ਗੱਲ ਕਰਿਓ. ਮਤਲਬ ਇਟਸ ਲਾਈਕ ਤੁਸੀਂ ਫੋਨ ਫੜਿਆ ਆ ਹੈ, ਪਿੱਛੋਂ ਕੋਈ ਹੋਰ ਬੋਲ ਰਿਹਾ ਤੇ ਤੁਸੀਂ ਕੁਐਸਚਨ ਪੁੱਛ ਰਹੇ ਹੋ, ਐਂਡ ਇੱਥੇ ਮਤਲਬ 80 ਬੰਦੇ ਹੋਰ ਕਿਊ ਦੇ ਵਿੱਚ ਹੈ. ਦਿਸ ਇਜ਼ ਨਾਟ ਦ ਵੇ. ਜੀ ਜਸਮੀਤ ਜੀ. ਮਤਲਬ ਮੈਂ ਇਹ ਸੋਚ ਰਿਹਾ ਕਿ ਜੇਕਰ ਤੁਹਾਡੀ ਇੰਟਰਵਿਊ ਸਵੇਰੇ ਐਮਬੈਸੀ ਤੋਂ ਆ ਜਾਏ ਤੇ ਤੁਹਾਡਾ ਬਾਕੀ ਵੀਜ਼ਾ ਲੱਗੇਗਾ? ਮਤਲਬ ਇਟਸ ਅ ਸਿੰਸੀਅਰ ਕੁਐਸਚਨ. हाँ जी जसमीत जी. हेलो हाय सर, मैं फरीदाबाद ਤੋਂ ਬੋਲ ਰਿਹਾ ਜਸਮੀਤ. ਤੇ ਆਪਾਂ ਮੈਂ ਸਪਾਊਸ ਨਾਲ ਮਤਲਬ ਸਪਾਊਸ ਕੇਸ ਚ ਆਪਾਂ ਫਾਈਲ ਲਾਈ ਸੀ ਯਮੁਨਾ ਨਗਰ. ਅੱਛਾ ਜੀ. ਤੇ ਸਾਡਾ ਕੈਸ਼ ਵੀ ਆ ਗਿਆ ਸੀ ਤੇ 5 ਤਰੀਕ ਨੂੰ ਜਿਵੇਂ ਚੇਂਜ ਹੋ ਗਿਆ ਸਭ ਸੀਨ ਨਾ, ਪਾਲਿਸੀ ਚੇਂਜ ਹੋ ਗਈ, ਤਾਂ ਸਾਡੀ ਫਾਈਲ ਹਜੇ ਅਪਲਾਈ ਨਹੀਂ ਹੋਈ. ਤੇ ਸਾਡੀ ਐਕਸਟੈਂਸ਼ਨ ਫਾਈਲ ਨੰਬਰ ਐਕਸਟੈਂਸ਼ਨ ਸਾਡੀ 7205806. 7205806 ਚੈੱਕ ਕਰਿਓ ਯਾਰ, ਹੁਣੇ ਦੱਸ ਰਿਹਾ ਪਰ. ਓਕੇ, ਤੇ ਇੱਕ ਹੋਰ ਕੁਐਸਚਨ, ਸਾਡੀ ਐਕਸਟੈਂਸ਼ਨ ਜਿਵੇਂ ਨਵੰਬਰ ਤੱਕ ਹੈ, ਤਾਂ ਜੇ ਆਪਾਂ ਲੇਟ ਹੋ ਜਾਂਦੇ ਆ ਇਸ 'ਚ ਕੋਈ ਇਸ਼ੂ ਤਾਂ ਨਹੀਂ? ਤੇ ਸਪਟੈਂਬਰ ਇਨਟੇਕ ਕਾਊਂਟ ਹੋਏਗਾ ਜਾਂ ਨਵੰਬਰ ਇਨਟੇਕ ਕਾਊਂਟ? ਡੋਂਟ ਵਰੀ ਸਪਟੈਂਬਰ ਹੀ ਕਾਊਂਟ. ਓਕੇ. Realme 2 जी, Realme 2 जी. हाँ जी Realme 2 जी. ओके जी. Redmi जी. हेलो. हाँ जी. हेलो. हाँ जी. ਹਾਂਜੀ ਸਰ, ਮੈਂ ਹੁਣੀ ਤੁਹਾਡੇ ਨਾਲ ਗੱਲ ਹੋਈ ਸੀ. ਮੈਂ ਗੁਰਪ੍ਰੀਤ ਸਿੰਘ ਬੋਲਦਾ, ਮੇਰੀ ਵਾਈਫ ਦੀ ਫਾਈਲ ਆ ਬਠਿੰਡਾ ਬ੍ਰਾਂਚ ਤੋਂ. ਉਹਦਾ ਰਿਜ਼ਲਟ ਪੁੱਛਣਾ ਸੀਗਾ ਜੀ 7200331. ਤੁਸੀਂ ਉਹਨੇ ਮੈਨੂੰ ਲਿਖਾਇਆ ਹੋਇਆ ਨਾ, ਮੈਂ ਤੁਹਾਨੂੰ ਕਿਹਾ ਹੁਣੇ ਮੈਂ ਤੁਹਾਨੂੰ ਦੱਸਾਂਗਾ ਜੀ. ਹਾਂਜੀ, ਮੈਂ ਕਿਹਾ ਜੀ ਤੁਸੀਂ ਮੈਨੂੰ ਹੁਣੇ ਲਿਖਵਾਇਆ ਹੋਇਆ ਨਾ, ਮੈਂ ਤੁਹਾਨੂੰ ਕਿਹਾ ਕਿ ਹੁਣੇ ਮੈਂ ਅਪਡੇਟ ਕਰਾਂਗਾ ਜੀ. ਠੀਕ ਹੈ ਜੀ. ਮੈਂ ਵੈਬੀਨਾਰ ਤੇ ਬੈਠਾ ਰਵਾਂ ਕਿ ਕਾਲ ਕਰਕੇ ਮੈਨੂੰ ਅਪਡੇਟ ਹੋਊਗੀ? 5 ਮਿੰਟ ਲੱਗਣੇ ਆ ਜੀ ਹੋਰ. ਲਾਸਟ 3 ਬੰਦੇ ਰਹਿ ਗਏ, ਉਹਨਾਂ ਦੇ ਸਵਾਲ ਲੈ ਕੇ ਫਿਰ ਸਾਰਿਆਂ ਨੂੰ ਇਕੱਠੇ ਕਰ ਦਿਓ. ਠੀਕ ਆ, ਥੈਂਕ ਯੂ ਸਰ.
जी गुरप्रीत सिंह जी, लास्ट 2 more people। हाँ जी गुरप्रीत सिंह जी। हाँ जी, सत श्री अकाल जी। सत श्री ਸਰ ਆਪਣਾ ਸੀਗਾ ਕਿ 2017 ਦੀ ਬੈਚਲਰ ਸੀਗੀ, ਉਸ ਤੋਂ ਬਾਅਦ ਆਇਲਟਸ ਵੀ ਹੈਗਾ ਤੇ MBA ਲਈ ਜਾਣਾ ਮੈਂ। ਆਲਰਾਈਟ। ਸਪਾਊਸ ਵਿਦ ਕਿਡ ਹੈਗਾ ਵੈ ਤੇ ਸਰ ਲੀਡਸ ਬੈਕਟ ਯੂਨੀਵਰਸਿਟੀ ਦਾ ਮਨ ਹੈ ਜਾਣ ਦਾ ਸਾਡਾ। ਤੇ ਸਾਡੇ ਕੋਲ ਫੰਡਸ ਵਗੈਰਾ ਫੀਸ ਸਭ ਕੁਝ ਰੈਡੀ ਹੈ, ਅਸੀਂ ਤੁਹਾਡੇ ਤੋਂ ਫਾਈਲ ਲਵਾਉਣਾ ਚਾਹੁੰਦੇ ਹਾਂ। ਬਸ ਕੁਐਸਚਨ ਹੈ ਸਰ ਕਿ MBA ਚ ਅਗਰ ਅਸੀਂ ਜਾਂਦੇ ਹਾਂ, MBA ਕੰਪਲੀਟ ਹੋ ਜਾਂਦੀ ਹੈ, ਉਹਦੇ ਚ ਅਸੀਂ ਪਲੇਸਮੈਂਟ ਵਾਲਾ ਕੋਰਸ ਲੈ ਕੇ ਜਾਂਦੇ ਹਾਂ, 6 ਮੰਥ ਦੀ ਪਲੇਸਮੈਂਟ ਲੈਂਦੇ ਹਾਂ। ਕੱਲ ਨੂੰ ਸਾਡੇ PSW ਚ ਕੋਈ ਚੱਕਰ ਤੇ ਨਹੀਂ ਪੈਂਦਾ ਕਿ ਅਸੀਂ ਪਲੇਸਮੈਂਟ ਲਈ ਹੋਈ ਹੈ? ਨਹੀਂ ਜੀ, your placement is part of your course. Okay. After completion of the course, you will get a 2 years of the postgraduate work permit. Without the placement, your course won't be completed and you won't get the PSW. So your placement is like in Canada, it's called a co-op. So the placement is part of your course. Okay, thank you. One more question. ਕਿ ਜਦੋਂ ਅਸੀਂ MBA ਕੰਪਲੀਟ ਕਰ ਦਿੰਦੇ ਆ, 2 ਸਾਲ ਦਾ ਅਸੀਂ PSW ਲੈ ਲੈਂਦੇ ਆ, ਅਗੇਨ ਅਸੀਂ ਸਟੱਡੀ ਪਾ ਸਕਦੇ ਹਾਂ ਹੋਰ? Yes, you can. ਉਹ ਡਾਕਟਰੀ ਲਈ PhD ਲਈ ਪਾਣਾ ਜਾਂ ਅਗੇਨ MBA ਦੂਜੇ ਕਿਸੇ ਹੋਰ? Your choice. That is your decision. ਕੋਈ ਇਹ ਨਹੀਂ ਹੈ ਕਿ ਅਗੇਨ ਉੱਥੇ ਮਾਸਟਰ ਨਹੀਂ ਕਰ ਸਕਦੇ, ਏਦਾਂ ਦਾ ਕੁਝ? ਕਰ ਸਕਦੇ ਹੋ, ਕਰ ਸਕਦੇ। ਉਹ ਉੱਥੋਂ ਹੀ ਕਰ ਸਕਦੇ ਆ ਕਿ ਦੁਬਾਰਾ ਫਿਰ ਇੰਡੀਆ ਆਣਾ ਪਏਗਾ? ਨਹੀਂ ਜੀ, ਉੱਥੋਂ ਹੀ ਕਰ ਸਕਦੇ। ਉਹ ਥੈਂਕ ਯੂ ਸੋ ਮਚ ਸਰ, ਮੈਂ ਜ਼ਰੂਰ ਜਲਦੀ ਮਿਲਾਂਗਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਓਕੇ, ਥੈਂਕ ਯੂ। अस्सलाम जी। हेलो जी। जी सर, नमस्ते जी। नमस्ते जी। सर मेरा था, मैंने सर अभी अभी +2 सर टी है कॉमर्स में, और सर मेरे इंग्लिश में आए हैं 82 और ओवरऑल मेरे हैं 74%। सर मैं चाहता हूँ कि सर मैं इंग्लैंड के लिए जाऊँ। बिल्कुल जा सकते हो। और सर बैचलर के लिए जाना है, बिजनेस के लिए, मैनेजमेंट के लिए। ठीक है जी। क्वेश्चन क्या है जी? भाई साहब क्वेश्चन क्या है? चले गए गुस्सा करके। हाँ जी, Realme 2 जी। Realme 2। ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰੀ ਨਾ ਮਿਸਿਸ ਨੇ ਪਹਿਲੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਸੀਗਾ। ਓਕੇ ਸਰ, ਰਿਫਿਊਜ਼ਲ ਆਇਆ ਸੀਗਾ। ਸਰ ਮੈਂ ਪਹਿਲੇ ਵੀ ਤੁਹਾਡੇ ਕੋਲ ਹੋ ਕੇ ਗਿਆ, ਮੈਂ ਬਿੱਟੂ ਦਾ ਭਤੀਜਾ ਬੋਲ ਰਿਹਾ ਸਰ, ਨਿਊ ਪੰਜਾਬ ਕਾਰ ਬਾਜ਼ਾਰ ਤੋਂ। ਅੱਛਾ ਜੀ। ਹਾਂਜੀ, ਤੇ ਸਰ ਉਹ ਨਾ BSc ਨਰਸਿੰਗ ਕੀਤੀ ਹੋਈ ਆ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਡਿਜ਼ਾਸਟਰ ਮੈਨੇਜਮੈਂਟ ਦਾ ਕੋਰਸ ਸੀਗਾ ਸਰ। ਅੱਛਾ ਜੀ। ਉੱਥੇ GIBC ਕਾਲਜ ਸੀਗਾ, ਜਸਟਿਸ ਇੰਸਟੀਚਿਊਟ ਆਫ ਬ੍ਰਿਟਿਸ਼ ਕੋਲੰਬੀਆ। ਅਸੀਂ ਲਾਸਟ SOP 'ਚ ਇਹ ਮੈਂਸ਼ਨ ਨਹੀਂ ਕੀਤਾ ਸੀਗਾ ਕਿ ਆਫਟਰ ਕੰਪਲੀਸ਼ਨ ਆਫ ਮਾਈ ਸਟੱਡੀ ਆਈ ਵਿਲ ਕਮ ਬੈਕ। ਉਹ ਇੱਕ ਚੀਜ਼ ਸਰ ਰਹਿ ਗਈ ਸੀ SOP, ਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਰਿਫਿਊਜ਼ਲ ਦੇ ਦਿੱਤੀ ਸੀਗੀ। ਅੱਛਾ ਜੀ। ਤੇ ਸਰ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਮੈਂ ਦੁਬਾਰਾ ਫਿਰ ਹੀ ਉਹੀ ਕਾਲਜ 'ਚ ਅਪਲਾਈ ਕਰ ਲਗਾ, ਤੇ ਸੇਮ ਕੋਰਸ ਆ ਸਰ? ਕਰ ਲਓ ਜੀ, ਕੋਈ ਪ੍ਰੋਬਲਮ। ਹਾਂਜੀ ਠੀਕ ਆ ਸਰ, ਕੋਰਸ ਵਗੈਰਾ? ਹਾਂ ਹਾਂ, ਬਹੁਤ ਵਧੀਆ। ਹਾਂਜੀ ਠੀਕ ਹੈ ਸਰ। जी कमल जी। जी कमल जी। कमल जी। हेलो। हाँ जी। हेलो। हाँ जी हाँ जी। गुड आफ्टरनून सर। जी। ਸਰ ਮੈਂ ਇਹ ਚੀਜ਼ ਪੁੱਛਣੀ ਸੀਗੀ, ਜਿੱਦਾਂ ਮੈਂ ਆਲਰੇਡੀ ਮਾਸਟਰਸ ਕੀਤੀ ਹੋਈ ਆ MCA 18 ਚ, ਤਾਂ ਮੈਂ UK ਅਪਲਾਈ ਕਰ ਸਕਦੀ ਹਾਂ? ਮਾਸਟਰਸ ਕੀਤੀ ਹੋਈ ਹੈ ਕਾਰੇ ਵਿੱਚ? MCA। ਹਾਂਜੀ ਬਿਲਕੁਲ ਕਰ ਸਕਦੇ ਹੋ ਜੀ, ਦੁਬਾਰਾ ਮਾਸਟਰਸ ਵਾਸਤੇ ਕੋਈ ਇਸ਼ੂ? 18 ਚ ਕੰਪਲੀਟ ਕੀਤੀ ਹੋਈ ਆ ਮੈਂ। ਯਾ ਕਰ ਸਕਦੇ ਹੋ, ਕੋਈ ਇਸ਼ੂ। ਤੇ ਉਹਦੇ ਤੇ ਮਤਲਬ ਕਿ ਸਰ ਜਿੱਦਾਂ ਮੈਂ IELTS ਨਹੀਂ ਕੀਤਾ ਹੋਇਆ, ਤਾਂ ਮਤਲਬ ਕਿ ਉਹਦੇ ਚ ਕੋਈ ਫੈਕਟਰ ਤਾਂ ਨਹੀਂ, ਜਿੱਦਾਂ ਉਹੀ 10 ਪੁਆਇੰਟ ਇੰਗਲਿਸ਼ ਦੇ ਸੀਗੇ ਆਪਣੇ? ਕੋਈ ਇਸ਼ੂ ਨਹੀਂ ਹੈ ਜੀ। ਅੱਛਾ ਓਕੇ, ਠੀਕ ਹੈ ਸਰ, ਥੈਂਕ ਯੂ। ਓਕੇ ਜੀ, ਓਕੇ ਜੀ। ਨਾ ਜੀ ਹਿਮਾਂਸ਼ੂ ਜੀ ਦੱਸੋ ਜੀ, ਤੁਹਾਡੇ ਨਾਲ ਗੱਲ ਹੋ ਗਈ ਹੈ ਮੈਨੂੰ ਲੱਗਦਾ। All right, so now ਹਾਂਜੀ ਹਾਂਜੀ ਦੱਸੋ ਹਿਮਾਂਸ਼ੂ। ਸਰ ਮੈਂ ਪੁੱਛਿਆ ਸੀ ਕਰਨਾਲ ਸਰ ਕਦੋਂ ਆਓਗੇ ਤੁਸੀਂ? ਇੱਕ ਵਾਰ ਮੈਂ ਮਿਲਣਾ ਚਾਹੁੰਦਾ ਸੀ ਤੁਹਾਡੇ ਨਾਲ, ਸਰ ਕੇਸ ਮੈਂ ਡਿਸਕਸ ਕਰਨਾ ਸੀ। ਮਾਲਿਕ ਮੈਂ ਪਰਸੋਂ ਕਰਨਾਲ ਹੀ ਸੀ, ਨੈਕਸਟ ਮੰਥ ਆਵਾਂਗਾ ਜੀ।
ਓਕੇ ਸਰ, ਇੱਕ ਚੀਜ਼ ਹੋਰ ਪੁੱਛਣੀ ਸੀ ਸਰ, ਆਪਾਂ ਨਾ ਜਿਹੜੀ ਫਾਈਲ ਲਾਈ ਸੀ ਨਾ ਐਕਸਿਸ ਬੈਂਕ ਦੀ ਫੰਡਿੰਗ ਕੀਤੀ ਸੀ ਉਹਦੇ ਚ ਆਪਣੇ ਕੇ ਜਿਹੜਾ ਹੁਣ ਵਿਡਰੋ ਕੀਤਾ ਆਪਣਾ ਕੇਸ, ਤੇ ਹੋਰ ਮੇਰੇ ਇੱਕ ਫਰੈਂਡ ਕਹਿ ਰਹੇ ਸੀ ਕਿ ਐਕਸਿਸ ਬੈਂਕ ਯੂਕੇ ਗਵਰਨਮੈਂਟ ਨੇ ਬੈਨ ਕੀਤਾ ਹੋਇਆ ਹੈ। ਪਤਾ ਨਹੀਂ, ਬੜਾ ਬੇਵਕੂਫ ਫਰੈਂਡ ਹੈ ਜੀ ਤੁਹਾਡਾ। और उन्होंने मेरे वालों कह देना कि तू बहुत तगड़ा अनपढ़ है कि बिना किसी तर्क तो मुंह खोल दे। हाँ मैं सर वही उन्हें डराता कि एक्सिस उन्होंने बैंक दो बैन वर्ड होया जरूर है इस करके। हाँ जी सर, मैं क्या ये मेरे वालों कह देना। ओके थैंक यू सर, नेक्स्ट मंथ आओगे सर? जी 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 ओके सर, थैंक यू जी। अमन पन्नू जी। सत श्री अकाल सर। हाँ जी सर वाइफ ने 2015 ਚ ਜੀਐਨਐਮ ਕੰਪਲੀਟ ਕੀਤੀ ਆ 75% ਮਾਰਕ ਨਾਲ। ਓਕੇ ਜੀ। ਤੇ ਸਰ ਯੂਕੇ ਦੀ ਫਾਈਲ ਲੱਗ ਸਕਦੀ ਹੈ? ਭਾਜੀ 6.5 ਲੱਗ ਹੈ ਸਕਦੀ, ਬਟ ਤੁਸੀਂ ਨਹੀਂ ਜਾ ਪਾਣਾ ਕਿਉਂਕਿ ਜੀਐਨਐਮ ਕੀਤੀ ਹੈ, ਮਾਸਟਰ ਡਿਗਰੀ ਵਾਸਤੇ ਜਾ ਨਹੀਂ ਪਾਣਗੇ, ਬੈਚਲਰ ਡਿਗਰੀ ਵਾਸਤੇ ਜਾ ਪਾਣਗੇ, ਤੇ ਬੈਚਲਰ ਨਾਲ ਸਪਾਊਸ ਦਾ ਕੁਝ ਨਹੀਂ ਬਣਦਾ ਜੀ। ਓਕੇ ਓਕੇ, ਤੇ ਉੱਥੇ ਬਾਅਦ ਵਿੱਚ ਕੁਝ ਸਾਲ ਬਾਅਦ ਮੈਨੂੰ ਕੁਝ ਕੰਮ ਆਉਂਦਾ? ਬੈਚਲਰ ਡਿਗਰੀ ਖਤਮ ਕਰਕੇ ਜਦੋਂ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਉਦੋਂ ਜਾ ਸਕਦੇ। ਓਕੇ ਠੀਕ ਹੈ ਸਰ, ਥੈਂਕ ਯੂ। All right ਜੀ, thank you very much to everyone। ਸੋ ਸਟੇਟਸ ਦੱਸ ਦਈਏ ਜਿਨ੍ਹਾਂ ਨੇ ਪੁੱਛਿਆ ਜੀ। 52001009 ਕਿ ਵੀ ਤੁਹਾਡਾ ਕੈਸ਼ 15 ਅਕਤੂਬਰ ਤੱਕ ਆਏਗਾ ਬ੍ਰਦਰ। ਐਂਡ ਦੈਨ 32000201 ਤੁਹਾਡਾ ਜੀ ਹੈ ਜਤਿੰਦਰ ਕੌਰ, ਨਹੀਂ 201 ਤੁਹਾਡਾ ਫਾਈਲ ਅੰਬੈਸੀ ਦੇ ਵਿੱਚ ਹੈ, ਕੈਨੇਡੀਅਨ ਹਾਈ ਕਮਿਸ਼ਨ ਦੇ ਵਿੱਚ ਤੁਹਾਡੀ ਫਾਈਲ ਹੈਗੀ ਹੈ ਜੀ। ਐਂਡ ਦੈਨ 72000264 ਤੁਹਾਡੇ ਫੰਡ ਜਿਹੜੇ ਹੈਗੇ ਪੁਰਾਣੇ 10 ਅਕਤੂਬਰ ਨੂੰ ਹੋਣਗੇ, ਐਂਡ ਫਿਰ ਉਹਦੇ ਬਾਅਦ ਚੋਂ ਅਗਲੇ ਹਫਤੇ ਤੁਹਾਡੀ ਫਾਈਲ ਲੌਂਚ ਹੋਏਗੀ ਜੀ। ਇਸ ਕਰਕੇ ਤੁਹਾਡਾ ਕੈਸ਼, ਤੁਸੀਂ ਕਿਹਾ ਸੀ 1 ਮਹੀਨਾ ਹੋ ਗਿਆ ਜੀ, ਤੁਹਾਡਾ ਕੈਸ਼ ਆ ਗਿਆ, ਤੇ ਤੁਹਾਡੇ ਫੰਡਾਂ ਦਾ ਕੀ ਕਰੀਏ ਹੁਣ? ਫੰਡ ਤੁਹਾਡੇ 10 ਅਕਤੂਬਰ ਨੂੰ ਪੁਰਾਣੇ ਹੋਣੇ, ਉਸ ਤੋਂ ਪਹਿਲੇ ਤਾਂ ਫਾਈਲ ਲਗਾ ਨਹੀਂ ਸਕਦੇ। 62000217 ਐਂਡ ਡੁਲਿੰਗੋ ਜੋ 110 ਤੁਹਾਨੂੰ ਸਕੋਰ ਚਾਹੀਦਾ ਜੀ। ਤੁਹਾਡੇ ਜਿਹੜੇ ਹੈਗੇ ਆ 75 ਆਏ ਆ, ਤੇ ਜਿਹੜਾ ਵਾ ਇਹ ਤੁਹਾਡਾ ਦੋਸਤ ਅਮਿਤੋਜ ਦੇ ਤੁਸੀਂ ਰੈਫਰੈਂਸ ਤੋਂ ਹੈਗੇ ਹੋ। ਸੋ ਇਸ ਕਰਕੇ ਜਿਹੜਾ ਵਾ ਤੁਹਾਡਾ ਕੇਸ ਹੋਲਡ ਤੇ ਹੈ ਜੀ। ਪਹਿਲੇ ਜਿਹੜਾ ਤੁਸੀਂ ਆਪਣਾ ਰਿਕੁਆਇਰਮੈਂਟ ਪੂਰੀ ਕਰ ਦਿਓ, ਫਿਰ ਉਹਦੇ ਬਾਅਦ ਚ ਅਸੀਂ ਪੈਸੇ ਲਾਵਾਂਗੇ ਜੀ, ਨਹੀਂ ਤਾਂ ਨਹੀਂ ਲਾਵਾਂਗੇ ਜੀ। 62000237 ਤੁਹਾਡਾ ਜਿਹੜਾ ਹੈ ਜੀ 5 ਅਗਸਤ ਨੂੰ ਫਾਈਲ ਲੌਂਚ ਹੋ ਚੁੱਕੀ ਹੋਈ ਹੈ ਜੀ। ਦੈਨ ਹੈ ਜੀ 72000288 ਤੁਹਾਡੇ ਫੰਡ 20 ਅਕਤੂਬਰ ਨੂੰ ਪੁਰਾਣੇ ਹੋਣੇ ਆ ਜੀ। ਜਦੋਂ ਫੰਡ ਤੁਹਾਡੇ ਪੁਰਾਣੇ ਹੋਣਗੇ ਉਹਦੇ ਬਾਅਦ ਚ ਤੁਹਾਡੀ ਫਾਈਲ ਅੰਬੈਸੀ ਜਾਏਗੀ। 82010222 ਤੁਹਾਡਾ BCU ਬਰਮਿੰਗਮ ਸਿਟੀ ਯੂਨੀਵਰਸਿਟੀ ਚ ਅਪਲਾਈ ਕੀਤਾ ਜੀ, 20 ਅਕਤੂਬਰ ਤੱਕ ਤੁਹਾਡਾ ਐਕਸਪੈਕਟਡ ਹੈ। 92000845 ਤੁਹਾਡਾ ਜਿਹੜਾ 854 ਵਾਲਵਰਹੈਂਪਟਨ ਚ ਅਪਲਾਈ ਕੀਤਾ ਹੈ ਜੀ ਸਿਮਰਨ ਜੀ, ਐਂਡ ਤੁਹਾਡਾ ਜਿਹੜਾ ਵਾ 20 ਅਕਤੂਬਰ ਤੱਕ ਉਮੀਦ ਹੈ ਆ ਜਾਏਗਾ। 32000866 ਯੂਨੀਵਰਸਿਟੀ ਆਫ ਈਸਟ ਲੰਡਨ ਵਾਸਤੇ ਅਪਲਾਈ ਕੀਤਾ ਜੀ, 20 ਅਕਤੂਬਰ ਤੱਕ ਤੁਹਾਡਾ ਐਕਸਪੈਕਟਡ ਹੈ। 72000824 ਤੁਹਾਡੇ ਫੰਡ 7 ਅਕਤੂਬਰ ਨੂੰ ਪੁਰਾਣੇ ਹੋਏ ਆ ਜੀ, ਇਸ ਹਫਤੇ ਤੁਹਾਡੀ ਫਾਈਲ ਅੰਬੈਸੀ ਜਾਰੀ ਹੈ। 42011030 27 ਜੁਲਾਈ 2020 ਦੀ ਫਾਈਲ ਅੰਬੈਸੀ ਚ, ਹਜੇ ਤੱਕ ਕੋਈ ਖਬਰਸਾਂਦ ਨਹੀਂਗਾ, ਵਧੀਆ ਹੀ ਗੱਲ ਹੈ, ਤੇ ਜਦੋਂ ਪੋਜ਼ਿਟਿਵ ਰਿਜ਼ਲਟ ਆਏ ਜਦੋਂ ਆਵੇ। 920450 ਤੁਹਾਡਾ UEL ਵਾਸਤੇ ਅਪਲਾਈਡ ਹੈ ਜੀ, 20 ਅਕਤੂਬਰ ਤੱਕ ਤੁਹਾਡਾ ਕੈਸ਼ ਆ ਜਾਏਗਾ, ਆਫਰ ਲੈਟਰ ਆ ਜਾਏਗਾ। 720087 ਮਤਲਬ ਇਹ ਤੁਹਾਡਾ ਜੇ ਕੈਸ਼ ਜਿਹੜਾ ਤੁਹਾਡਾ ਯੂਨੀਵਰਸਿਟੀ ਦਾ ਆ ਗਿਆ, ਲਾਅ ਦਾ ਆ ਗਿਆ। ਐਕਸਟੈਂਸ਼ਨ ਦੀ ਜਿਹੜੀ ਡੇਟ ਹੈ ਉਹ ਤੁਹਾਡੀ ਮਿਸਿੰਗ ਸੀ, ਐਂਡ ਉਹ 13 ਅਕਤੂਬਰ ਤੱਕ ਜਿਹੜਾ ਵਾ ਉਹ ਸਾਡੇ ਕੋਲ ਰਿਵਾਈਜ਼ ਕੈਸ਼ ਆ ਜਾਏਗਾ। ਤੁਹਾਡਾ ਜਿਹੜਾ 82000842 ਤੁਹਾਡਾ ਬੋਲਟਨ ਤੋਂ ਆਇਆ, ਬਟ ਇਹਨੂੰ ਬਰਮਿੰਗਮ ਚਾਹੀਦਾ ਹੈ। 82000842 ਇਹ ਚੈੱਕ ਕਰਕੇ ਦੱਸੋ ਕਿ ਬਰਮਿੰਗਮ ਇਹ ਕੁੜੀ ਦਾ ਹੋ ਸਕਦਾ ਕਿ ਨਹੀਂ ਹੋ ਸਕਦਾ। 72000331 ਤੁਹਾਡਾ ਜੀ ਫਾਈਲ 10 ਸਪਟੈਂਬਰ ਨੂੰ ਤੁਹਾਡੀ ਫਾਈਲ ਜਿਹੜੀ ਆ ਉਹ ਲੌਂਚ ਹੋ ਗਈ ਸੀਗੀ ਅੰਬੈਸੀ ਦੇ ਵਿੱਚ। ਦੈਨ ਉਹਦੇ ਬਾਅਦ ਚ ਹੈ ਜੀ 720645 ਤੁਹਾਡੀ ਜਿਹੜੀ ਫਾਈਲ ਹੈਗੀ ਹੈ ਇਸ ਹਫਤੇ ਲੌਂਚਮੈਂਟ ਹੋ ਰਹੀ ਹੈ ਜੀ। 720580 ਤੁਹਾਡੇ ਫੰਡ 8 ਤਰੀਕ ਨੂੰ ਪੁਰਾਣੇ ਹੋਏ ਆ ਜੀ, 8 ਅਕਤੂਬਰ ਨੂੰ, ਤੇ ਜਿਹੜਾ ਵਾ ਤੁਹਾਡੀ ਫਾਈਲ ਵੀ ਅੰਬੈਸੀ ਦੇ ਵਿੱਚ ਲੌਂਚ ਅਗਲੇ ਹਫਤੇ ਹੋ ਜੀ। ਇੱਕ ਰਹਿ ਗਿਆ ਜੀ 620451 ਇਹਨਾਂ ਦਾ ਕੀ ਸਟੇਟਸ ਹੈ ਜੀ, ਇਹਦਾ ਨਹੀਂ ਦੱਸਿਆ ਯਾਰ। 620451 this one is missing। then ਹੈਗਾ ਜੀ 720331 ਇਹਨਾਂ ਦਾ ਵੀ ਨਹੀਂ ਤੁਸੀਂ ਦੱਸਿਆ।
ਨਹੀਂ 720331 ਦਾ ਦੱਸਦਾ ਜੀ 10 ਸਤੰਬਰ ਦੀ ਫਾਈਲ ਲਾਸਟ ਸੀਗੀ ਅਪਾਇੰਟਮੈਂਟ ਆ ਗਈ ਹੈ ਕਿਤੇ ਹੈ ਜੀ ਟੁਡੇ ਇਜ਼ ਗੈਟਿੰਗ ਅਪਾਇੰਟਮੈਂਟ ਤੁਸੀਂ ਨਾਮ ਅੱਛਾ ਹਾਂ ਅੱਜ ਤੁਹਾਡੀ ਅਪਾਇੰਟਮੈਂਟ ਅੱਜ ਤੁਹਾਨੂੰ ਅਪਾਇੰਟਮੈਂਟ ਮਿਲ ਜਾਏਗੀ ਜੀ ਫਿਰ ਹੈ ਜੀ 42000289 ਹਾਂਜੀ ਇਹਨਾਂ ਦਾ ਉਹ ਰਿਫਿਊਜ਼ਲ ਹੈਗਾ ਵਾ ਇਹਨਾਂ ਨੂੰ ਕਾਲ ਕਰਨਾ ਐਂਡ ਦੈਨ 3200 ਇਹਨਾਂ ਨੂੰ ਵੀ ਫੋਨ ਕਰਨਾ ਹੈ ਦਿਸ ਇਜ਼ ਡਨ ਬਾਕੀ ਸਾਰਿਆਂ ਦਾ ਸਟੇਟਸ ਦੱਸਦਾ ਜੀ 720288 ਤੁਹਾਡੇ 20 ਅਕਤੂਬਰ ਨੂੰ ਫਾਈਲ ਉਹ ਫੰਡ ਬਣਾਣੇ ਹੋਣੇ ਆ ਜੀ ਉਦੋਂ ਫਾਈਲ ਤੁਹਾਡੀ ਲੌਜ ਹੋਏਗੀ 32000204 ਇਹਨਾਂ ਦਾ ਨਹੀਂ ਦੱਸਿਆ ਮੇਰਾ ਕਰ ਤੁਸੀਂ 32000204 ਹਾਂਜੀ ਇਹ ਰਹਿ ਗਿਆ ਇਹਨਾਂ ਦਾ ਕਾਈਂਡਲੀ ਦੱਸੋ ਸਟੇਟਸ 3200 ਸੋ ਥੈਂਕ ਯੂ ਵੈਰੀ ਮਚ ਜੀ ਸਾਰਿਆਂ ਨੂੰ ਇੱਕ ਬੰਦੇ ਦਾ ਸਟੇਟਸ ਰਹਿ ਗਿਆ ਉਹਨੂੰ ਮੈਂ ਦੱਸ ਦਿੰਦਾ ਵਾ ਹੁਣੇ ਕੁਝ ਚੀਜ਼ਾਂ ਮਤਲਬ ਅੱਜ ਦੇ ਔਰ ਤੋਂ ਰਿਅਲਾਈਜ਼ ਹੋਈਆਂ ਨਾਰਮਲੀ ਕੀ ਹੁੰਦਾ ਐਪਲੀਕੇਸ਼ਨ ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਹੈ ਔਰ ਬਾਅਦ ਚੋਂ ਬੰਦਾ ਕਹਿੰਦਾ ਜੀ ਮੇਰਾ ਏਦਾਂ ਹੋ ਗਿਆ ਜੀ ਉਹ what I've realized working at ESS Global is ਬੱਚੇ ਦਾ ਐਪਲੀਕੇਸ਼ਨ ਨਹੀਂ ਵੀ ਲੱਗਦਾ ਨਾ ਬੱਚੇ ਦੇ ਮੱਥੇ ਦੇ ਉੱਤੇ ਤੂੜੀਆਂ ਨਹੀਂ ਆਉਂਦੀਆਂ ਉਹ ਫੇਰ ਵੀ ਦੁਬਾਰਾ ਆਉਂਦਾ ਕਿਉਂਕਿ ਉਹਨੂੰ ਪਤਾ ਹੈ ਕਿ ਜੀ ਕਿੰਨੀ ਮਿਹਨਤ ਇਹਨਾਂ ਨੇ ਕੀਤੀ ਫੇਰ ਵੀ ਜੇ ਰਿਜ਼ਲਟ ਨਹੀਂ ਆਇਆ ਤੇ ਮੈਂ ਕਿਸੇ ਹੋਰ ਕੋਲ ਨਹੀਂ ਜਾਣਾ ਤੁਹਾਡੇ ਕੋਲ ਹੀ ਲਗਵਾਣੀ ਹੱਲ ਕੱਢ ਕੇ ਦਿਓ ਉਹਦੇ ਨਾਲ ਤੇ ਆਪਣੀ ਬੋਡੀ 'ਚ ਇੰਨੀ ਕੁ એનર્ਜੀ ਆ ਜਾਂਦੀ ਹੈ ਕਿ ਨਹੀਂ ਯਾਰ ਜੇ ਬੰਦਾ ਹਜੇ ਵੀ ਨਹੀਂ ਨਾਲ ਉਹ ਛੱਡਣ ਨੂੰ ਤਿਆਰ ਨਾ ਅੱਜ ਵੀ ਟਰਸਟ ਕਰਕੇ ਬੈਠਾ ਹੈ ਵੀ ਇਹਦੇ ਲਈ ਤਾਂ ਮੈਂ ਕੁਛ ਵੀ ਕਰਾਂਗਾ ਇਹਨੂੰ ਰਿਜ਼ਲਟ ਦੇਵਾਂਗਾ 99% ਕੇਸ ਸਾਡੇ ਕੋਲ ਇਹ ਆਉਂਦੇ ਕਿ ਜੀ ਆ ਫਲਾਣੇ ਏਜੰਟ ਨੇ ਏਦਾਂ ਕਰਤਾ ਟਮਕਾਣੇ ਨੇ ਏਦਾਂ ਕਰਤਾ ਮੇਰਾ ਇੱਕ ਵਾਰ ਉਹਨੇ ਰਿਫਿਊਜ਼ ਕਰਾਤਾ ਚਲੋ ਏਜੰਟ ਨੇ ਵਿਚਾਰੇ ਨੇ ਕੀ ਰਿਫਿਊਜ਼ ਕਰਾਣਾ ਕੀਤਾ ਤੇ ਐਮਬੈਸੀ ਨੇ ਹਾਂ ਰਿਪਰੈਜ਼ੈਂਟ ਗਲਤ ਕੀਤੀ ਕੋਰਸ ਗਲਤ ਸਿਲੈਕਟ ਕਰ ਲਿਆ ਉਹਦੇ ਕਰਕੇ ਰਿਫਿਊਜ਼ ਹੋ ਲਈ ਆਪਣੀ ਐਪਲੀਕੇਸ਼ਨ ਜੇਕਰ ਰਿਜੈਕਟ ਹੁੰਦੀ ਹੈ ਤੇ ਰਿਜੈਕਟ ਹੋ ਕਰਕੇ ਜਿਹੜਾ ਵਾ ਉਹ ਆਪਣੇ ਕੋਲ ਹੀ ਰਹਿ ਜਾਂਦੀ ਹੈ ਸੋ ਥੈਂਕ ਯੂ ਵੈਰੀ ਮਚ ਇੰਨਾ ਸਭ ਕੁਝ ਪਿਆਰ ਇੰਨੀ ਇੱਜ਼ਤ ਇੰਨਾ ਮਾਣ ਇੰਨਾ ਸਤਿਕਾਰ ਦੇ ਇਹ ਤੁਹਾਡਾ ਵਿਸ਼ਵਾਸ ਹੀ ਹੈ ਤੁਹਾਡਾ ਕੌਨਫੀਡੈਂਸ ਹੀ ਹੈ ਸਾਡੇ ਟੂਵਰਡਸ ਜਿਹੜੇ ਅਸੀਂ ਉੱਡੇ ਫਿਰਦੇ ਆ ਐਂਡ ਬੜਕਾ ਮਾਰਦੇ ਰਹਿੰਦੇ ਆ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਆ ਕਿਉਂਕਿ ਜਦੋਂ ਤੁਹਾਡੇ ਤੋਂ ਉਮੀਦਾਂ ਹੁੰਦਾ ਮੈਂ ਆਪਣੇ ਬੇਟੇ ਨੂੰ ਇੱਕ ਚੀਜ਼ ਸਮਝਾ ਰਿਹਾ ਸੀ ਮੈਂ ਕਿਹਾ ਤੈਨੂੰ ਪਤਾ ਇਨਸਾਨ ਜਿੱਤਦਾ ਕਦੋਂ ਕਹਿੰਦਾ ਜੀ ਜਦੋਂ ਮਿਹਨਤ ਕਰੇ ਮੈਂ ਕਿਹਾ ਨਹੀਂ ਹੋਰ ਕਹਿੰਦਾ ਜੀ ਜਦੋਂ ਪੜ੍ਹਾਈ ਕਰੇ ਮੈਂ ਕਿਹਾ ਨਹੀਂ ਹੋਰ ਕਿ ਵੀ ਤੂੰ ਜਿੱਤਣਾ ਹੀ ਜਿੱਤਣਾ ਉਹ ਕਦੋਂ ਹੁੰਦਾ ਤੇਰੀ ਪਰਫਾਰਮੈਂਸ ਆਣੀ ਹੈ ਉਹ ਕਦੋਂ ਹੁੰਦਾ ਕਹਿੰਦਾ ਪਤਾ ਨਹੀਂ ਜੀ ਤੁਸੀਂ ਸਮਝਾ ਦਿਓ ਮੈਂ ਕਿਹਾ ਜਦੋਂ ਤੁਸੀਂ ਦੇਖਦੇ ਹੋ ਨਾ ਕਿ ਦੂਜਿਆਂ ਦਾ ਵਿਸ਼ਵਾਸ ਤੁਹਾਡੇ ਟੂਵਰਡਸ ਤੁਹਾਨੂੰ ਹਮੇਸ਼ਾ ਜਿਤਾਉਂਦਾ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਕਿੰਨੇ ਬੰਦੇ ਮੇਰੇ ਤੇ ਯਕੀਨ ਕਰਦੇ ਆ ਕਿ ਇਟਸ ਲਾਈਕ ਮੈਨੂੰ ਆਪਣੇ ਵਾਸਤੇ ਸ਼ਾਇਦ ਨਹੀਂ ਬਟ ਇਹਨਾਂ ਨੂੰ ਜਿਤਾਉਣ ਵਾਸਤੇ ਤੇ ਜਿੱਤਣਾ ਉਹ ਤੁਹਾਡੀ ਪਰਫਾਰਮੈਂਸ ਆਟੋਮੈਟਿਕਲੀ 10 ਟਾਈਮਸ ਇਫੈਕਟਿਵਨੈਸ ਤੁਹਾਡੀ ਆਏ ਤੁਹਾਨੂੰ ਹਮੇਸ਼ਾ ਦੂਜਿਆਂ ਦਾ ਵਿਸ਼ਵਾਸ ਜਿਤਾਉਂਦਾ ਪਰ ਜਿਨ੍ਹਾਂ ਲੋਕਾਂ ਕੋਲ ਦੂਜਿਆਂ ਦਾ ਵਿਸ਼ਵਾਸ ਨਹੀਂ ਉਹ ਸਟਰਗਲ ਹੀ ਕਰਦੇ ਨੇ ਐਂਡ ਉਹ ਜਿਹੜਾ ਦੂਜਿਆਂ ਦਾ ਵਿਸ਼ਵਾਸ ਹੈ ਉਹ ਅਰਨ ਕਰਨਾ ਪੈਂਦਾ ਕਮਾਉਣਾ ਪੈਂਦਾ ਇਹਨੂੰ ਰਿਜ਼ਲਟ ਦੇ ਕੇ ਆ ਸਕਦਾ ਚਾਹੇ ਉਹ ਫੈਮਿਲੀ ਹੈ ਚਾਹੇ ਉਹ ਦੋਸਤੀ ਹੈ ਚਾਹੇ ਉਹ ਬਿਜ਼ਨਸ ਹੈ ਤੇ ਚਾਹੇ ਉਹ ਕੁਛ ਵੀ ਸੋ ਯਾ ਥੈਂਕ ਯੂ ਵੈਰੀ ਮਚ ਜੀ ਐਂਡ ਅਗਲੇ ਹਫਤੇ ਜਾਂ ਤੋਂ ਅਗਲੇ ਹਫਤੇ ਚਲੋ ਮਿਲਦੇ ਹਾਂ ਦੁਬਾਰਾ ਵੈਬਿਨਾਰ ਕਰਾਂਗੇ ਕਿਉਂਕਿ ਮੈਨੂੰ ਬੜੀ ਉਮੀਦ ਹੈ ਇਸ ਹਫਤੇ ਕੁਛ ਨਾ ਕੁਛ ਹਿਲਜੁਲ ਹੋਣ ਵਾਲੀ ਹੈ ਕੈਨੇਡਾ ਦੇ ਵਿੱਚ ਕਿਉਂਕਿ 3-4 ਹਫਤੇ ਹੋ ਗਏ ਕੁਛ ਆਵਾਜ਼ਾਂ ਆਈਆਂ ਨਹੀਂ ਰਹਿ ਗਈਆਂ ਪਰੇ ਹੁਣ ਆ ਜਾਣੀਆਂ ਇਸ ਹਫਤੇ ਕੋਈ ਨਾ ਕੋਈ ਆਵਾਜ਼ਾਂ ਦੇਖਦੇ ਹਾਂ ਜੀ ਕੀ ਆਵਾਜ਼ਾਂ ਆਉਂਦੀਆਂ ਸੋ ਥੈਂਕ ਯੂ ਵੈਰੀ ਮਚ ਜੀ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ